हाँ जी, सो ਆਪਾਂ ਨੂੰ ਪਤਾ ਹੈ ਕਿ ਆਪਣੇ ਨਾ ਅਗਸਤ ਦੇ ਕਰੰਟ ਅਫੇਅਰਸ ਚੱਲ ਰਹੇ ਸੀਗੇ ਤੇ ਆਪਾਂ ਵੀਕਲੀ ਕਰੰਟ ਅਫੇਅਰਸ ਕਵਰ ਕਰਦੇ ਹਾਂ। ਅੱਜ ਦੀ ਕਲਾਸ ਸਾਡੀ ਹੋਊਗੀ ਅਗਸਤ ਦੇ 4th ਵੀਕ ਦੇ ਕਰੰਟ ਅਫੇਅਰਸ ਦੀ, ਠੀਕ ਆ। ਤੇ ਮੈਂ ਇੱਕ ਗੱਲ ਦੀ ਛੋਟੀ ਦੇ ਦਿੰਦਾ, ਜਿੰਨੇ ਵੀ ਆਪਣੇ ਐਗਜ਼ਾਮ ਹੋ ਰਹੇ ਆ, ਜੇ ਤੁਸੀਂ ਕਿਤੇੋਂ ਵੀ ਕਰੰਟ ਅਫੇਅਰਸ ਨਹੀਂ ਕਰ ਰਹੇ ਤੇ ਇੱਥੋਂ ਕਰੰਟ ਅਫੇਅਰਸ ਕਰ ਰਹੇ ਹੋ ਤਾਂ ਮੋਰ ਦੈਨ ਸਫੀਸ਼ੀਐਂਟ ਆ। ਵੈਸੇ ਅਕਸਰ ਇੱਕ ਗੱਲ ਕਹੀ ਜਾਂਦੀ ਹੈ ਕਿ ਕਰੰਟ ਅਫੇਅਰਸ ਜਿੰਨੇ ਥੋੜ੍ਹੇ ਕਰ ਲਓ ਉਨੇ ਥੋੜ੍ਹੇ ਆ, ਬਟ ਜੇ ਕਿਤੇ ਨਹੀਂ ਕਨਫਿਊਜ਼ ਹੋਣਾ ਚਾਹੁੰਦੇ ਤੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਕੋਈ ਕਰੰਟ ਕਵਰ ਮਿਸ ਵੀ ਨਾ ਹੋਵੇ ਤਾਂ ਤੁਸੀਂ ਆਪਣੇ ਜਿਹੜੇ ਵੀਕਲੀ ਕਰੰਟ ਅਫੇਅਰਸ ਆ, ਵੈਸੇ ਮੈਂ ਜੁਲਾਈ ਤੋਂ ਸ਼ੁਰੂ ਕੀਤੇ ਸੀ ਡੇਲੀ, ਜੁਲਾਈ ਦੀਆਂ ਤਕਰੀਬਨ 18-19 ਵੀਡੀਓਜ਼ ਨੇ, ਤੇ ਉਸ ਤੋਂ ਬਾਅਦ ਅਗਸਤ ਦੇ ਵੀਕਲੀ ਕਰੰਟ ਅਫੇਅਰਸ ਆ। ਅਗਸਤ ਦੇ ਵੀਕਲੀ ਕਰੰਟ ਅਫੇਅਰਸ 'ਚ ਮੈਂ ਨਾ ਬਹੁਤ ਕੋਸ਼ਿਸ਼ ਕਰਦਾ ਕਿ ਹੁਣ ਇਹਦੇ 'ਚੋਂ ਸਟੈਟਿਕ ਵਾਲਾ ਹਿੱਸਾ ਕੱਢ ਹੀ ਦੇਵਾਂ, ਕਿਉਂਕਿ ਉਹ ਆਪਣੀਆਂ ਅੱਡ ਵੀਡੀਓਜ਼ ਬਣਦੀਆਂ ਰਹਿੰਦੀਆਂ ਸਟੈਟਿਕ ਜੀਕੇ ਦੀਆਂ। ਖੈਰ ਜ਼ਿਆਦਾ ਸਮਾਂ ਨਹੀਂ ਖਰਾਬ ਕਰਦੇ। ਚੌਥੇ ਵੀਕ 'ਚ ਜੋ ਇੰਪੋਰਟੈਂਟ ਕਰੰਟ ਅਫੇਅਰਸ ਆਏ ਆ, ਸੋ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਇੰਪੋਰਟੈਂਟ ਡੇਜ਼। ਇੱਕ ਤਾਂ 20 ਅਗਸਤ ਨੂੰ ਮੋਸਕੀਟੋ ਡੇ ਮਨਾਇਆ ਜਾਂਦਾ ਹੈ, ਠੀਕ ਹੈ। ਇਹ ਪਹਿਲਾਂ ਵੀ ਆਪਾਂ ਕਰ ਲਿਆ ਸੀਗਾ। ਤੇ ਇਸ ਵਾਰ ਦੇ ਮੋਸਕੀਟੋ ਡੇ ਦਾ ਥੀਮ ਆ ਫਾਈਟਿੰਗ ਦੀ ਵਰਲਡ ਡੈਡਲੀਐਸਟ ਕਿਲਰ ਦਾ ਮੋਸਕੀਟੋ, ਠੀਕ ਆ। ਸੋ ਹਰ ਸਾਲ ਜੋ ਥੀਮ ਆ ਉਹ ਇੰਪੋਰਟੈਂਟ ਹੁੰਦਾ ਹੈ। ਤੇ ਮੈਂ ਇੱਕ ਗੱਲ ਦੱਸਦਾ ਕਿ ਜਿਹੜੇ ਮੋਸਕੀਟੋਜ਼ ਨੇ ਨਾ, ਇਹ ਬਹੁਤ ਵੱਡੇ ਵਾਹਕ ਨੇ। ਵਾਹਕ ਦਾ ਮਤਲਬ ਹੁੰਦਾ ਵੈਕਟਰਸ। ਜੇ ਤੁਸੀਂ ਸਾਇੰਸ ਪੜ੍ਹੋਗੇ ਜਾਂ ਜਦੋਂ ਮੈਂ ਤੁਹਾਨੂੰ ਸਾਇੰਸ ਪੜ੍ਹਾਊਂਗਾ ਤਾਂ ਮੈਂ ਦੱਸੂਗਾ ਕਿ ਵੈਕਟਰਸ ਦਾ ਕੰਮ ਹੁੰਦਾ ਜਿਹੜੇ ਬਿਮਾਰੀ ਨੂੰ ਪੈਦਾ ਨਹੀਂ ਕਰਦੇ। ਬਿਮਾਰੀ ਨੂੰ ਪੈਦਾ ਕਰਨ ਵਾਲਿਆਂ ਨੂੰ ਪੈਥੋਜਨਸ ਕਿਹਾ ਜਾਂਦਾ ਹੈ। ਬਿਮਾਰੀ ਨੂੰ ਫੈਲਾਉਣ ਵਾਲੇ, ਸਪਰੈਡ ਕਰਨ ਵਾਲੇ ਜਿਹੜੇ ਹੁੰਦੇ ਆ ਉਹ ਵੈਕਟਰਸ ਹੁੰਦੇ ਆ। ਉਦਾਹਰਨ ਦੇ ਤੌਰ 'ਤੇ ਮੋਸਕੀਟੋ ਆ ਇੱਕ ਐਨੋਫਲੀਜ਼, ਠੀਕ ਆ, ਇੱਕ ਫੀਮੇਲ ਮੋਸਕੀਟੋ ਆ ਆਪਣਾ ਐਨੋਫਲੀਜ਼, ਉਹ ਮਲੇਰੀਆ ਸਪਰੈਡ ਕਰਦੀ ਆ। ਸਿਮਿਲਰਲੀ ਇੱਕ ਆਪਣੇ ਕੋਲ ਹੋਰ ਆਪਣੇ ਡੇਂਗੂ ਵਾਇਰਸ ਨੂੰ ਫੈਲਾਉਣ ਵਾਸਤੇ ਜਿਹੜਾ ਐਡਿਸ ਐਜਿਪਟੀ ਇੱਕ ਮੋਸਕੀਟੋ ਆ, ਉਹ ਡੇਂਗੂ ਤੇ ਜ਼ਾਈਕਾ ਵਰਗੀਆਂ ਬਿਮਾਰੀਆਂ ਨੂੰ ਸਪਰੈਡ ਕਰਦਾ, ਪੈਦਾ ਨਹੀਂ ਕਰਦਾ, ਸਪਰੈਡ ਕਰਨ 'ਚ। ਸੋ ਮੋਸਕੀਟੋਜ਼ ਬਿਮਾਰੀਆਂ ਨੂੰ ਪੈਦਾ ਨਹੀਂ ਕਰਦੇ ਪਰ ਬਿਮਾਰੀਆਂ ਨੂੰ ਸਪਰੈਡ ਕਰਨ ਦੇ ਵਿੱਚ ਜਿਨ੍ਹਾਂ ਦਾ ਰੋਲ ਆ, ਹੁਣ ਕਈ ਬਿਮਾਰੀਆਂ ਨੂੰ ਸਪਰੈਡ ਕਰਨ ਦਾ ਕੰਮ ਹਵਾ ਕਰਦੀ ਆ, ਕਈ ਬਿਮਾਰੀਆਂ ਨੂੰ ਸਪਰੈਡ ਕਰਨ ਦਾ ਕੰਮ ਮੋਸਕੀਟੋਜ਼ ਕਰਦੇ ਆ। ਦੀਜ਼ ਆਲ ਆਰ ਕਾਲਡ ਵੈਕਟਰਸ। ਇਹਨਾਂ ਸਾਰਿਆਂ ਨੂੰ ਵਾਹਕ ਕਿਹਾ ਜਾਂਦਾ ਹੈ। ਸੋ ਇਹਦੇ ਤੋਂ ਬਚਣ ਵਾਸਤੇ 23rd of ਅਗਸਤ ਨੂੰ ਇੰਟਰਨੈਸ਼ਨਲ ਡੇ ਫॉर ਰਿਮੈਂਬਰੈਂਸ ਆਫ ਸਲੇਵ ਟ੍ਰੇਡ ਐਂਡ ਅਬੋਲਿਸ਼ਨ। ਬਿਕੋਜ਼ ਦੇਖੋ ਸਲੇਵਰੀ ਜਿਹੜੀ ਆ ਨਾ, ਮੈਨੂੰ ਆਪਾਂ ਗੁਲਾਮ ਪ੍ਰਥਾ ਕਹਿ ਦਿੰਦੇ ਆ, ਇਹ 20ਵੀਂ ਸਦੀ ਤੱਕ ਬਹੁਤ ਪ੍ਰੀਵੇਲੈਂਟ ਰਹੀ। 20ਵੀਂ ਸਦੀ ਦੇ ਅੱਧ ਤੱਕ, 19ਵੀਂ ਸਦੀ 'ਚ ਬਹੁਤ ਜ਼ਿਆਦਾ ਰਹੀ। ਅਫਰੀਕਾ 'ਚੋਂ, ਇੰਡੀਆ 'ਚੋਂ ਅਤੇ ਹੋਰ ਸਾਊਥ ਏਸ਼ੀਅਨ ਕੰਟਰੀਜ਼ 'ਚੋਂ ਬੜੇ ਗੁਲਾਮ ਜਿਹੜੇ ਆ ਉਹ ਗੁਲਾਮੀ ਕਰਨ ਵਾਸਤੇ ਯੂਰਪ ਅਤੇ ਸਾਊਥ ਅਮਰੀਕਾ ਅਤੇ ਨਾਰਥ ਅਮਰੀਕਾ ਲਿਆਂਦੇ ਗਏ। ਸੋ ਇਸ ਸਲੇਵਰੀ ਨੂੰ ਨੱਥ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਹੁਣ ਬਹੁਤ ਦੁਨੀਆ ਨੇ ਕੀਤੀ ਆ। ਸੋ ਇਸ ਵਾਰ ਇਸ ਡੇ ਨੂੰ ਰਿਮੈਂਬਰ ਕੀਤਾ ਗਿਆ। 23 ਅਗਸਤ ਨੂੰ ਨੈਸ਼ਨਲ ਸਪੇਸ ਡੇ, ਬਿਕੋਜ਼ ਚੰਦਰਯਾਨ 3 ਸਕਸੈਸਫੁਲੀ ਜਿਹੜਾ ਹੈ ਉਹ ਮੂਨ 'ਤੇ ਪਹੁੰਚਿਆ। ਦੇਖੋ ਚੰਦਰਯਾਨ 3 ਦੀ ਸਭ ਤੋਂ ਵੱਡੀ ਉਪਲਬਧੀ ਇਹ ਆ ਕਿ ਮੂਨ ਦੀ ਉਹ ਸਾਈਡ ਜਿਹੜੀ ਵਿਜ਼ੀਬਲ ਹੀ ਨਹੀਂ, ਜਿਹਨੂੰ ਅਸੀਂ ਸਾਊਥ ਪੋਲ ਵੈਸੇ ਹੀ ਕਹਿ ਦਿੰਦੇ, ਇਸੇ ਕਰਕੇ ਕਿ ਉਹ ਵਿਜ਼ੀਬਲ ਨਹੀਂ ਗਾ। ਦੱਖਣੀ ਧਰੁਵ 'ਤੇ ਜਾਣ ਵਾਲਾ ਪਹਿਲਾ ਕੋਈ ਦੁਨੀਆ ਦਾ ਪਹਿਲਾ ਸਪੇਸ ਸ਼ਟਲ ਆ ਜਿਹੜਾ ਉੱਥੇ ਜਾ ਕੇ ਲੈਂਡ ਕਰ ਗਿਆ। ਲੈਂਡਰ ਜਿਹੜਾ ਉੱਥੇ ਜਾ ਕੇ ਸੌਫਟ ਲੈਂਡਿੰਗ ਕਰ ਗਿਆ। ਇਸ ਤੋਂ ਪਹਿਲਾਂ ਉੱਥੇ ਕ੍ਰੈਸ਼ ਲੈਂਡਿੰਗ ਤਾਂ ਬਹੁਤ ਕਰਵਾਈ ਆ, ਪਰ ਸੌਫਟ ਲੈਂਡਿੰਗ ਕਿਸੇ ਨੇ ਨਹੀਂ ਕਰਵਾਈ, ਜਿੱਥੇ ਕਿ ਜਿਹਦੇ 'ਚੋਂ ਕਿ ਆਸਾਨੀ ਨਾਲ ਰੋਵਰ ਨਿਕਲ ਕੇ ਉਹਦੇ 'ਤੇ ਲੱਗੇ ਜਿਹੜੇ ਯੰਤਰ ਨੇ, ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ 'ਚ ਪੇਲੋਡਸ ਕਹਿੰਦੇ ਆ, ਉਹ ਚੰਦਰਮਾ ਦੇ ਸਾਊਥ ਪੋਲ ਬਾਰੇ ਸਮਝ ਪੈਦਾ ਕਰ ਸਕਣ ਸਾਡੀ। ਸੋ ਇਸ ਦਿਨ ਨੂੰ ਅਸੀਂ ਸਪੈਸ਼ਲੀ ਨੈਸ਼ਨਲ ਸਪੇਸ ਡੇ ਦੇ ਤੌਰ 'ਤੇ ਸੈਲੀਬ੍ਰੇਟ ਕੀਤਾ। 20 ਤੋਂ 24 ਅਗਸਤ ਤੱਕ ਵਰਲਡ ਵਾਟਰ ਵੀਕ ਜਿਹੜਾ ਹੈ ਉਹ ਸੈਲੀਬ੍ਰੇਟ ਕੀਤਾ ਹੈ, ਅਤੇ ਇਹਨੂੰ ਮਨਾਉਂਦਾ ਸਟਾਕਹੋਮ ਇੰਟਰਨੈਸ਼ਨਲ ਵਾਟਰ ਇੰਸਟੀਟਿਊਟ, ਠੀਕ ਆ। ਤਾਂ ਇਹਦਾ ਥੀਮ ਵਗੈਰਾ ਯਾਦ ਕਰ ਲਿਓ। ਸਿਮਿਲਰਲੀ ਵਿਮਨਸ ਇਕੁਐਲਿਟੀ ਡੇ ਜਿਹੜਾ ਹੈ ਉਹ ਮਨਾਇਆ ਜਾਂਦਾ 26 ਅਗਸਤ ਨੂੰ। ਖੈਰ ਸਭ ਤੋਂ ਇੰਪੋਰਟੈਂਟ ਗੱਲ ਆਪਾਂ ਸ਼ੁਰੂ ਕਰਦੇ ਹਾਂ ਅਪੋਇੰਟਮੈਂਟਸ ਤੋਂ। ਮੈਂ ਸਾਫ਼ ਕਲੀਅਰ ਕਰਦਾ ਕਿ ਭਾਰਤ ਦੇ ਵਿੱਚ ਅਦਾਲਤਾਂ ਦਾ ਕਨਸੈਪਟ ਤੁਹਾਨੂੰ ਸਭ ਨੂੰ ਪਤਾ ਹੈ। ਅਦਾਲਤਾਂ ਤਾਂ ਸੰਵਿਧਾਨ ਦੇ ਬਣਨ ਦੇ ਨਾਲ 1950 'ਚ ਹੀ ਬਣ ਗਈਆਂ ਸੀ, ਪਰ ਸਾਡੇ ਦੇਸ਼ 'ਚ ਜਿਹੜੀਆਂ ਕੁਆਸੀ ਜੁਡੀਸ਼ੀਅਲ ਬਾਡੀਜ਼ ਆ ਨਾ, ਜਿਨ੍ਹਾਂ ਨੂੰ ਆਪਾਂ ਅਰਧ ਅਦਾਲਤਾਂ ਕਹਿੰਦੇ ਆ, ਜਿਹੜੀਆਂ ਜਿਵੇਂ ਹੁਣ ਸਪੋਜ਼ ਕਰੋ ਕਿਸੇ ਜੇਈ ਦਾ ਪੇਚ ਉਲਝ ਜੇ ਜਾਂ ਕਿਸੇ ਵੀ ਮਹਿਕਮੇ 'ਚ ਕਿਸੇ ਅਫਸਰ ਦਾ ਪੇਚ ਉਲਝ ਜੇ, ਤਾਂ ਉਹ ਹਾਈ ਕੋਰਟ, ਸੁਪਰੀਮ ਕੋਰਟ ਦੇ ਧੱਕੇ ਥੋੜ੍ਹਾ ਖਾਊਗਾ। ਉਹ ਆਪਣੇ ਹੀ ਮਹਿਕਮੇ 'ਚ ਬਣੀ ਹੋਈ ਅਦਾਲਤ 'ਚ, ਜਿੱਥੇ ਉਹਦੇ ਆਪਣੇ ਹੀ ਮਹਿਕਮੇ ਦੇ ਐਕਸਪਰਟਸ ਬੈਠੇ ਆ, ਉਹ ਉਹ ਉੱਥੇ ਕੇਸ ਲੜੂਗਾ। ਇਹਨਾਂ ਨੂੰ ਕਹਿੰਦੇ ਆ ਟ੍ਰਿਬਿਊਨਲਸ। ਭਾਰਤ ਦੇ ਸੰਵਿਧਾਨ ਦੇ ਵਿੱਚ ਟ੍ਰਿਬਿਊਨਲਸ ਦਾ ਜ਼ਿਕਰ ਹੀ ਨਹੀਂ ਸੀ ਹੈਗਾ। ਸ਼ੁਕਰ ਕਰੋ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਬਣੀ। 1976 ਦੇ ਵਿੱਚ ਭਾਰਤ ਦੇ ਸੰਵਿਧਾਨ 'ਚ ਜ਼ਿਕਰ ਕੀਤਾ ਗਿਆ ਕਿ ਲੋੜ ਪੈਣ 'ਤੇ ਸੰਸਦ ਟ੍ਰਿਬਿਊਨਲਸ ਬਣਾ ਸਕਦੀ ਆ। ਲੋੜ ਪੈਣ 'ਤੇ ਸੰਸਦ ਟ੍ਰਿਬਿਊਨਲ ਬਣਾ ਸਕਦੀ ਆ। ਇਹ ਜ਼ਿਕਰ ਸੰਵਿਧਾਨ 'ਚ 1976 'ਚ ਸੰਵਿਧਾਨਕ ਸੋਧ ਕਰਕੇ ਹੋਇਆ, ਕੌਨਸਟੀਟਿਊਸ਼ਨਲ ਅਮੈਂਡਮੈਂਟ ਕਰਕੇ। ਅਦਰਵਾਈਜ਼ ਸਾਡੇ ਦੇਸ਼ 'ਚ ਟ੍ਰਿਬਿਊਨਲਸ ਦਾ ਕੰਸੈਪਟ ਆ ਥੋੜ੍ਹਾ ਸਕਦਾ ਸੀ, ਕਿਉਂਕਿ ਸੰਵਿਧਾਨ 'ਚ ਹੀ ਨਹੀਂ ਸੀ ਲਿਖਿਆ।
ਉਸ ਤੋਂ ਬਾਅਦ ਸਾਡੇ ਦੇਸ਼ ਦੇ ਵਿੱਚ 1985 86 'ਚ ਫਿਰ ਟ੍ਰਿਬਿਊਨਲਸ ਬਣਨੀਆਂ ਸ਼ੁਰੂ ਹੋਈਆਂ। ਇਸੇ ਤਹਿਤ 2010 'ਚ ਪਾਰਲੀਮੈਂਟ ਨੇ ਐਕਟ ਪਾਸ ਕਰਕੇ ਇੱਕ ਟ੍ਰਿਬਿਊਨਲ ਬਣਾਈ। ਪਾਰਲੀਮੈਂਟ ਨੇ ਐਕਟ ਪਾਸ ਕੀਤਾ, ਸ਼ਬਦ ਸਮਝੋ, ਇਹਨੂੰ ਕਹਿੰਦੇ ਸਟੈਚੂਟਰੀ ਬੋਡੀ, ਵਿਧਾਨਕ ਸੰਸਥਾ। ਪਾਰਲੀਮੈਂਟ ਨੇ ਐਕਟ ਪਾਸ ਕਰਕੇ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਬਣਾਈ, ਜਿਸ ਦਾ ਮਕਸਦ ਸੀ ਭਾਰਤ 'ਚ ਇਨਵਾਇਰਨਮੈਂਟ ਨਾਲ ਸੰਬੰਧਿਤ ਮਸਲੇ ਨਜਿੱਠਣੇ। ਇਸ ਟ੍ਰਿਬਿਊਨਲ 'ਚ 20 ਮੈਂਬਰ ਆ, 10 ਜੁਡੀਸ਼ੀਅਲ ਆ, 10 ਐਨਵਾਇਰਨਮੈਂਟ ਐਕਸਪਰਟ ਨੇ, ਇੱਕ ਚੇਅਰਮੈਨ ਆ। ਚੇਅਰਮੈਨ ਹਮੇਸ਼ਾ ਜੁਡੀਸ਼ਰੀ 'ਚੋਂ ਲਿਆ ਜਾਊਗਾ ਤੇ ਚੇਅਰਮੈਨ ਦੀ ਨਿਯੁਕਤੀ ਹਮੇਸ਼ਾ ਕੇਂਦਰ ਸਰਕਾਰ ਕਰੂਗੀ। ਉਹ ਕੋਈ ਰਿਟਾਇਰਡ ਜੱਜ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਹੁੰਦਾ ਹੈ। ਤੇ ਐਨਜੀਟੀ ਦਾ ਕੋਈ ਵੀ ਫੈਸਲਾ ਜੇ ਕਿਸੇ ਨੂੰ ਪਸੰਦ ਨਹੀਂ ਆਇਆ, ਉਹ ਹਾਈ ਕੋਰਟ 'ਚ ਚੈਲੰਜੇਬਲ ਆ ਤੇ ਉਸ ਤੋਂ ਬਾਅਦ ਸੁਪਰੀਮ ਕੋਰਟ 'ਚ ਚੈਲੰਜੇਬਲ ਆ। ਠੀਕ ਆ। ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਜਿਹੜਾ ਫੈਸਲਾ ਹੈ, ਜਿਹੜਾ ਵੀ ਉਹ ਸੁਣਾਉਂਦੀ ਆ, ਇਹਦੇ ਵਾਸਤੇ ਇਹਦਾ ਚੇਅਰਮੈਨ ਵੀ ਹੁੰਦਾ ਹੈ। ਭਾਰਤ ਸਰਕਾਰ ਨੇ ਇਸ ਵਾਰ ਪੱਕੇ ਤੌਰ ਤੇ ਨਿਯੁਕਤੀ ਕਰਤੀ ਆ ਚੇਅਰਮੈਨ ਦੀ, ਦੈਟ ਇਜ਼ ਪ੍ਰਕਾਸ਼ ਸ਼੍ਰੀਵਾਸਤਵ, ਜਿਹੜੇ ਕਿ ਕਲਕੱਤਾ ਹਾਈ ਕੋਰਟ ਦੇ ਫਾਰਮਰ ਚੀਫ ਜਸਟਿਸ ਨੇ। ਉਹ ਐਨਜੀਟੀ ਦੇ ਹੁਣ ਚੇਅਰਮੈਨ ਹੋਣਗੇ। ਸੋ ਜੇ ਕੋਈ ਮੈਨੂੰ ਪੁੱਛੇ ਕਿ ਇਸ ਤੋਂ ਪਹਿਲਾਂ ਜਸਟਿਸ ਸ਼ਿਵ ਕੁਮਾਰ ਸਿੰਘ ਜਿਹੜੇ ਸੀ, ਉਹਨਾਂ ਨੂੰ ਆਰਜੀ ਤੌਰ ਤੇ ਐਕਟਿੰਗ ਚੇਅਰਮੈਨ ਲਾਇਆ ਹੋਇਆ ਸੀਗਾ ਜੁਲਾਈ ਤੋਂ। ਸੋ ਪੱਕੇ ਚੇਅਰਮੈਨ ਦੀ ਨਿਯੁਕਤੀ ਹੋ ਗਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੀ ਆ? ਠੀਕ ਆ, ਇਹਦਾ ਚੇਅਰਪਰਸਨ ਕੇਂਦਰ ਸਰਕਾਰ ਭਾਰਤ ਦੇ ਚੀਫ ਜਸਟਿਸ ਆਫ ਇੰਡੀਆ ਨਾਲ ਕੰਸਲਟ ਕਰਨ ਤੋਂ ਬਾਅਦ ਲਾਉਂਦੀ ਆ। ਇਹਦੇ 'ਚ ਐਟਲੀਸਟ 20 ਮੈਂਬਰ ਹੁੰਦੇ ਆ ਤੇ 20 ਚੋਂ 10 ਜੁਡੀਸ਼ਰੀ ਦੇ 10 ਇਨਵਾਇਰਨਮੈਂਟ ਐਕਸਪਰਟ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਾਡੇ ਦੇਸ਼ 'ਚ 2010 'ਚ ਬਣੀ। ਟ੍ਰਿਬਿਊਨਲਸ ਦਾ ਕੰਸੈਪਟ ਭਾਰਤ ਦੇ ਸੰਵਿਧਾਨ 'ਚ 1976 'ਚ ਐਡ ਹੋਇਆ। ਉਸ ਤੋਂ ਪਹਿਲਾਂ ਭਾਰਤ 'ਚ ਟ੍ਰਿਬਿਊਨਲਸ ਦਾ ਕੋਈ ਕੰਮ ਹੀ ਨਹੀਂ ਸੀਗਾ। ਬਸ ਇੱਕੋ ਪ੍ਰਕਾਰ ਦੀਆਂ ਟ੍ਰਿਬਿਊਨਲਸ ਉਸ ਤੋਂ ਪਹਿਲਾਂ ਭਾਰਤ 'ਚ ਐਗਜ਼ਿਸਟ ਕਰਦੀਆਂ ਸੀ, ਪਾਣੀਆਂ ਦੇ ਮਸਲਿਆਂ ਤੇ ਇੰਟਰਸਟੇਟ ਵਾਟਰ ਡਿਸਪਿਊਟ ਟ੍ਰਿਬਿਊਨਲਸ। ਹੋਰ ਕਿਸੇ ਪ੍ਰਕਾਰ ਦੀ ਟ੍ਰਿਬਿਊਨਲ ਭਾਰਤ 'ਚ ਨਹੀਂ ਸੀ ਹੈਗੀ। 1976 'ਚ ਇੰਦਰਾ ਗਾਂਧੀ ਨੇ ਕਲੌਜ਼ ਐਡ ਕੀਤਾ ਭਾਰਤ ਦੇ ਸੰਵਿਧਾਨ 'ਚ, ਇੱਕ ਸਪੈਸ਼ਲ ਪਾਰਟ ਹੀ ਐਡ ਕਰਤਾ 14A, ਜਿਹਦੇ 'ਚ ਕਿਹਾ ਗਿਆ ਕਿ ਭਾਰਤ ਦੇ ਵਿੱਚ ਲੋੜ ਪੈਣ ਤੇ ਟ੍ਰਿਬਿਊਨਲਾਂ ਬਣਾਈਆਂ ਜਾ ਸਕਦੀਆਂ। ਚੱਲੀਏ ਆਪਾਂ ਅੱਗੇ, ਇਸ ਤੋਂ ਬਾਅਦ ਇਹਦੇ 'ਚੋਂ ਕੁਝ ਨਹੀਂ ਆ ਸਕਦਾ। ਨੈਕਸਟ, ਸਚਿਨ ਤੰਦੂਲਕਰ ਨੂੰ ਨੈਸ਼ਨਲ ਆਈਕਨ ਬਣਾਇਆ ਹੈ ਇਲੈਕਸ਼ਨ ਕਮਿਸ਼ਨ ਨੇ, ਤਾਂ ਕਿ ਵੋਟਰਸ ਜਿਹੜੀ ਆਪਣੀ ਪਾਰਟਨਰਸ਼ਿਪ ਆ, ਉਹਨੂੰ ਪਾਰਟੀਸਪੇਸ਼ਨ ਉਹਨੂੰ ਬੂਸਟ ਕੀਤਾ ਜਾ ਸਕੇ, ਵੱਧ ਤੋਂ ਵੱਧ ਵੋਟਿੰਗ ਟਰਨਆਊਟ ਲਈ ਜਾ ਸਕੇ, ਵੱਧ ਤੋਂ ਵੱਧ ਲੋਕਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾ ਸਕੇ। ਇਲੈਕਸ਼ਨ ਕਮਿਸ਼ਨ ਦੀ ਜ਼ਿੰਮੇਵਾਰੀ ਭਾਰਤ ਦੇ ਵਿੱਚ ਵੋਟਾਂ ਪਾਉਣ ਦੀ ਹੈ। ਭਾਰਤ ਦੇ ਵਿੱਚ ਵੋਟਾਂ ਦਾ ਕੰਸੈਪਟ ਜਿਹੜਾ ਹੈ ਉਹ 1947 ਤੋਂ ਬਾਅਦ ਸ਼ੁਰੂ ਹੋਇਆ। ਵੈਸੇ ਭਾਰਤ ਦੇ ਸੰਵਿਧਾਨ 'ਚ ਜੇ ਮੈਂ ਗੱਲ ਕਰਾਂ, ਆਜ਼ਾਦੀ ਤੋਂ ਪਹਿਲਾਂ ਅੰਗਰੇਜ਼ਾਂ ਨੇ 1919 ਦੇ ਐਕਟ ਦੇ ਨਾਲ, 1919 'ਚ ਅੰਗਰੇਜ਼ਾਂ ਨੇ ਇੱਕ ਐਕਟ ਪਾਸ ਕੀਤਾ, ਉਹਦੇ ਨਾਲ ਭਾਰਤ 'ਚ ਡਾਇਰੈਕਟ ਵੋਟਾਂ ਦਾ ਕੰਸੈਪਟ ਸ਼ੁਰੂ ਕਰਤਾ। ਪਰ ਆਜ਼ਾਦੀ ਤੋਂ ਬਾਅਦ 1947 ਤੋਂ ਬਾਅਦ ਭਾਰਤ ਦੇ ਵਿੱਚ ਸੰਵਿਧਾਨ 'ਚ ਜ਼ਿਕਰ ਹੋਇਆ ਕਿ ਦੇਅਰ ਸ਼ੈਲ ਬੀ ਇਲੈਕਸ਼ਨ ਕਮਿਸ਼ਨ। ਭਾਰਤ ਦੇ ਸੰਵਿਧਾਨ ਦੇ ਭਾਗ 15 'ਚ ਜ਼ਿਕਰ ਆ ਕਿ ਇੱਕ ਚੋਣ ਕਮਿਸ਼ਨ ਹੋਊਗਾ ਜਿਹੜਾ ਵੋਟਾਂ ਪਵਾਊਗਾ। ਭਾਰਤ ਦੇ ਵਿੱਚ ਜਿਹੜਾ ਚੋਣ ਕਮਿਸ਼ਨ ਆ, ਉਹਦੇ 'ਚ ਇੱਕ ਚੀਫ ਹੁੰਦਾ ਹੈ ਤੇ 2 ਚੇਅਰਮੈਨ ਹੁੰਦੇ ਆ। ਠੀਕ ਆ, ਤੁਸੀਂ ਮੈਨੂੰ ਸਰਚ ਕਰਕੇ ਦੱਸੋਗੇ ਕਿ ਭਾਰਤ ਦੇ ਹੁਣ ਦੇ ਚੀਫ ਇਲੈਕਸ਼ਨ ਕਮਿਸ਼ਨਰ ਕੌਣ ਨੇ ਤੇ ਉਹ ਕਿੰਨਵੇਂ ਇਲੈਕਸ਼ਨ ਕਮਿਸ਼ਨਰ ਨੇ। ਇੰਪੋਰਟੈਂਟ ਗੱਲ, ਭਾਰਤ ਦੇ ਪਹਿਲੇ ਇਲੈਕਸ਼ਨ ਕਮਿਸ਼ਨਰ ਦੀ ਚੋਣ 1950 'ਚ ਕੀਤੀ ਗਈ ਸੀ, ਜਦੋਂ ਸਾਡਾ ਸੰਵਿਧਾਨ ਬਣਿਆ ਸੀ। 25 ਜਨਵਰੀ 1950 ਨੂੰ ਸਾਡਾ ਇਲੈਕਸ਼ਨ ਕਮਿਸ਼ਨ ਬਣਦਾ ਹੈ ਤੇ ਸੂ ਕੁਮਾਰ ਸੇਨ ਭਾਰਤ ਦੇ ਪਹਿਲੇ ਚੋਣ ਕਮਿਸ਼ਨ ਬਣਦੇ ਆ। ਠੀਕ ਆ, ਤੇ ਤੁਹਾਡੀ ਜਾਣਕਾਰੀ ਲਈ ਦੱਸਦਾ, 1951 ਦੇ ਅਕਤੂਬਰ ਤੋਂ 1952 ਦੇ ਜਨਵਰੀ ਤੱਕ ਸਾਡੇ ਦੇਸ਼ 'ਚ ਪਹਿਲੀਆਂ ਵੋਟਾਂ ਪੈਂਦੀਆਂ ਤੇ ਇੱਕ ਮਿਸਟਰ ਨੇਗੀ ਸੀਗੇ ਹਿਮਾਚਲ ਪ੍ਰਦੇਸ਼ ਤੋਂ, ਉਹ ਭਾਰਤ ਦੇ ਪਹਿਲੇ ਵੋਟਰ ਬਣੇ। ਉਸ ਤੋਂ ਬਾਅਦ ਭਾਰਤ 'ਚ ਵੋਟਾਂ ਦਾ ਚੱਲਣ ਸ਼ੁਰੂ ਹੋਇਆ। ਠੀਕ ਆ, ਤੇ ਹੁਣ ਤੱਕ ਵੋਟਾਂ ਪੈਂਦੀਆਂ ਰਹੀਆਂ ਤੇ ਹਰ 5 ਸਾਲ ਬਾਅਦ ਵੋਟਾਂ ਪਾ ਕੇ ਅਸੀਂ ਨਵੀਂ ਲੋਕ ਸਭਾ ਚੁਣਦੇ ਹਾਂ। ਇਸ ਟਾਈਮ 2019 ਤੋਂ ਲੈ ਕੇ 24 ਤੱਕ ਸਾਡੀ ਜਿਹੜੀ ਲੋਕ ਸਭਾ ਚੱਲ ਰਹੀ ਆ, ਇਹ 17ਵੀਂ ਲੋਕ ਸਭਾ ਹੈ ਤੇ 2024 'ਚ ਭੰਗ ਹੋਊਗੀ। ਉਸ ਤੋਂ ਪਹਿਲਾਂ ਨਾ ਹੋ ਜੇ, ਇਹ ਮੋਦੀ ਜੀ ਦੱਸਣਗੇ। ਖੈਰ, ਇਹ ਦੱਸੋ, ਇਲੈਕਸ਼ਨ ਕਮਿਸ਼ਨ ਜਿਹੜਾ ਹੈ ਹੁਣ ਰੀਸੈਂਟਲੀ ਹੁਣ ਕਈ ਵੋਟਾਂ ਕੰਡਕਟ ਕਰਵਾ ਰਿਹਾ ਹੈ। ਭਾਰਤ ਦਾ ਚੀਫ ਇਲੈਕਸ਼ਨ ਕਮਿਸ਼ਨ ਕੌਣ ਆ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਤੇ ਉਹਦੇ ਨਾਲ 2 ਇਲੈਕਸ਼ਨ ਕਮਿਸ਼ਨਰਸ ਕਿਹੜੇ ਆ, ਇਹ ਵੀ। ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਫੈਕਚੁਅਲ ਜਾਣਕਾਰੀ ਮੈਂ ਤੁਹਾਨੂੰ ਦੇ ਦਾਂ। ਭਾਰਤ ਦੇ ਵਿੱਚ 1990 ਦੇ ਅਰਾਊਂਡ ਸ਼ਾਇਦ ਰੁਕਮਣੀ ਦੇਵੀ ਭਾਰਤ ਦੀ ਪਹਿਲੀ ਵੂਮੈਨ ਇਲੈਕਸ਼ਨ ਕਮਿਸ਼ਨਰ ਬਣੀ ਸੀ। ਸੋ ਇਹੋ ਜਿਹੇ ਫੈਕਟਸ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਸਚਿਨ ਤੰਦੂਲਕਰ ਬਾਰੇ ਦੱਸਿਆ ਕਿ ਉਹਨੇ ਕਿੰਨੀ ਕ੍ਰਿਕਟ ਖੇਡੀ ਆ, ਕਿਹੜੇ ਅਵਾਰਡ ਜਿੱਤੇ ਆ, ਤੇ ਮੈਂ ਇਹ ਦੱਸਦਾ, ਇਸ ਟਾਈਮ ਸਚਿਨ ਰਾਜ ਸਭਾ ਦੇ ਨੋਮੀਨੇਟਡ ਮੈਂਬਰ ਆ। ਜਿਨ੍ਹਾਂ ਨੇ ਮੇਰੇ ਤੋਂ ਪਾਰਲੀਮੈਂਟ ਦੇ ਪਹਿਲੇ ਲੈਕਚਰ ਲਾਏ ਹੋਏ ਆ, ਉਹਨਾਂ ਨੂੰ ਪਤਾ ਹੈ ਕਿ ਰਾਜ ਸਭਾ ਦੇ ਨੋਮੀਨੇਟਡ ਮੈਂਬਰ ਦਾ ਕੀ ਕੰਸੈਪਟ ਹੁੰਦਾ ਹੈ। ਆਹ ਨੋਟਸ ਜਿਹੜੇ ਆ ਤੁਹਾਡੇ ਗੂਗਲ ਡਰਾਈਵ ਦੇ ਵਿੱਚ ਸ਼ੇਅਰ ਹੋ ਜਾਣਗੇ ਤਾਂ ਤੁਸੀਂ ਉੱਥੋਂ ਆਸਾਨੀ ਨਾਲ ਇਹਨਾਂ ਨੂੰ ਕਵਰ ਕਰ ਸਕਦੇ ਹੋ। ਨੈਕਸਟ, ਉਸ ਤੋਂ ਬਾਅਦ ਆ ਗਿਆ ਨੀਲਕੰਠ ਮਿਸ਼ਰਾ ਨੂੰ UIDAI ਦੇ ਚੇਅਰਮੈਨ ਦੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ। ਬੜੀ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਵਟ ਇਜ਼ UIDAI।
ਅਸੀਂ ਆਪਣੇ ਭਾਰਤ 'ਚ ਆਧਾਰ ਕਾਰਡ ਬਣੇ ਦੇਖਦੇ ਹਾਂ। ਉਹ ਆਧਾਰ ਕਾਰਡ ਜਿਹੜੇ ਆ ਜਿਹੜੀ ਸੰਸਥਾ ਬਣਾਉਂਦੀ ਆ ਉਹਦਾ ਨਾਮ ਆ UIDAI, ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਲਿਮਟਿਡ। ਅਸਲ ਦੇ ਵਿੱਚ ਇਹ ਸੰਸਥਾ ਐਵੇਂ ਨਹੀਂ ਸੀ ਬਣ ਗਈ। ਇਹ ਸੰਸਥਾ ਪਹਿਲਾਂ ਕਾਂਗਰਸ ਵੇਲੇ ਬਣੀ ਸੀ। ਉਸ ਵੇਲੇ ਇਹਨੂੰ ਕਿਸੇ ਵੀ ਮਹਿਕਮੇ ਦੇ ਅੰਡਰ ਨਹੀਂ ਕੀਤਾ ਗਿਆ ਤੇ ਨਾ ਹੀ ਇਹਦੀ ਮਨਜ਼ੂਰੀ ਪਾਰਲੀਮੈਂਟ ਤੋਂ ਲਈ ਗਈ। ਵਕਤ ਬਦਲਿਆ, ਸਰਕਾਰ ਬਦਲੀ, 2014 'ਚ BJP ਆਈ। BJP ਨੇ ਇੱਕ ਐਕਟ ਪਾਸ ਕੀਤਾ, ਆਧਾਰ ਕਾਰਡ ਐਕਟ 2015 ਕਿ 16। ਉਸ ਆਧਾਰ ਬਿੱਲ ਦੇ ਤਹਿਤ ਇਸ ਸੰਸਥਾ ਨੂੰ ਸਟੈਚੂਟਰੀ ਦਰਜਾ ਮਿਲ ਗਿਆ। ਸਟੈਚੂਟਰੀ ਦਰਜੇ ਦਾ ਮਤਲਬ ਹੁੰਦਾ ਕਿ ਇੱਕ ਸੰਸਥਾ ਕਾਨੂੰਨ ਦੇ ਦੁਆਰਾ ਬਣ ਗਈ। ਪਾਰਲੀਮੈਂਟ 'ਚ ਬਕਾਇਦਾ ਐਕਟ ਪਾਸ ਕਰਾਇਆ ਗਿਆ ਤੇ ਐਕਟ ਪਾਸ ਕਰਾ ਕੇ ਇਸ ਸੰਸਥਾ ਨੂੰ ਇੱਕ ਸਟੈਚੂਟਰੀ ਦਰਜਾ ਮਿਲ ਗਿਆ ਤੇ ਇਹ ਸੰਸਥਾ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਦੇ ਅੰਡਰ ਆ ਗਈ। ਪੇਪਰ 'ਚ ਇਹ ਵੀ ਆਉਂਦਾ ਹੁੰਦਾ ਕਿ ਬਈ ਸਾਡੀ ਜਿਹੜੀ UIDAI ਹੈ ਕਿਹੜੇ ਮੰਤਰਾਲੇ ਦੇ ਅੰਡਰ ਕੰਮ ਕਰਦੀ ਹੈ। ਹੁਣ ਇਹ ਮਾਈਟੀ ਮਿਨਿਸਟਰੀ ਭਾਵ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦੇ ਅੰਡਰ ਕੰਮ ਕਰਦੀ ਹੈ ਤੇ ਇਹਨੂੰ ਚਲਾਉਣ ਵਾਸਤੇ ਇੱਕ ਚੇਅਰਪਰਸਨ ਹੁੰਦਾ ਹੈ ਜਿਹਦਾ ਕੰਮ ਪੂਰਾ ਆਧਾਰ ਕਾਰਡ ਦਾ ਸਿਸਟਮ ਦੇਖਣਾ ਹੈ ਤੇ ਬਣਾਉਣ ਦਾ ਹੈ। ਸੋ ਨੀਲਕੰਠ ਮਿਸ਼ਰਾ ਜਿਹੜੇ ਕਿ ਐਕਸਿਸ ਬੈਂਕ ਨਾਲ ਸੰਬੰਧਿਤ ਸੀਗੇ, ਉਹਨਾਂ ਨੂੰ ਇਹਦੇ ਚੇਅਰਮੈਨ ਦੇ ਤੌਰ ਤੇ BJP ਸਰਕਾਰ ਨੇ ਨਿਯੁਕਤ ਕਰ ਲਿਆ ਹੈ। ਕਰੰਟ ਅਫੇਅਰ ਸਮਝ ਆ ਗਿਆ? ਕੋਈ ਕਵੇ ਸਰ UIDAI ਬਾਰੇ ਨਹੀਂ ਪਤਾ ਲੱਗਾ। ਇਟ ਇਜ਼ ਅ ਸਟੈਚੂਟਰੀ ਬਾਡੀ। 2016 'ਚ ਬਣੀ ਸੀ ਪਰ ਬਣ ਤਾਂ 2009 'ਚ ਹੀ ਗਈ ਸੀ। ਉਦੋਂ ਇਹ ਸਟੈਚੂਟਰੀ ਨਹੀਂ ਸੀ। ਸਟੈਚੂਟਰੀ ਇਹਨੂੰ ਮੋਦੀ ਸਰਕਾਰ ਨੇ ਆ ਕੇ ਕਰਿਆ। ਇਹ ਇਸ ਟਾਈਮ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ, ਜਿਹਨੂੰ ਮਾਈਟੀ ਕਹਿ ਦਿੰਦੇ ਆ, ਉਹਦੇ ਅੰਡਰ ਕੰਮ ਕਰਦੀ ਆ। ਆਲਰੇਡੀ ਇਹ 2009 'ਚ ਬਣੀ ਸੀ ਤੇ ਉਦੋਂ ਇੱਕ ਪਲੈਨਿੰਗ ਕਮਿਸ਼ਨ ਹੁੰਦਾ ਸੀ, ਪਤਾ ਸਾਰਿਆਂ ਨੂੰ, ਯੋਜਨਾ ਆਯੋਗ। ਪਲੈਨਿੰਗ ਕਮਿਸ਼ਨ ਕਾਂਗਰਸ ਦੇ ਵੇਲੇ ਦੀ ਇੱਕ ਬੋਡੀ ਸੀ, ਉਹਦੇ ਅੰਡਰ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਰ ਆ ਕੇ ਨੀਤੀ ਆਯੋਗ ਕਰਤਾ, ਉਹਦਾ ਨਾਮ ਬਦਲ ਕੇ ਫਿਰ ਇਹ ਨੀਤੀ ਆਯੋਗ ਦੇ ਅੰਡਰ ਚਲੇਗੀ। ਫਿਰ ਇਹਨੂੰ ਵੱਖਰੀ ਇੱਕ ਮਿਨਿਸਟਰੀ ਦੇ ਅੰਡਰ ਹੀ ਕਰ ਦਿੱਤਾ ਗਿਆ 2016 'ਚ ਐਕਟ ਪਾਸ ਕਰਕੇ। ਸੋ ਜੇ ਕੋਈ ਕਵੇ ਸਰ ਆਹ ਚੀਜ਼ ਤਾਂ ਗਲਤ ਨਹੀਂ ਹੋਣੀ ਚਾਹੀਦੀ, ਇਨਫੋਸਿਸ ਨੇ ਵੂਮੈਨ ਟੈਨਿਸ ਚੈਂਪੀਅਨ ਆ ਈਗਾ ਸਵਾਸਤਿਕ, ਉਹਨਾਂ ਦੇ ਨਾਲ ਬ੍ਰਾਂਡ ਐਂਬੈਸਡਰ ਦੇ ਤੌਰ ਤੇ ਡੀਲ ਕੀਤੀ ਆ। ਯਾਦ ਰੱਖਿਓ ਅੱਜ ਕੱਲ੍ਹ ਇਹ ਖਬਰਾਂ 'ਚ ਆ। ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ, ਦੁਨੀਆ 'ਚ 4 ਗ੍ਰੈਂਡ ਸਲੈਮ ਖੇਡੇ ਜਾਂਦੇ ਆ। ਆਸਟ੍ਰੇਲੀਆ ਜਿਹੜਾ ਕਿ ਜਨਵਰੀ ਦੇ ਮਹੀਨੇ 'ਚ ਹੁੰਦਾ ਹੈ, ਉਸ ਤੋਂ ਬਾਅਦ ਫ੍ਰੈਂਚ ਤੋਂ ਬਾਅਦ ਆਈ ਥਿੰਕ US ਤੇ ਉਸ ਤੋਂ ਬਾਅਦ ਵਿੰਬਲਡਨ। ਜਿਹੜਾ ਪਹਿਲੇ ਵਾਲਾ ਗ੍ਰੈਂਡ ਸਲੈਮ ਆ, ਦੂਸਰਾ, ਤੀਸਰਾ ਤੇ ਚੌਥਾ, ਇਹਨਾਂ 'ਚ ਜਿਵੇਂ ਫ੍ਰੈਂਚ ਵਾਲਾ ਮੈਨੂੰ ਯਾਦ ਆ ਕਿ ਕਲੇ 'ਤੇ ਖੇਡਿਆ ਜਾਂਦਾ ਹੈ। ਆਈ ਥਿੰਕ ਪਹਿਲਾ ਤੇ ਜਿਹੜਾ ਲਾਸਟ ਵਾਲਾ ਉਹ ਹਾਰਡ ਗਰਾਊਂਡ 'ਤੇ, ਜਿਹੜਾ ਤੀਸਰੇ ਨੰਬਰ 'ਤੇ ਉਹ ਗਰਾਸ 'ਤੇ। ਕਨਫਰਮ ਤੁਸੀਂ ਕਰ ਲਿਓ। ਇਹ ਜਿਹੜੇ ਚਾਰੇ ਗ੍ਰੈਂਡ ਸਲੈਮ ਆ ਨਾ, ਇਹਨਾਂ 4 ਗ੍ਰੈਂਡ ਸਲੈਮਸ ਨੂੰ ਜਿੱਤਣ ਵਾਲੇ ਖਿਡਾਰੀਆਂ 'ਚ ਇੱਕ ਨਾਮ ਈਗਾ ਸਵਾਸਤਿਕ ਦਾ ਵੀ ਆ। ਜਿਹੜਾ ਰੀਸੈਂਟਲੀ ਹੁਣੇ ਹੋ ਕੇ ਹਟਿਆ, ਆਈ ਥਿੰਕ ਇਹ ਈਗਾ ਸਵਾਸਤਿਕ ਨੇ ਜਿੱਤਿਆ, ਫ੍ਰੈਂਚ ਵਾਲਾ ਜਿਹੜਾ ਹੈ, ਜਿੱਥੋਂ ਤੱਕ ਮੇਰੀ ਜਾਣਕਾਰੀ ਕਹਿੰਦੀ ਹੈ। ਸਹੀ ਵੀ ਹੋ ਸਕਦਾ, ਗਲਤ ਵੀ, ਬਟ ਹਾਂ ਪੋਲੈਂਡ ਦੀ ਲੇਡੀ ਹੈ ਤੇ ਇਹ ਕਾਫੀ ਗ੍ਰੈਂਡ ਸਲੈਮਸ ਦੇ ਵਿੱਚ ਇਹਦਾ ਨਾਮ ਆਉਂਦਾ ਹੈ। ਸਿੰਗਲਸ ਦੇ ਵਿੱਚ ਜਿਹੜੀਆਂ ਕੁੜੀਆਂ ਇਕੱਲੇ ਖੇਡਦੇ ਆ ਉਹਨਾਂ 'ਚ। ਸੋ 2-3 ਹੀ ਆ, ਡੋਜ਼ੋਵਿਕ, ਰਫਾਲ ਹੋ ਗਿਆ, ਇਹ ਹੋ ਗਈ ਈਗਾ ਸਵਾਸਤਿਕ ਹੋ ਗਈ, ਇੱਕ ਜਾਪਾਨ ਦੀ ਹੈ ਲੜਕੀ। ਇਹ 4-5 ਜਾਣੇ ਫਰੀਕੁਐਂਟ ਵਿਨਰਸ ਨੇ ਇਹਨਾਂ ਗ੍ਰੈਂਡ ਸਲੈਮਸ ਦੇ। ਜਿਹੜੇ ਗ੍ਰੈਂਡ ਸਲੈਮ ਹੁੰਦੇ ਆ, ਇਹ ਗ੍ਰੈਂਡ ਸਲੈਮ ਹੀ ਬਹੁਤ ਇੰਪੋਰਟੈਂਟ ਆ। 4 ਟੈਨਿਸ ਦੇ ਟੌਪ ਦੇ ਟੂਰਨਾਮੈਂਟ ਆ। ਕਿਹੜੇ ਗਰਾਊਂਡ 'ਤੇ ਖੇਡੇ ਜਾਂਦੇ ਆ, ਕਿਹੜੇ ਸਾਲ ਇਹ ਸ਼ੁਰੂ ਹੋਏ ਸੀ। ਮੈਂ ਕਿਸੇ ਨਾ ਕਿਸੇ ਕਰੰਟ ਅਫੇਅਰਸ ਦੇ ਵਿੱਚ, ਜੇ ਤੁਸੀਂ ਜੁਲਾਈ ਤੋਂ ਲਗਾਤਾਰ ਮੇਰੇ ਕਰੰਟ ਅਫੇਅਰ ਫੋਲੋ ਕਰ ਰਹੇ ਹੋ ਨਾ, ਤਾਂ ਇੱਕ 'ਚ ਮੈਂ ਬਕਾਇਦਾ ਟੇਬਲ ਬਣਾ ਕੇ ਪੜ੍ਹਾਏ ਵੀ ਹੋਇਆ ਤਾਂ ਯਾਦ ਵੀ ਕਰ ਲਿਓ। ਚਾਰੇ ਗ੍ਰੈਂਡ ਸਲੈਮਸ ਤੋਂ ਸਭ ਤੋਂ ਪੁਰਾਣਾ ਕਿਹੜਾ ਹੈ, ਕਿਹੜੇ ਗਰਾਊਂਡ 'ਤੇ, ਕਿਹੜੇ ਸ਼ਹਿਰ 'ਚ, ਕਿਹੜੇ ਦੇਸ਼ 'ਚ ਖੇਡੇ ਜਾਂਦੇ ਆ ਤੇ ਕਿਹੜੇ ਮਹੀਨਿਆਂ 'ਚ ਖੇਡੇ ਜਾਂਦੇ ਆ। ਜੇ ਤੁਸੀਂ 2023 'ਚ ਤਿਆਰੀ ਕਰ ਰਹੇ ਹੋ ਤਾਂ 23 ਵਾਲੇ ਦੇ ਵਿਨਰ ਕੌਣ ਆ, ਇਹ ਚੀਜ਼ਾਂ ਇੰਪੋਰਟੈਂਟ ਆ। ਸੋ ਈਗਾ ਸਵਾਸਤਿਕ ਨੂੰ ਇਨਫੋਸਿਸ ਨੇ ਆਪਣਾ ਬ੍ਰਾਂਡ ਐਂਬੈਸਡਰ ਨਿਯੁਕਤ ਕੀਤਾ ਹੈ। ਈਗਾ ਸਵਾਸਤਿਕ ਹੈ ਕੌਣ ਆ, ਪਤਾ ਹੋਣਾ ਚਾਹੀਦਾ ਸਾਰਿਆਂ ਨੂੰ। ਨੈਕਸਟ ਉਸ ਤੋਂ ਅੱਗੇ ਆ ਜਾਓ, 69th ਨੈਸ਼ਨਲ ਫਿਲਮ ਅਵਾਰਡਸ। ਹੁਣ ਸਭ ਤੋਂ ਇੰਪੋਰਟੈਂਟ ਗੱਲ ਦੇਖੋ, ਭਾਰਤ 'ਚ ਬੜੇ ਫਿਲਮ ਅਵਾਰਡ ਮਿਲਦੇ ਆ, ਸੋਨੀ ਦੇ, ਫਲਾਣੇ ਦੇ, ਢਮਕਾਣੇ ਦੇ, ਪਰ ਸਭ ਤੋਂ ਇੰਪੋਰਟੈਂਟ ਹੁੰਦੇ ਆ ਨੈਸ਼ਨਲ ਫਿਲਮ ਅਵਾਰਡਸ, ਜਿਹਨੂੰ ਭਾਰਤ ਸਰਕਾਰ ਦਿੰਦੀ ਆ। ਭਾਰਤ ਸਰਕਾਰ ਦੇ ਅੰਦਰ ਇੱਕ ਮਿਨਿਸਟਰੀ ਕੰਮ ਕਰਦੀ ਆ, ਮਿਨਿਸਟਰੀ ਆਫ IT ਇਨਫੋਰਮੇਸ਼ਨ ਟੈਕਨੋਲੋਜੀ, ਉਹਦੇ ਅੰਦਰ ਪ੍ਰਸਾਰ ਭਾਰਤੀ ਕੰਮ ਕਰਦੀ ਆ। ਉਹਨਾਂ ਦੀ ਜ਼ਿੰਮੇਵਾਰੀ ਆ ਇਹ ਸਾਰੇ ਅਵਾਰਡਸ ਨੂੰ ਦੇਖਣ ਦੀ। ਪ੍ਰਸਾਰ ਭਾਰਤੀ ਹੀ ਆ ਜਿਹੜੀ ਰਿਸਪੌਂਸੀਬਲ ਆ ਭਾਰਤ 'ਚ ਦੂਰਦਰਸ਼ਨ ਤੇ ਆਕਾਸ਼ਵਾਣੀ ਨੂੰ ਚਲਾਉਣ ਵਾਸਤੇ। ਇਹ ਅਵਾਰਡਸ 1954 'ਚ ਸ਼ੁਰੂ ਹੋਏ ਸੀਗੇ। 1954 ਦੇ ਵਿੱਚ ਇਹਨਾਂ ਨੂੰ ਸਟੇਟ ਅਵਾਰਡਸ ਦੇ ਤੌਰ 'ਤੇ ਸ਼ੁਰੂ ਕੀਤਾ ਸੀ। ਤੇ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਹ ਅਵਾਰਡ ਭਾਰਤ 'ਚ ਨਾ ਅਕਸਰ ਪੋਲੀਟੀਕਲ ਉਹਦਾ ਸ਼ਿਕਾਰ ਹੋ ਜਾਂਦੇ ਆ, ਕਹਿ ਲਓ ਕਿ ਇਨਫਲੂਐਂਸ ਦਾ। ਜਿਹੜੀ ਸੱਤਾਧਾਰੀ ਸਰਕਾਰ ਹੁੰਦੀ ਆ ਉਹ ਆਪਣੀ ਹੀ ਸੋਚ ਦੀਆਂ ਫਿਲਮਾਂ ਨੂੰ, ਹੁਣ ਜਿਵੇਂ ਇਸ ਸਰਕਾਰ ਨੂੰ ਕਸ਼ਮੀਰ ਫਾਈਲਸ ਬਹੁਤ ਪਸੰਦ ਆਈ, ਇਸ ਸਰਕਾਰ ਨੂੰ ਜਿਹੜੀ ਹੁਣ ਸ਼ਾਹਰੁਖ ਖਾਨ ਦੀ ਕੋਈ ਮੂਵੀ ਆਈ ਹੈ ਉਹ ਨਹੀਂ ਪਸੰਦ। ਤਾਂ ਜਿਹੜੀਆਂ ਮੂਵੀਜ਼ ਤੁਹਾਨੂੰ ਨਹੀਂ ਪਸੰਦ, ਉਹ ਭਾਵੇਂ ਜਿੰਨੀਆਂ ਮਰਜ਼ੀ ਅਲਟੀਮੇਟ ਆ, ਤੁਸੀਂ ਉਹਨਾਂ 'ਚ ਨੈਸ਼ਨਲ ਅਵਾਰਡ ਨਹੀਂ ਦਿਓਗੇ। ਸੋ ਸਰਕਾਰੀ ਪ੍ਰਭਾਵ 'ਚ ਹੋਣ ਕਰਕੇ ਇਹ ਅਵਾਰਡ ਜਿਹੜੇ ਆ, ਜਦੋਂ ਕਾਂਗਰਸ ਦੀ ਸਰਕਾਰ ਹੁੰਦੀ ਸੀ ਤਾਂ ਅਨੁਪਮ ਖੇਰ ਜਿਹੜੇ ਕਿ ਬਹੁਤ ਐਕਸਪੀਰੀਅੰਸਡ ਐਕਟਰ ਸੀ, ਉਹਨਾਂ ਨੂੰ ਕਦੇ ਵੀ ਅਵਾਰਡ ਨਹੀਂ ਸੀ ਮਿਲਦਾ।
ਬੀਜੇਪੀ 'ਚ ਉਹਨਾਂ ਨੂੰ ਅਵਾਰਡ ਇੰਨੇ ਮਿਲ ਗਿਆ ਕਿ ਕੋਈ ਛੱਡਿਆ ਨਹੀਂ ਅਵਾਰਡ। ਇਹੋ ਜਿਹੀ ਜਗ੍ਹਾ 'ਤੇ ਕੰਗਣਾ ਰਣੌਤ ਨੂੰ ਇਹੋ ਜਿਹੀਆਂ ਫਿਲਮਾਂ ਵਾਸਤੇ, ਕੰਗਣਾ ਰਣੌਤ ਐਡੀ ਚੰਗੀ ਐਕਟਰੈਸ ਸੀ, ਬੀਜੇਪੀ ਦੇ ਆਉਣ ਤੋਂ ਬਾਅਦ ਜਦੋਂ ਅਵਾਰਡ ਮਿਲਣ ਲੱਗ ਪਏ ਉਹਦੀ ਐਕਟਿੰਗ ਗਈ ਉਹਦੇ ਹੱਥੋਂ। ਸੋ ਅਸਲ ਦੇ ਵਿੱਚ ਕਲਾਕਾਰ 'ਚੋਂ ਕਲਾਕਾਰ ਤਾਂ ਮਾਰ ਦਿੰਦੀਆਂ ਸਰਕਾਰਾਂ ਜਦੋਂ ਉਹ ਕਲਾਕਾਰ ਇਹਨਾਂ ਦੇ ਅੜਿੱਕੇ ਚੜ੍ਹ ਜਾਂਦੇ ਆ। ਪਰੇਸ਼ ਰਾਵਲ ਦੀ ਐਕਟਿੰਗ ਨੂੰ ਕਦੀ ਖਾਰਜ ਥੋੜ੍ਹਾ ਕਰ ਸਕਦੇ ਸੀ, ਬਟ ਜਦੋਂ ਦੀ ਪੋਲੀਟੀਕਲ ਇੰਟਰਫੇਰੈਂਸ ਹੋਈ ਆ, ਸਿਆਸਤ 'ਚ ਆ ਜਾਂਦੇ ਹੋ, ਤਾਂ ਸਭ ਤੋਂ ਪਹਿਲਾਂ ਕਲਾਕਾਰ 'ਚੋਂ ਕਾਰ ਨਹੀਂ ਕਲਾ ਜਾਂਦੀ ਆ, ਠੀਕ ਆ। ਤਾਂ ਖੈਰ ਕਾਰਾਂ ਤਾਂ ਸਰਕਾਰਾਂ ਆਰਾਮ ਨਾਲ ਦੇ ਹੀ ਦਿੰਦੀਆਂ। ਮਸਲਾ ਇਹ ਆ ਕਿ ਇਸ ਵਾਰ ਦੇ ਜਿਹੜੇ ਅਵਾਰਡ ਆ ਇਹਨਾਂ ਨੂੰ ਇਹ 69th ਅਵਾਰਡ ਆ ਦਿੱਤੇ ਜਾਣੇ ਆ, ਅਨਾਊਂਸਮੈਂਟ ਹੋ ਗਈ ਆ। ਤੇ ਇਹਦੇ 'ਚ ਜਿਹੜੀ ਮੂਵੀ ਨੂੰ ਬੈਸਟ ਮੂਵੀ ਦਾ ਅਵਾਰਡ ਅੱਲੂ ਅਰਜਨ ਜਿਹੜੇ ਆ ਉਹਨਾਂ ਨੂੰ ਬੈਸਟ ਐਕਟਰ ਦਾ ਅਵਾਰਡ ਮਿਲਿਆ, ਠੀਕ ਆ। ਤੇ ਬੈਸਟ ਮੂਵੀ ਸੀ ਪੁਸ਼ਪਾ, ਜਿਹਦੇ ਵਾਸਤੇ ਜਿਹਨੂੰ ਡਾਇਰੈਕਟ ਕੀਤਾ ਸੂ ਕੁਮਾਰ ਨੇ, ਇਹ ਆਲੀਆ ਭੱਟ ਤੇ ਕ੍ਰਿਤੀ ਸਨੋਨਨ ਇਹਨਾਂ ਦੀ ਮੂਵੀ ਸੀਗੀ ਸ਼ਾਇਦ ਇੱਕ ਗੰਗੂਬਾਈ ਕਾਠਿਆਵਾੜੀ, ਜਿਹਦੇ 'ਚ ਇਹਨਾਂ ਨੇ ਕੋਈ ਮੁੰਬਈ ਦੇ ਇੱਕ ਜਿਹੜੇ ਰੈੱਡ ਅਲਰਟ ਏਰੀਏ 'ਚ ਰਹਿਣ ਵਾਲੀ ਲੇਡੀ ਦਾ ਰੋਲ ਕੀਤਾ ਸੀਗਾ। ਤੇ ਇੱਕ ਮਿਮੀ ਨੂੰ ਉਹਨਾਂ ਕਿਰਤੀ ਸੋਨੀ ਨੂੰ ਮਿਮੀ ਦੇ ਕਿਰਦਾਰ ਵਾਸਤੇ। ਇਹ ਤਾਂ ਦੇਖੋ ਹੁਣ ਤੁਸੀਂ ਆਪ ਹੀ ਯਾਦ ਕਰਨਾ, ਇਹਦੇ 'ਚ ਆਪਣੇ ਕਰਾਉਣ ਵਾਲਾ ਕੁਛ ਜ਼ਿਆਦਾ ਨਹੀਂਗਾ। ਹਾਂ, ਬੈਸਟ ਫੀਚਰ ਫਿਲਮ, ਜਿਹੜੀ ਫਿਲਮ ਨੂੰ ਲੋਕਾਂ ਨੇ ਹੁੰਗਾਰਾ ਦਿੱਤਾ ਹੈ, ਜ਼ਰੂਰੀ ਨਹੀਂ ਕਿ ਉਹ 'ਚ ਕਲਾ ਜਾਂ ਬੈਸਟ ਹੋਵੇ, ਪਰ ਬੈਸਟ ਫੀਚਰ ਫਿਲਮ ਦਾ ਮਤਲਬ ਆ ਕਿ ਜਿਹੜੀਆਂ ਨੋਰਮਲ ਫਿਲਮਾਂ ਆਪਣੇ 70 mm ਦੇ ਪਰਦੇ 'ਤੇ ਲੱਗਦੀਆਂ, ਉਹਨਾਂ 'ਚੋਂ ਕਿਹੜੀ ਅਵਾਰਡ ਲਈ ਆ। ਬੈਸਟ ਡਾਇਰੈਕਟਰ, ਕਿਹੜਾ ਡਾਇਰੈਕਟਰ ਆ ਤੇ ਕਿਹੜੀ ਮੂਵੀ ਆ, ਮਰਾਠੀ ਮੂਵੀ ਸੀ ਆਈ ਥਿੰਕ। ਜਿਹੜੀ ਇੰਟਰਟੇਨਮੈਂਟ ਵਾਸਤੇ ਬੈਸਟ ਅਵਾਰਡ ਫਿਲਮ ਦਾ ਅਵਾਰਡ ਮਿਲਿਆ RRR ਨੂੰ, ਤੇ ਇਹ ਆਸਕਰਸ ਦੇ ਵਿੱਚ ਵੀ ਕਾਫੀ। ਤੇ ਨਰਗਿਸ ਦੱਤ ਫॉर ਨੈਸ਼ਨਲ ਇੰਟੀਗ੍ਰੇਸ਼ਨ ਕਸ਼ਮੀਰ ਫਾਈਲਸ, ਜਿਹੜੀ ਕਿ ਇਸ ਸਰਕਾਰ ਦੀ ਰਡਾਰ 'ਤੇ ਸੀ। ਇਹਦੇ 'ਚ ਇਸ ਮੂਵੀ ਦੇ ਵਿੱਚ ਕਸ਼ਮੀਰੀ ਪੰਡਤਾਂ ਦਾ ਜੋ ਦੁੱਖ ਤਕਲੀਫਾਂ ਸੀਗੀਆਂ ਜ਼ਰੂਰ ਦੱਸੀਆਂ ਗਈਆਂ। ਵਿਰੋਧੀਆਂ ਨੂੰ ਇਤਰਾਜ਼ ਇਹ ਸੀ ਕਿ ਜੋ ਮੁਸਲਿਮਸ ਨਾਲ ਹੋਇਆ ਉਹਨੂੰ ਅੱਖੋਂ ਓਲੇ ਕਰ ਦਿੱਤਾ ਗਿਆ। ਖੈਰ, ਜੇ ਕਿਸੇ ਦਾ ਦੁੱਖ ਦੱਸਣ ਲੱਗੇ ਕਿਸੇ ਦੂਜੇ ਵਾਸਤੇ ਗੜਬੜ ਹੋ, ਇਹ ਤਾਂ ਹੁੰਦਾ ਹੀ ਰਹਿੰਦਾ ਹੈ। ਪੰਕਜ ਤ੍ਰਿਪਾਠੀ ਤੇ ਮਿਮੀ ਨੂੰ ਬੈਸਟ ਸਪੋਰਟਿੰਗ ਐਕਟਰ, ਬੈਸਟ ਹਿੰਦੀ ਫਿਲਮ ਦਾ ਅਵਾਰਡ ਮਿਲਿਆ ਸਰਦਾਰ ਉਦਮ ਨੂੰ, ਤੇ ਸਪੈਸ਼ਲ ਜੂਰੀ ਅਵਾਰਡ ਜਿਹੜਾ ਹੈ ਉਹ ਆ ਦੋ ਜਣਿਆਂ ਨੂੰ। ਸੋ ਇਹ ਅਵਾਰਡਸ ਬਾਰੇ ਮੇਨ ਫੈਕਟ ਇਹੀ ਆ ਕਿ 1954 'ਚ ਜਦੋਂ ਇਹ ਸਟਾਰਟ ਹੋਏ ਸੀ ਤਾਂ ਇਹਨਾਂ ਨੂੰ ਸਟੇਟ ਅਵਾਰਡਸ ਕਿਹਾ ਜਾਂਦਾ ਸੀਗਾ। ਉਦੋਂ ਜਸਟ ਇਹ ਬੈਸਟ ਫਿਲਮ ਤੇ ਬੈਸਟ ਫਿਲਮ ਇਨ ਰੀਜਨਲ ਲੈਂਗੁਏਜਿਸ ਵਾਸਤੇ ਮਿਲਦੇ ਸੀ। ਹੁਣ ਕੱਲੀਆਂ ਬੈਸਟ ਮੂਵੀ ਜਾਂ ਬੈਸਟ ਰੀਜਨਲ ਫਿਲਮ ਵਾਸਤੇ ਨਹੀਂ, ਸਪੋਰਟਿੰਗ ਐਕਟਰ ਕਿਹੜੇ ਆ, ਨਾਲ ਹੋਰ ਫੀਚਰ ਫਿਲਮਸ ਕਿਹੜੀਆਂ ਨੇ, ਬੈਸਟ ਡਾਇਰੈਕਟਰ ਕਿਹੜਾ ਏ, ਬੈਸਟ ਸਪੋਰਟਿੰਗ ਐਕਟਰ ਕਿਹੜਾ, ਹੁਣ ਸਭ ਕੁਝ ਮਿਲਦਾ ਹੈ। ਪਹਿਲਾਂ ਸਿਰਫ ਇਹ ਬੈਸਟ ਫਿਲਮ ਤੇ ਬੈਸਟ ਫਿਲਮ ਇਨ ਰੀਜਨਲ ਲੈਂਗੁਏਜ, ਬਸ ਇੱਥੋਂ ਤੱਕ ਇਹਨੂੰ ਸੀਮਿਤ ਕਰ ਦਿੱਤਾ ਜਾਂਦਾ ਸੀਗਾ। ਖੈਰ, ਨੈਕਸਟ PM ਮੋਦੀ ਪਹਿਲੇ ਫੋਰਨ ਹੈੱਡ ਆਫ ਗੌਰਮੈਂਟ ਬਣੇ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਨਰਿੰਦਰ ਮੋਦੀ ਗ੍ਰੀਸ ਗਏ ਸੀ, ਸੋ ਉੱਥੋਂ ਦੀ ਸਰਕਾਰ ਨੇ ਇਹਨਾਂ ਨੂੰ ਦਾ ਗ੍ਰੈਂਡ ਕ੍ਰਾਸ ਆਫ ਦੀ ਆਰਡਰ ਆਫ ਆਨਰ ਅਵਾਰਡ ਨਾਲ ਨਵਾਜਿਆ ਹੈ। ਜਦੋਂ ਵੀ ਕੋਈ ਇੱਕ ਹੈੱਡ ਆਫ ਸਟੇਟ ਦੂਜੇ ਦੇਸ਼ 'ਚ ਜਾਂਦਾ ਹੈ ਤੇ ਉੱਥੋਂ ਦਾ ਕਈ ਵਾਰੀ ਹਾਈਐਸਟ ਫੋਰਨਰਸ ਨੂੰ ਦਿੱਤਾ ਜਾਣ ਵਾਲਾ ਸਿਵਿਲੀਅਨ ਅਵਾਰਡ ਸਾਡੇ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਪ੍ਰਧਾਨ ਮੰਤਰੀ ਨੂੰ ਦੇ ਦਿੱਤਾ ਜਾਂਦਾ ਹੈ। ਸੋ ਪੇਪਰ 'ਚ ਐਵੇਂ ਦੇ ਸਵਾਲ ਪੱਕੇ ਬਣਦੇ ਆ ਕਿ ਦਾ ਗ੍ਰੈਂਡ ਕ੍ਰਾਸ ਆਫ ਆਰਡਰ ਆਫ ਆਨਰ ਅਵਾਰਡ ਜੋ ਰੀਸੈਂਟਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਹੈ, ਇਹ ਕਿਹੜੇ ਦੇਸ਼ ਦੁਆਰਾ ਦਿੱਤਾ ਗਿਆ ਹੈ? ਇਜਿਪਟ ਦੁਆਰਾ ਦਿੱਤਾ ਗਿਆ ਹੈ, ਬ੍ਰਾਜ਼ੀਲ ਦੁਆਰਾ ਦਿੱਤਾ ਗਿਆ ਹੈ, ਗ੍ਰੀਸ ਦੁਆਰਾ ਦਿੱਤਾ ਗਿਆ ਹੈ ਕਿ UK ਦੁਆਰਾ ਦਿੱਤਾ ਗਿਆ? ਸੋ ਸਾਨੂੰ ਐਵੇਂ ਦੇ ਸਵਾਲਾਂ 'ਚ ਸਪਸ਼ਟ ਰਹਿ ਜਾਣਾ ਚਾਹੀਦਾ ਹੈ ਕਿ ਇਹਦੇ 'ਚ ਸਿੱਧਾ ਰੱਟਾ ਆਊਗਾ ਤੇ ਸਾਨੂੰ ਪਤਾ ਹੋਣਾ ਚਾਹੀਦਾ ਹੈ। ਨੈਕਸਟ ਇਸ ਤੋਂ ਬਾਅਦ ਅੱਗੇ ਆ ਗਿਆ ਕਿ ਭਾਰਤ ਦੇ ਇੱਕ ਸਟੈਟਿਸਟੀਕਲ ਸਾਇੰਟਿਸਟ CR ਰਾਓ, ਰੀਸੈਂਟਲੀ ਉਹਨਾਂ ਦੀ ਡੈਥ ਹੋ ਗਈ, ਇਸ ਕਰਕੇ ਇਹਨਾਂ ਨੂੰ ਮਿਲਣ ਵਾਲਾ ਜਿਹੜਾ ਅਵਾਰਡ ਸੀ ਨਾ ਉਹ ਸੀ ਇੰਟਰਨੈਸ਼ਨਲ ਪ੍ਰਾਈਜ਼ ਇਨ ਸਟੈਟਿਸਟਿਕਸ 2023। ਇੰਟਰਨੈਸ਼ਨਲ ਪ੍ਰਾਈਜ਼ ਇਨ ਸਟੈਟਿਸਟਿਕਸ 2023 ਨੂੰ ਸਟੈਟਿਸਟਿਕਸ ਦੀ ਫੀਲਡ ਦਾ, ਅੰਕ ਗਣਿਤ ਦੀ ਫੀਲਡ ਦਾ ਨੋਬਲ ਪ੍ਰਾਈਜ਼ ਕਿਹਾ ਜਾਂਦਾ ਹੈ। ਸੋ ਉਹ ਵਿਨਰ ਸੀਗੇ CR ਰਾਓ। ਸੋ ਭਾਰਤ ਦੇ ਬਹੁਤ ਮਸ਼ਹੂਰ ਅੰਕ ਗਣਿਤ ਵਿਗਿਆਨਿਕ ਸੀ। ਇੰਡੀਅਨ ਸਟੈਟਿਸਟੀਕਲ ਇੰਸਟੀਟਿਊਟ ਕਲਕੱਤਾ 'ਚ ਜਿਹੜਾ ਉਹਦੇ ਨਾਲ ਜੁੜੇ ਹੋਏ ਸੀ। ਤੇ ਜੇ ਕੋਈ ਮੈਨੂੰ ਪੁੱਛੇ ਨਾ ਇੰਡੀਅਨ ਸਟੈਟਿਸਟੀਕਲ ਇੰਸਟੀਟਿਊਟ ਹੈ ਕੀ ਆ, ਭਾਰਤ ਦੇ ਵਿੱਚ ਇੱਕ ਅਜਿਹਾ ਅਦਾਰਾ ਹੈ ਜਿਹੜਾ ਸਟੈਟਿਸਟਿਕਸ ਦੀ ਪੜ੍ਹਾਈ ਪੜ੍ਹਾਉਣ 'ਚ ਸਭ ਤੋਂ ਟੌਪ ਲੈਵਲ 'ਤੇ ਆ। ਤੇ ਭਾਰਤ ਦੇ ਵਿੱਚ ਜਿਹੜੇ ਟੌਪ ਦੇ ਸਕੂਲ ਆ ਉਹਨਾਂ ਨੂੰ ਇੰਸਟੀਟਿਊਟ ਆਫ ਨੈਸ਼ਨਲ ਇੰਪੋਰਟੈਂਸ ਕਿਹਾ ਜਾਂਦਾ ਹੈ। ਉਹ ਇੰਸਟੀਟਿਊਟ ਆਫ ਨੈਸ਼ਨਲ ਇੰਪੋਰਟੈਂਸ ਦੇ ਵਿੱਚ ਵੀ ਦਰਜ ਆ। 1931 'ਚ ਬਣਿਆ ਸੀ ਤੇ ਬਣਾਇਆ ਸੀ ਭਾਰਤ ਦੇ ਵਿੱਚ ਉਸ ਸ਼ਖਸ ਨੇ ਜਿਹਨੂੰ ਸਟੈਟਿਸਟਿਕਸ ਦਾ, ਅੰਕ ਗਣਿਤ ਦਾ ਪਿਤਾਮਾ ਕਿਹਾ ਜਾਂਦਾ ਹੈ, PC ਮਹਾਲਾਨੋਬਿਸ। PC ਮਹਾਲਾਨੋਬਿਸ ਇਜ਼ ਕਾਲਡ ਫਾਦਰ ਆਫ ਸਟੈਟਿਸਟਿਕਸ ਇਨ ਇੰਡੀਆ। ਤੇ ਤੁਹਾਡੀ ਜਾਣਕਾਰੀ ਲਈ ਦੱਸਦਾ, 29 ਜੂਨ ਨੂੰ ਉਹਨਾਂ ਦਾ ਬਰਥਡੇ ਹੁੰਦਾ ਹੈ ਤੇ ਅਸੀਂ ਉਹਨੂੰ ਨੈਸ਼ਨਲ ਸਟੈਟਿਸਟੀਕਲ ਡੇ ਦੇ ਤੌਰ 'ਤੇ ਮਨਾਉਂਦੇ ਹਾਂ, ਕਿਉਂਕਿ ਅਸਲ 'ਚ ਕਰੰਟ ਅਫੇਅਰਸ ਨਾਲ ਰਿਲੇਟਡ ਜੋ ਸਟੈਟਿਕ ਜਾਣਕਾਰੀ ਹੈ ਨਾ, ਜਿੰਨੀ ਸੁਣ ਗਏ ਉਨੀ ਯਾਦ ਰਹੂਗੀ। ਇੱਕ ਵਾਰ ਹੁਣ ਸੁਣ ਲਿਆ, ਇੱਕ ਵਾਰੀ ਲੈਕਚਰ ਘਰੇ ਜਾ ਕੇ ਸੁਣ ਲਿਆ, ਇਹੀ ਉਹ ਜਾਣਕਾਰੀ ਆ ਜਿਹੜੀ ਤੁਹਾਡੇ ਦਿਮਾਗ 'ਚ ਫਿੱਟ ਹੋ ਗਈ। ਨਹੀਂ ਤਾਂ ਇਹ ਚੀਜ਼ਾਂ ਪਤਾ ਕੀ ਆ
ਕਿਸੇ ਟੌਪਿਕ 'ਚ ਆਉਂਦੀਆਂ ਨਹੀਂ, ਕਿਸੇ ਸਿਲੇਬਸ 'ਚ ਆਉਂਦੀਆਂ ਨਹੀਂ, ਕਿਸੇ ਸਬਜੈਕਟ 'ਚ ਨਹੀਂ ਆਉਂਦੀਆਂ, ਤੁਹਾਡੀਆਂ ਰਹਿ ਜਾਂਦੀਆਂ। ਖੈਰ ਅੱਗੇ ਆ ਜਾਓ। ਸੋ ਆਪਾਂ ਨੂੰ ਇਹ ਵੀ ਪਤਾ ਲੱਗ ਗਿਆ। ਨੈਕਸਟ, ਲਦਾਖ ਦੇ ਵਿੱਚ ਇੰਡੀਆ ਦੀ ਦੁਨੀਆ ਦੀ ਸਭ ਤੋਂ ਹਾਈਐਸਟ ਮੋਟੇਬਲ ਸੜਕ ਬਣ ਰਹੀ ਹੈ। ਇਹਦੇ 'ਚ ਇੱਕ ਕਿੱਸਾ ਸੁਣੋ। ਕਹਿੰਦੇ ਭਾਰਤ 'ਚ ਇੱਕ ਸੰਸਥਾ ਹੈ BRO, ਬਾਰਡਰ ਰੋਡ ਆਰਗੇਨਾਈਜੇਸ਼ਨ। ਸੁਣਿਆ ਹੋਣਾ ਕਿ ਭਾਰਤ 'ਚ ਸੜਕਾਂ ਦਾ ਕੰਮ ਇੱਕ ਸੰਸਥਾ ਕੋਲ ਆਪਣੀਆਂ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ NHAI, ਤੇ ਇਹੀ ਸਾਡੇ ਦੇਸ਼ 'ਚ ਐਕਸਪ੍ਰੈਸਵੇ ਬਣਾਉਂਦੇ ਆ। ਸਟੇਟਾਂ ਦੇ PWDs ਸਟੇਟ ਲੈਵਲ ਦੀਆਂ ਸੜਕਾਂ ਮੇਨਟੇਨ ਕਰਦੇ ਆ, ਤੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੈਸ਼ਨਲ ਲੈਵਲ ਦੀਆਂ। ਬਟ ਬਾਰਡਰ ਏਰੀਆਜ਼ ਦੀਆਂ ਸੜਕਾਂ ਉਹ ਨਹੀਂ ਬਣਾਉਂਦੇ। ਬਾਰਡਰ ਏਰੀਆ ਦੀਆਂ ਸੜਕਾਂ ਬਣਾਉਂਦੀ ਹੈ BRO ਬੇਸਿਕਲੀ ਬਾਰਡਰ ਰੋਡ ਆਰਗੇਨਾਈਜੇਸ਼ਨ, ਜਿਸ ਦਾ ਸੰਬੰਧ ਟਰਾਂਸਪੋਰਟ ਮੰਤਰਾਲੇ ਨਾਲ ਤਾਂ ਹੈ ਨਹੀਂ। ਇਸ ਦਾ ਸੰਬੰਧ ਹੈਗਾ ਏ ਸਾਡੀ ਡਿਫੈਂਸ ਮਿਨਿਸਟਰੀ ਨਾਲ, ਕਿਉਂਕਿ ਬਾਰਡਰ ਨਾਲ ਸੰਬੰਧਿਤ ਸੜਕਾਂ ਇਹ ਬਣਾਉਂਦੇ ਆ। ਤੇ ਸੁਣਨ 'ਚ ਆਇਆ ਹੈ ਕਿ ਲਦਾਖ ਦੇ ਵਿੱਚ ਇਹ ਸਭ ਤੋਂ ਉੱਚੀ ਸੜਕ ਬਣਾਉਣ ਜਾ ਰਹੇ ਆ। ਇਹਨੂੰ ਕਹਿਣਗੇ ਲਿਕਾਰੋ ਮਿਗਲਾ ਫੂਕੇ ਰੋਡ। ਪਰ ਇਸ ਤੋਂ ਪਹਿਲਾਂ ਸਭ ਤੋਂ ਹਾਈਐਸਟ ਮੋਟਰੇਬਲ ਰੋਡ ਕਿੱਥੇ ਆ? ਇਸ ਤੋਂ ਪਹਿਲਾਂ ਵੀ ਦੁਨੀਆ ਦੀ ਹਾਈਐਸਟ ਵਰਲਡ ਰੋਡ ਆ ਜਿਹੜੀ, ਉਹ ਇਸ ਤੋਂ ਪਹਿਲਾਂ ਹੈਗੀ ਆ ਉਮਲਿੰਗਾ ਲਾ। ਇਹ ਵੀ ਭਾਰਤ ਦੇ ਵਿੱਚ ਹੀ ਆ। ਸੋ ਸਭ ਤੋਂ ਇੰਪੋਰਟੈਂਟ ਗੱਲ ਆ ਕਿ ਇਹ ਆਲਰੇਡੀ ਲਦਾਖ 'ਚ ਆ, ਜਿਹੜੀ ਕਿ 19,000 ਫੁੱਟ ਦੀ ਉਚਾਈ ਤੇ ਆ, ਤੇ 52 ਕਿਲੋਮੀਟਰ ਲੰਮੀ ਸੜਕ ਆ, ਜਿਹੜੀ ਚਾਈਨਾ ਦੇ ਨਾਲ ਜਿਹੜਾ ਭਾਰਤ ਦਾ ਏਰੀਆ ਨਾ ਸਕਾਈ ਚੀਨ, ਜਿੱਥੇ ਚਾਈਨਾ ਦਾ ਕਬਜ਼ਾ ਹੈ, ਉੱਥੇ ਸਾਡੀ ਇੱਕ ਰੇਖਾ ਹੈ, ਸਾਡੀ ਇੱਕ ਲਾਈਨ ਹੈ LAC, ਲਾਈਨ ਆਫ ਐਕਚੁਅਲ ਕੰਟਰੋਲ, ਉੱਥੋਂ ਤੱਕ ਜਾਂਦੀ ਆ ਉਮਲਿੰਗਾ ਲਾ। ਪਹਿਲਾਂ ਵੀ ਸਾਡੀ ਹੀ ਹਾਈਐਸਟ ਮੋਟਰੇਬਲ ਰੋਡ ਆ, ਤੇ ਹੁਣ ਵੀ ਇੱਕ ਨਵੀਂ ਸਾਡੇ ਲਦਾਖ 'ਚ ਹੀ ਬਣਨ ਜਾ ਰਹੀ ਹੈ। ਤੇ ਤੁਹਾਡੀ ਜਾਣਕਾਰੀ ਲਈ ਦੱਸਦਾ ਕਿ BRO 1960 'ਚ ਬਣਿਆ ਸੀਗਾ, ਠੀਕ ਆ, ਤਾਂ ਕਿ ਬਾਰਡਰ ਏਰੀਆਜ਼ ਦੇ ਵਿੱਚ ਸੜਕਾਂ ਬਣਾਈਆਂ ਜਾਣ। ਜਦੋਂ ਇਹ ਬਣਿਆ ਸੀ ਉਸ ਟਾਈਮ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ ਦੇ ਅੰਡਰ ਸੀ, ਪਰ ਇਹਦੇ ਸਾਰੇ ਪ੍ਰੋਜੈਕਟ ਡਿਫੈਂਸ ਮਿਨਿਸਟਰੀ ਦੇ ਹੁੰਦੇ ਸੀ। ਇਸ ਕਰਕੇ ਬਾਅਦ 'ਚ ਇਹਨੂੰ ਲੇਟਰ ਔਨ ਇਹਨੂੰ ਸ਼ਿਫਟ ਕਰ ਦਿੱਤਾ ਗਿਆ ਮਿਨਿਸਟਰੀ ਆਫ ਡਿਫੈਂਸ ਦੇ ਅੰਡਰ। ਬਾਰਡਰ ਰੋਡ ਆਰਗੇਨਾਈਜੇਸ਼ਨ ਨਾਲ ਰਿਲੇਟਡ ਕੋਈ ਸਵਾਲ ਪੇਪਰ 'ਚ ਆ ਜਾਏ ਤਾਂ ਉਲਝ ਨਾ ਜਾਇਓ। ਆ ਜਾਓ ਅੱਗੇ। ਨੈਕਸਟ ਅਗਲਾ ਕਰੰਟ ਅਫੇਅਰ ਆ ਗਿਆ ਕਿ ਇੰਡੀਆ ਨੇ ਆਪਣੀ ਹਾਈਡਰੋਜਨ ਫਿਊਲ ਨਾਲ ਚੱਲਣ ਵਾਲੀ ਬੱਸ, ਹਾਈਡਰੋਜਨ ਫਿਊਲ ਆਉਣ ਵਾਲੀ ਸਦੀ ਦਾ ਬੜਾ ਮਸ਼ਹੂਰ ਫਿਊਲ ਆ, ਰੀਨਿਊਏਬਲ ਐਨਰਜੀ ਹੈ, ਨਵੀਨਯੋਗ ਊਰਜਾ। ਮਤਲਬ ਇਹਨੂੰ ਪੈਦਾ ਕਰਨ ਦੇ ਵਿੱਚ ਕਹਿੰਦੇ ਬਹੁਤ ਘੱਟ ਕਾਰਬਨ ਡਾਈਆਕਸਾਈਡ ਦੀ ਖਪਤ ਹੁੰਦੀ ਹੈ। ਸੋ ਭਾਰਤ ਆਪਣੀ ਹਾਈਡਰੋਜਨ ਫਿਊਲ ਤੋਂ ਚੱਲਣ ਵਾਲੀਆਂ ਬੱਸਾਂ ਦੀ ਸਰਵਿਸ ਲੇਹ 'ਚ ਸ਼ੁਰੂ ਕਰਨ ਜਾ ਰਿਹਾ ਹੈ, ਤੇ ਇਹ ਬੱਸਾਂ ਦੀ ਸਰਵਿਸ ਸ਼ੁਰੂ ਕਰੂਗੀ ਆਪਣੀ NHAI। ਸੋ ਇਹ ਕਰੰਟ ਅਫੇਅਰ ਸੀਗਾ, ਸੌਰੀ NTPC, ਠੀਕ ਆ। ਉਹਨਾਂ ਨੇ ਇਹ ਬੱਸਾਂ ਜਿਹੜੀਆਂ ਨੇ ਇਹ ਸ਼ੁਰੂ ਕਰਨੀਆਂ ਹੈ NTPC ਵਾਲਿਆਂ ਨੇ। ਸੋ ਮੋਸਟ ਇੰਪੋਰਟੈਂਟ ਆ। ਖੈਰ ਨੈਕਸਟ ਅੱਗੇ ਆ ਗਿਆ ਗੁਹਾਟੀ ਏਅਰਪੋਰਟ, ਭਾਰਤ ਦਾ ਪਹਿਲਾ ਨਾਰਥ ਈਸਟ ਏਅਰਪੋਰਟ ਆ। ਜਦੋਂ ਵੀ ਤੁਸੀਂ ਏਅਰਪੋਰਟ ਤੇ ਜਾਂਦੇ ਹੋ ਨਾ, ਤੇ ਡੀਜੀ ਯਾਤਰਾ ਨਾਮ ਦੀ ਜੇ ਐਪ ਤੁਹਾਡੇ ਕੋਲ ਇੰਸਟਾਲਡ ਆ, ਤੇ ਤੁਹਾਨੂੰ ਨਾ ਬੜੇ ਜਗ੍ਹਾ ਤੋਂ ਸੌਖੇ ਹੀ ਲੰਘਣ ਦਿੱਤਾ ਜਾਂਦਾ ਹੈ। ਤੁਹਾਡੀ ਜਿਹੜੀ ਪੇਪਰਲੈਸ ਵੈਰੀਫਿਕੇਸ਼ਨ ਆ ਉਹ ਹੋ ਜਾਂਦੀ ਆ, ਤੁਹਾਨੂੰ ਆਪਣੇ ਡਾਕੂਮੈਂਟਸ ਕੱਢ ਕੇ ਦਿਖਾਉਣੇ ਨਹੀਂ ਪੈਂਦੇ। ਇਹ ਫੈਸਿਲਿਟੀ ਦਿੱਲੀ ਤੇ ਇਸ ਤੋਂ ਬਾਅਦ ਵਿਸ਼ਾਖਾਪਟਨਮ ਤੇ ਕੁਝ ਕੁ ਏਅਰਪੋਰਟਸ ਦੇ ਅਵੇਲੇਬਲ ਆ ਹਜੇ। ਕੋਚੀ ਏਅਰਪੋਰਟ ਹੋ ਗਿਆ, ਵੱਡੇ ਵੱਡੇ ਏਅਰਪੋਰਟਸ ਤੇ ਬੰਬਈ ਏਅਰਪੋਰਟ ਹੋ ਗਿਆ। ਅਜੇ ਛੋਟੇ ਏਅਰਪੋਰਟਸ ਤੱਕ ਇਹ ਫੈਸਿਲਿਟੀ ਨਹੀਂ ਗਈ। ਸੋ ਇਹ ਡੀਜੀ ਯਾਤਰਾ ਇੱਕ ਐਪ ਆ, ਜਿਹਨੂੰ ਇੱਕ ਪ੍ਰਾਈਵੇਟ ਸਰਕਾਰੀ ਕੰਪਨੀ ਆ, ਜਿਹੜੀ ਕੰਪਨੀ ਐਕਟ ਦੇ ਤਹਿਤ ਬਣੀ ਆ, ਭਾਰਤ ਸਰਕਾਰ ਦੀ ਹੀ ਕੰਪਨੀ ਆ, ਉਹਨਾਂ ਦੁਆਰਾ ਚਲਾਇਆ ਗਿਆ। ਤੇ ਇਹ ਐਪ ਹੁਣ ਇੱਕ ਨਵੇਂ ਏਅਰਪੋਰਟ ਤੇ, ਜਿਹੜਾ ਕਿ ਨਾਰਥ ਈਸਟ ਦਾ ਪਹਿਲਾ ਏਅਰਪੋਰਟ ਹੋਣ ਜਾ ਰਿਹਾ, ਉਹਦੇ ਤੇ ਇਹ ਐਪ ਜਿਹੜੀ ਆ ਆਪਣੀਆਂ ਸਰਵਿਸਿਜ਼ ਦਊਗੀ। ਤੇ ਉਹ ਏਅਰਪੋਰਟ ਕਿਹੜਾ ਹੈ? ਗੁਹਾਟੀ ਏਅਰਪੋਰਟ, ਅਸਾਮ। ਜੇ ਕੋਈ ਮੈਨੂੰ ਪੁੱਛੇ ਕਿ ਵਾਟ ਇਜ਼ ਡੀਜੀ ਯਾਤਰਾ, ਬੇਸਿਕਲੀ ਇਹ ਇੱਕ ਜੁਆਇੰਟ ਵੈਂਚਰ ਕੰਪਨੀ ਆ, ਜਿਹਨੂੰ 2013 ਦੇ ਕੰਪਨੀ ਐਕਟ ਦੇ ਥੱਲੇ ਬਣਾਇਆ ਗਿਆ। ਤੇ ਜੇ ਕੋਈ ਮੈਨੂੰ ਪੁੱਛੇ ਕਿ ਇਹ ਬਣਾਈ ਕਿਹਨਾਂ ਨੇ ਆ, ਸਾਡੇ ਦੇਸ਼ 'ਚ ਏਅਰਪੋਰਟ ਅਥਾਰਟੀ ਆਫ ਇੰਡੀਆ, ਜਿਹੜੀ ਸਾਰੇ ਏਅਰਪੋਰਟਸ ਦੀ ਨਿਗਰਾਨੀ ਰੱਖਦੀ, ਉਹਨਾਂ ਨੇ, ਤੇ ਕਈ ਏਅਰਪੋਰਟਸ ਦੀਆਂ ਅਥਾਰਟੀਜ਼ ਨੇ ਮਿਲ ਕੇ ਪੈਸਾ ਲਾਇਆ ਇਹਦੇ 'ਚ। ਸੋ ਇਹ ਫਿਲਹਾਲ ਆ ਦੇਖ ਲਓ, ਏਅਰਪੋਰਟ ਅਥਾਰਟੀ ਆਫ ਇੰਡੀਆ, ਬੰਗਲੌਰ ਏਅਰਪੋਰਟ, ਦਿੱਲੀ ਏਅਰਪੋਰਟ, ਵੱਡੇ ਵੱਡੇ ਏਅਰਪੋਰਟਸ ਨੇ ਇਹਦੇ 'ਤੇ ਪੈਸਾ ਲਾਇਆ ਹੈ ਤਾਂ ਕਿ ਸਾਡਾ ਖਰਚਾ ਬਚ ਸਕੇ, ਠੀਕ ਆ। ਸੋ ਜੇ ਕੋਈ ਹੋਰ ਏਅਰਪੋਰਟ ਲਊਗਾ ਤੇ ਉਹ ਤੋਂ ਪੈਸੇ ਲਏ ਜਾਣਗੇ। ਅਸਾਮ ਉਹ ਸਟੇਟ ਆ ਜਿਨ੍ਹਾਂ ਨੇ 1 ਲੀਟਰ ਤੋਂ ਥੱਲੜੀਆਂ ਪਾਣੀ ਦੀਆਂ ਬੋਤਲਾਂ ਤੇ ਪਲਾਸਟਿਕ ਬੋਤਲਾਂ ਤੇ ਬੈਨ ਲਾਤਾ ਹੈ। ਵਜ੍ਹਾ ਸਿੰਗਲ ਯੂਜ਼ ਪਲਾਸਟਿਕ, SUP ਜਿਹਨੂੰ ਆਪਾਂ ਕਹਿ ਦਿੰਦੇ। ਤੁਹਾਨੂੰ ਸ਼ਾਇਦ ਪਤਾ ਹੋਵੇ ਕਿ ਸਿੰਗਲ ਯੂਜ਼ ਪਲਾਸਟਿਕ ਉਹ ਪਲਾਸਟਿਕ ਹੁੰਦਾ ਹੈ ਜਿਹਨੂੰ ਇੱਕ ਵਾਰ ਪੀ ਕੇ ਜਾਂ ਪਾਣੀ ਪੀ ਕੇ ਉਸ ਬੋਤਲ ਨੂੰ ਆਪਾਂ ਥਰੋ ਕਰ ਦਿੰਦੇ ਹਾਂ। ਸੋ ਇਸ ਤਰੀਕੇ ਦੀਆਂ 1 ਲੀਟਰ ਤੋਂ ਥੱਲੜੀਆਂ ਸਾਰੀਆਂ ਬੋਤਲਾਂ ਤੇ ਬੈਨ ਕਰਨ ਵਾਲੀ ਜਿਹੜੀ ਰੀਸੈਂਟ ਸਟੇਟ ਆ, ਦੈਟ ਇਜ਼ ਅਸਾਮ। ਅੱਗੇ ਆ ਗਿਆ ਪਹਿਲਾ ABDM ਮਾਈਕਰੋਸਾਈਟ ਅੰਡਰ 100 ਮਾਈਕਰੋਸਾਈਟਸ ਪ੍ਰੋਜੈਕਟ ਜਿਹੜਾ ਹੈ ਉਹ NHA ਨੇ ਲਾਂਚ ਕੀਤਾ ਹੈ ਏਜ਼ਵਾਲ 'ਚ। ਹੁਣ ਸਭ ਤੋਂ ਵੱਡੀ ਗੱਲ ਇਹ ਆ, ਕਹਾਣੀ ਸਮਝੋ ਕੀ ਆ। ਭਾਰਤ 'ਚ ਨਾ ਨੈਸ਼ਨਲ ਹੈਲਥ ਅਥਾਰਟੀ ਕੀ ਆ, ਇੱਕ ਨਾ ਆਪਣੀ ਸਕੀਮ ਚੱਲਦੀ ਇੰਸ਼ੋਰੈਂਸ ਦੀ, ਅੰਸ਼ੁਮਾਨ ਭਾਰਤ। ਇਹਦੇ 'ਚ ਕੀ ਆ, ਲੋਕਾਂ ਦਾ ਇੰਸ਼ੋਰੈਂਸ ਕੀਤਾ ਜਾਂਦਾ ਹੈ ਤਾਂ ਕਿ ਲੋਕ ਜਿਹੜੇ ਆ ਉਹ ਇਲਾਜ ਜਿਹੜਾ ਸਰਕਾਰੀ ਹਸਪੀਟਲਸ 'ਚੋਂ ਫ੍ਰੀ ਕਰਾ ਸਕਣ।
ਇਹ ਇੱਕ ਇੰਸ਼ੋਰੈਂਸ ਸਕੀਮ ਆ। ਇਹਦੇ ਤਹਿਤ ਅਸੀਂ ਕੀ ਚਾਹੁੰਦੇ ਆ ਕਿ ਸਾਡੇ ਛੋਟੇ ਛੋਟੇ ਜਿਹੜੇ PHC ਆ ਨਾ, ਹੁਣ ਤੁਸੀਂ ਕਹੋਗੇ ਸਰ ਵਟ ਇਜ਼ PHC, ਪ੍ਰਾਇਮਰੀ ਹੈਲਥ ਸੈਂਟਰ, ਜਿਹੜੀ ਮੁੱਦਰੇ ਸਿਹਤ ਕੇਂਦਰ ਹੁੰਦੇ ਆ ਸਾਡੇ, ਬਿਲਕੁਲ ਪਿੰਡਾਂ ਦੀਆਂ ਡਿਸਪੈਂਸਰੀਆਂ ਕਹਿ ਦਿਓ ਜਿਨ੍ਹਾਂ ਨੂੰ, ਜਾਂ ਸੈਕੰਡਰੀ ਹੈਲਥ ਸੈਂਟਰ, ਜਿਹੜੇ ਸਾਡੇ ਸਬ ਡਿਵੀਜ਼ਨਾਂ ਦੇ ਵਿੱਚ ਛੋਟੇ ਛੋਟੇ ਹਸਪੀਟਲ ਹੁੰਦੇ ਆ ਸਰਕਾਰੀ, ਉਹਨਾਂ ਸਭ ਨੂੰ ਕਿਉਂ ਨਾ ਇੱਕੋ ਡਿਜੀਟਲ ਟੈਕਨੋਲੋਜੀ ਨਾਲ ਲਿੰਕ ਕਰ ਲਿਆ ਜਾਵੇ। ਤੇ ਸਪੋਜ਼ ਕਰੋ ਕਿਸੇ ਬੰਦੇ ਦਾ ਕਿਤੇ ਇਲਾਜ ਹੋ ਰਿਹਾ ਹੈ, ਪਤਾ ਲੱਗ ਜੇ ਕਿ ਇੱਕ ਇੱਥੇ ਬੰਦਾ ਆਇਆ ਹੈ, ਉਹਦੇ 'ਚ ਆਹ ਬਿਮਾਰੀ ਡਾਇਗਨੋਜ਼ ਹੋਈ ਆ, ਇਹਦਾ PHC 'ਚ ਮੁੱਢਲੇ ਕੇਂਦਰ 'ਚ ਇਲਾਜ ਨਹੀਂ ਹੋਊਗਾ, ਡਿਸਪੈਂਸਰੀ 'ਚ, ਸੈਕੰਡਰੀ 'ਚ ਜਾਂ ਟਰਸ਼ਰੀ 'ਚ। ਇਹਦੇ ਨਾਲ ਕੀ ਹੋਊਗਾ, ਹਰ ਬੰਦਾ ਜਿਹੜਾ ਛੋਟੀ ਜਿਹੀ ਬਿਮਾਰੀ ਨਾਲ ਪੀੜਤ ਆ, ਇਹ ਨਾ ਹੋਵੇ ਕਿ ਸਿੱਧਾ ਵੱਡੇ ਹਸਪਤਾਲ ਪਹੁੰਚ ਜੇ, ਕਿਉਂਕਿ ਉਹਦੇ ਨਾਲ ਵੱਡੇ ਹਸਪਤਾਲ 'ਤੇ ਵੀ ਲੋਡ ਵਧੂਗਾ। ਤੇ ਇਹ ਨਾ ਹੋਵੇ ਕਿ ਕਿਸੇ ਬੰਦੇ ਦੀ ਬਿਮਾਰੀ ਵੱਡੀ ਆ ਤੇ ਉਹ ਕਿਸੇ ਛੋਟੇ ਹਸਪਤਾਲ 'ਚ ਰਹਿ ਕੇ ਹੀ ਨੁਕਸਾਨ ਕਰਾ ਲੇ, ਕਿਉਂਕਿ ਉਹਦੀ ਬਿਮਾਰੀ ਵੱਡੀ ਆ। ਸੋ ਇਹ ਗੰਭੀਰ ਪ੍ਰੋਬਲਮ ਆ ਗਈ ਨਾ। ਸੋ ਇਸ ਤਰੀਕੇ ਦੀਆਂ ਸਮੱਸਿਆਵਾਂ ਨੂੰ ਪਤਾ ਕਰਨ ਵਾਸਤੇ ਤੁਹਾਡੇ ਸਾਰੇ ਹੈਲਥ ਸੈਂਟਰ ਜਿਹੜੇ ਆ ਉਹ ਡਿਜੀਟਲੀ ਕਨੈਕਟ ਹੋਣੇ ਚਾਹੀਦੇ ਆ। ਸਟੋਰੀ ਸਮਝ ਆ ਗਈ? ਬਸ ਇਹੀ ਕੀਤਾ ਹੈ। ਇਸ ਪ੍ਰੋਜੈਕਟ ਨੂੰ ਚਲਾ ਰਹੀ ਹੈ ਨੈਸ਼ਨਲ ਹੈਲਥ ਅਥਾਰਟੀ, ਤੇ ਸਭ ਤੋਂ ਪਹਿਲਾਂ ਮਿਜ਼ੋਰਮ ਦੀ ਰਾਜਧਾਨੀ ਕਿਹੜੀ ਆ, ਏਜ਼ਵਾਲ, ਉੱਥੇ ਪ੍ਰੋਜੈਕਟ ਲਾਂਚ ਕੀਤਾ ਜਾ ਰਿਹਾ ਹੈ। ਤੇ ਇਸ ਪ੍ਰੋਜੈਕਟ ਦਾ ਨਾਮ ਆ ਆਯੁਸ਼ਮਾਨ ਭਾਰਤ, ਜਿਹਦੇ ਨਾਮ ਤੇ ਆਲਰੇਡੀ ਪਹਿਲਾਂ ਇੰਸ਼ੋਰੈਂਸ ਸਕੀਮ ਚੱਲ ਰਹੀ ਆ, ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ, ਜਿਹੜਾ ਕਿ ਬੇਸਿਕਲੀ ਇੱਕ 100 ਮਾਈਕਰੋਸਾਈਟਸ ਪ੍ਰੋਜੈਕਟ ਆ, ਜਿਹੜਾ ਕਿ ਛੋਟੀਆਂ 100 ਡਿਸਪੈਂਸਰੀਜ਼ ਨੂੰ ਜੋੜ ਕੇ ਉਹਨਾਂ ਦਾ ਕੇਂਦਰੀਕਰਨ ਕਰੂਗਾ, ਤਾਂ ਕਿ ਉਹਨਾਂ ਦੀ ਸਾਰਿਆਂ ਦੀ ਆਪਸ 'ਚ ਕਨੈਕਟੀਵਿਟੀ ਹੋਵੇ ਤੇ ਪਤਾ ਹੋਵੇ ਕਿ ਕਿੱਥੇ ਕਿਹੜਾ ਮਰੀਜ਼ ਆਇਆ ਹੈ ਤੇ ਉਸ ਮਰੀਜ਼ ਨੂੰ ਕੀ ਪ੍ਰੋਬਲਮ ਆ, ਕਿ ਉਹ PHC 'ਚ ਕਿ ਸੈਕੰਡਰੀ ਕਿ ਟਰਸ਼ਰੀ, ਕਿਹੜੇ ਪ੍ਰਕਾਰ ਦੇ ਹਸਪੀਟਲ 'ਚ ਉਹਨੂੰ ਜਾਣਾ ਚਾਹੀਦਾ ਹੈ। ਤੇ ਜੇ ਪੇਪਰ 'ਚ ਆ ਜਾਏ ਕਿ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਕੀ ਆ, ਤਾਂ ਉਹ ਇਹ ਆ ਕਿ ਪ੍ਰਾਇਮਰੀ ਹੈਲਥ ਸੈਂਟਰ ਤੇ ਛੋਟੇ ਹਸਪਤਾਲਾਂ ਦੀ ਆਪਸ 'ਚ ਡਿਜੀਟਲ ਕਨੈਕਟੀਵਿਟੀ। ਸ਼ੁਰੂ ਕਿੱਥੇ ਹੋਇਆ ਹੈ? ਮਿਜ਼ੋਰਮ। ਤੇ ਮਿਜ਼ੋਰਮ 'ਚ ਵੀ ਕਿੱਥੇ? ਏਜ਼ਵਾਲ ਜ਼ਿਲ੍ਹਾ। ਏਜ਼ਵਾਲ ਕੀ ਆ? ਉੱਥੋਂ ਦਾ ਜ਼ਿਲ੍ਹਾ ਵੀ ਆ ਤੇ ਰਾਜਧਾਨੀ ਵੀ ਆ। ਖੈਰ ਆ ਜਾਓ ਨੈਕਸਟ ਅਗਲਾ ਇੰਪੋਰਟੈਂਟ ਪੁਆਇੰਟ, ਧੌਲਪੁਰ ਕਰੂਲੀ ਰਾਜਸਥਾਨ ਦਾ 5ਵਾਂ ਟਾਈਗਰ ਰਿਜ਼ਰਵ। ਮੋਸਟ ਇੰਪੋਰਟੈਂਟ ਗੱਲ ਦੇਖੋ, ਟਾਈਗਰ ਰਿਜ਼ਰਵ ਕੀ ਹੁੰਦੇ ਆ? ਤੁਸੀਂ ਸੁਣਿਆ ਭਾਰਤ 'ਚ ਜੰਗਲ ਬਹੁਤ ਆ, ਵੈਸੇ ਇੰਨਾ ਵੀ ਨਹੀਂਗਾ, 23% ਆ। ਭਾਰਤ ਦੇ ਉਹ ਜੰਗਲ ਜਿੱਥੇ ਟਾਈਗਰਸ ਰਹਿੰਦੇ ਆ, ਉਹਨਾਂ ਨੂੰ ਭਾਰਤ ਸਰਕਾਰ ਟਾਈਗਰ ਰਿਜ਼ਰਵ ਡਿਕਲੇਅਰ ਕਰ ਦਿੰਦੀ ਹੈ। ਵਟ ਇਜ਼ ਕਨਸੈਪਟ ਆਫ ਟਾਈਗਰ ਰਿਜ਼ਰਵ? ਭਾਰਤ ਦੇ ਵਿੱਚ ਨਾ ਟਾਈਗਰਸ ਨੂੰ ਬਚਾਉਣ ਦਾ ਪ੍ਰੋਜੈਕਟ 1973 'ਚ ਚੱਲਿਆ ਸੀ। ਟਾਈਗਰ ਉਦੋਂ ਬਣਿਆ ਸੀਗਾ ਪ੍ਰੋਜੈਕਟ ਟਾਈਗਰ 1973 'ਚ, ਤਾਂ ਕਿ ਟਾਈਗਰਸ ਬਚਾਏ ਜਾਣ। ਪਰ ਸੱਚੀ ਦੱਸਾਂ ਗੱਲ ਨਹੀਂ ਬਣੀ। 2000 ਉਦੋਂ ਭਾਰਤ ਨੇ ਜਿਹੜੇ ਜੰਗਲਾਂ 'ਚ ਟਾਈਗਰਸ ਰਹਿੰਦੇ ਸੀ ਉਹਨਾਂ ਨੂੰ ਟਾਈਗਰ ਰਿਜ਼ਰਵ ਕਹਿਣਾ ਸ਼ੁਰੂ ਕਰਤਾ। ਵਕਤ ਬਦਲਿਆ, 2006 ਤੱਕ ਆਉਂਦੇ ਭਾਰਤ 'ਚ ਟਾਈਗਰਸ ਦੀ ਗਿਣਤੀ ਘਟਣ ਲੱਗ ਪਈ। ਫਿਰ ਭਾਰਤ ਸਰਕਾਰ ਅਵੇਅਰ ਹੋਈ ਤੇ ਇੱਕ ਅਥਾਰਟੀ ਬਣਾਈ ਗਈ, ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ। ਉਹਨੂੰ ਕਿਹਾ ਗਿਆ ਕਿ ਟਾਈਗਰ ਰਿਜ਼ਰਵਸ ਦੀ ਜ਼ਿੰਮੇਵਾਰੀ ਤੇਰੀ ਆ ਹੁਣ, ਜਿਹੜੀ ਪਹਿਲਾਂ ਤਾਂ ਗੱਲ ਬਣੀ ਨਹੀਂ। ਸੋ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ, ਜਿਹਦਾ ਕਿ ਚੇਅਰਮੈਨ ਸਾਡੇ ਦੇਸ਼ ਦਾ ਇਨਵਾਇਰਨਮੈਂਟ ਮਿਨਿਸਟਰ ਹੁੰਦਾ ਹੈ, ਇਸ ਸਵਾਲ ਪੇਪਰ 'ਚ ਪੁੱਛਿਆ ਜਾਂਦਾ ਹੈ। ਸੋ ਉਹਨੇ ਟਾਈਗਰ ਰਿਜ਼ਰਵਸ ਦੀ ਜ਼ਿੰਮੇਵਾਰੀ ਆਪ ਲਈ। ਇਸ ਤੋਂ ਬਾਅਦ ਭਾਰਤ 'ਚ ਟਾਈਗਰ ਰਿਜ਼ਰਵਸ ਜਿਹੜੇ ਆ ਉਹਨਾਂ ਦੀ ਸਖਤੀ ਕੀਤੀ ਗਈ ਤੇ ਲਗਾਤਾਰ ਇਹਨਾਂ ਦੀ ਗਿਣਤੀ ਵਧਾਈ ਗਈ। ਇਸ ਟਾਈਮ ਜੇ ਕੋਈ ਮੈਨੂੰ ਪੁੱਛੇ ਕਿ ਭਾਰਤ 'ਚ ਕਿੰਨੇ ਟਾਈਗਰ ਰਿਜ਼ਰਵ ਆ, ਤਾਂ ਤੁਸੀਂ ਕਹੋਗੇ ਸਰ ਕਰੰਟ ਅਫੇਅਰਸ ਦੇ ਹਿਸਾਬ ਨਾਲ ਦੇਖਿਆ ਜਾਵੇ ਭਾਰਤ ਦਾ ਪਹਿਲਾ ਟਾਈਗਰ ਰਿਜ਼ਰਵ ਜਿਹੜਾ ਸੀ ਜਿਮ ਕਾਰਬਟ ਨੈਸ਼ਨਲ ਪਾਰਕ ਸੀਗਾ, ਜਿਹੜਾ ਕਿ ਉੱਥੇ ਆਇਆ UP ਉੱਤਰਾਖੰਡ 'ਚ, ਹੁਣ ਸ਼ਾਇਦ ਉੱਤਰਾਖੰਡ 'ਚ ਆ ਜਿਮ ਕਾਰਬਟ ਨੈਸ਼ਨਲ ਪਾਰਕ, 1973 'ਚ ਹੀ ਬਣਾਤਾ ਸੀ। ਉਸ ਤੋਂ ਬਾਅਦ ਲਗਾਤਾਰ ਚੱਲਦੇ ਹੁਣ ਭਾਰਤ 'ਚ ਇਸ ਟਾਈਮ 54 ਟਾਈਗਰ ਰਿਜ਼ਰਵ ਨੇ। ਤੇ ਜੇ ਕੋਈ ਪੁੱਛੇ 54ਵਾਂ ਟਾਈਗਰ ਰਿਜ਼ਰਵ ਕਿਹੜੀ ਸਟੇਟ 'ਚ ਬਣਿਆ, ਤਾਂ ਤੁਸੀਂ ਰੱਟਾ ਮਾਰ ਲਿਓ, ਧੌਲਪੁਰ ਕਰੋਲੀ ਰਾਜਸਥਾਨ 'ਚ ਬਣਿਆ ਸਾਡਾ 54ਵਾਂ ਟਾਈਗਰ ਰਿਜ਼ਰਵ। ਇਸ ਤੋਂ ਪਹਿਲਾਂ ਗੁਰੂ ਗੜੀਦਾਸ, ਇਹ ਸੀ ਸਾਡਾ 53ਵਾਂ ਟਾਈਗਰ ਰਿਜ਼ਰਵ। ਉਸ ਤੋਂ ਪਹਿਲਾਂ ਰਾਮਗੜ੍ਹ ਸੈਂਚਰੀ, ਇਹ ਸੀ ਸਾਡਾ 52ਵਾਂ ਟਾਈਗਰ ਰਿਜ਼ਰਵ। ਉਸ ਤੋਂ ਪਹਿਲਾਂ ਸੀ ਸਿਲੀਪਥੂਰ, ਇਹ ਹੈਗਾ ਤਾਮਿਲਨਾਡੂ 'ਚ, ਇਹ ਆ ਸਾਡਾ 51ਵਾਂ ਟਾਈਗਰ ਰਿਜ਼ਰਵ। ਜੇ ਕੋਈ ਮੈਨੂੰ ਪੁੱਛੇ ਕਿ 51, 52, 53 ਤੇ 54, ਜੇ ਕੋਈ ਮੈਨੂੰ ਪੁੱਛੇ ਕਿ 51, 52, 53 ਤੇ 54, ਸੋ ਇਹ 4 ਟਾਈਗਰ ਰਿਜ਼ਰਵ ਜਿਹੜੇ ਆ ਉਹ ਭਾਰਤ 'ਚ ਨੇ। ਠੀਕ ਆ, ਜਿਹੜੇ 50 ਤੋਂ ਬਾਅਦ ਵਾਲੀ ਗਿਣਤੀ ਦੇ ਆ, ਰੱਟਾ ਮਾਰ ਲੋਗੇ ਨਾ। ਕਈ ਵਾਰੀ ਕੀ ਹੁੰਦਾ, ਪੇਪਰ ਪਾਉਣ ਵਾਲਾ ਬੜਾ ਔਖਾ ਸਵਾਲ ਪਾਉਂਦਾ ਹੈ, 4 ਟਾਈਗਰ ਰਿਜ਼ਰਵ ਦੇ ਕੇ 4 ਸਟੇਟਾਂ ਮੈਚ ਕਰੋ। ਬੰਦਾ ਸੋਚਦਾ ਇੰਨੇ ਕਿਵੇਂ ਯਾਦ ਕਰਾਂਗੇ ਯਾਰ, ਸਾਰੇ ਨਾਲ ਯਾਦ ਕਰੋ। 51ਵਾਂ, 52ਵਾਂ, 53ਵਾਂ ਤੇ 54ਵਾਂ ਤੇ ਯਾਦ ਕਰ ਲਓ ਨਾ, ਕਿ ਬਈ ਲੇਟੈਸਟ ਬਣੇ ਹੋਏ 4 ਤਾਂ ਰਟੇ ਹੋਣੇ ਚਾਹੀਦੇ ਆ। ਚਾਰੇ ਟਾਈਗਰ ਰਿਜ਼ਰਵ ਦੱਸਦੇ, ਕੁਝ ਨਹੀਂ ਆਪਣੇ ਵੱਲੋਂ ਸਰਚ ਕਰਨਾ। ਪ੍ਰੋਜੈਕਟ ਟਾਈਗਰ ਕਿਹੜੀ ਮਿਨਿਸਟਰੀ ਦੇ ਅੰਡਰ ਆ ਤੇ ਕਿਹੜੇ ਨੈਸ਼ਨਲ ਪਾਰਕ ਤੋਂ ਸ਼ੁਰੂ ਹੋਇਆ ਸੀ ਤੇ ਪਹਿਲਾ ਟਾਈਗਰ ਰਿਜ਼ਰਵ ਕਿਹੜਾ ਬਣਿਆ। ਤੇ ਟਾਈਗਰ ਰਿਜ਼ਰਵ ਪ੍ਰੋਜੈਕਟ ਟਾਈਗਰ ਨੂੰ ਚਲਾਉਣ ਵਾਲੀ ਅਥਾਰਟੀ ਕਿਹੜੀ ਆ, ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ। ਖੁਦ ਕਦੋਂ ਬਣੀ ਆ? 2006 'ਚ। ਤੇ ਕੌਣ ਇਹਦਾ ਮੁਖੀ ਹੁੰਦਾ ਹੈ? ਇਨਵਾਇਰਨਮੈਂਟ ਮਿਨਿਸਟਰ। ਦੱਸੋ ਜੀ ਕਿਸੇ ਨੂੰ ਕੋਈ ਡਾਊਟ? ਸ਼ਿਵਰਾਜ ਸਿੰਘ ਚੌਹਾਨ ਜਿਹੜੇ ਆ,
शिवराज चौहान ने मुख्यमंत्री सीखो कमाओ योजना कि पढ़ो स्किल्स सीखो तो उस तो बाद पैसे कमाओ, ये योजना MP शुरू की गई है। स्टेट की हल्की जी स्कीम आ, अपने लिए इन्नी काम दी नहीं। महाराष्ट्र ने प्रो गोविंदा लीग, गोविंदा आई थिंक कृष्णा जी को कहा जाता है, तो जन्माष्टमी ते जो प्रो तोड़ते आ, जिमें प्रो क्रिकेट लीग प्रो कबड्डी एवें होंदी है। सो प्रो गोविंदा लीग जी आ वो महाराष्ट्र की सरकार ने जन्माष्टमी ते लॉन्च की सी। ठीक है, पता लग गया कि की है जाइका वायरस के बॉम्बे के केस रिपोर्ट किए गए। वट इज़ जाइका वायरस? तुसी एक गल समझो, बीमारी पैदा करने वाले जोड़े जीव होंगे ने उन्होंने पैथोजनस कहा जाता है। पैथोजनस का मतलब आ कि बीमारी पैदा करने वाले जीव वो किहड़े हो सकते हैं? बैक्टीरिया, बैक्टीरिया तो पैदा हुई बीमारी तो बैक्टीरियल डिजीज़, भार लेप्रोसी, ट्यूबरकुलोसिस, वायरल डिजीज़ ਜਿਹੜੀਆਂ वायरस तो पैदा होने वाली बीमारियां ने उन्होंने वायरल डिजीज़, जाइका वायरस, डेंगू वायरस। इस तो बाद प्रोटोजोआ डिजीज़ ਜਿਹੜੀ किसी प्रोटोजोआ तो पास पैदा होंदी है, मलेरिया इज़ बेस्ट एग्जाम्पल। एवें ही फंजाइज तो पैदा होने वाली डिजीज़ को फंगल डिजीज़ कहा जाता है। 4 तरीके दे ही पैदावार जीवाणु ने ਜਿਹੜੇ बीमारियां पैदा करते हैं। स्प्रैड करने वालों वैक्टर कहा जाता, वो नहीं पढ़ा रहा, वो मच्छर मुच्छर होंगे आ ਜਾਂ हवा पानी कुछ भी हो सकता है, बीमारी तो कोई भी फैला सकता है, पर पैदा करने वालों की कहा जाता है? पैथोजनस। सो मैं एक पैथोजन की गल दस रहा, जाइका वायरस वो एक बीमारी पैदा करने वाला वायरस आ, पैथोजन आ। पेपर च आऊगा कि जाइका की है, वायरस आ, ये तो नहीं आता क्योंकि जिहदे नाम च ही वायरस आ गया पता ही लग गया कि एक वायरस आ। पंगा कित्थे पैंदा है? पंगा पैंदा है जिमें आपां नूं ट्यूबरकुलोसिस नूं पैदा करने वाला पैथोजन का नाम आ ट्यूबरकुलोसिस बैक्टीरियम। दसन की लोड़ ही नहीं, कोई एक बैक्टीरिया है, पर कईयां दे नाम तो नहीं पता लगता कि वो की ने। सो उत्थे उलझ जाता बंदा कि इस नूं बीमारी पैदा करने वाला ये कोई पैथोजन है। इट इज़ कैटेगरी ऑफ, इट इज़ अ टाइप ऑफ वायरस, बैक्टीरिया, पैथोजन के सॉरी प्रोटोजोआ के फंजाई। सो एवें उलझ जाता बंदा। खैर जिमें जिमें आई जाऊगा दसी जाऊँगा। जाइका वायरस सब तो पहला 1946-47 अफ्रीका के युगांडा के जाइका रिवर के नेड़े पाई गई बीमारी सी। सो इस करके मशहूर आ। तो जे कोई मैनूं पुछे कि ठीक आ जाइका फॉरेस्ट जेडे कि युगांडा च ने उत्थे बीमारी फैली सी, ये सवाल ये आ कि इस जाइका वायरस का वैक्टर कौन आ, स्प्रैड कौन करता है? जाइका वायरस हो गया, चिकनगुनिया हो गया तो डेंगू, इन्हों पैदा करने वाले जोड़े वो ने पैथोजनस ने, वो तो अड ने। किसी का डेंगू वायरस आ, किसी का जाइका वायरस आ, किसी का कोई है। पर इंटरस्टिंग गल पता की है, तिन्हों स्प्रैड करने वाला मच्छर सेम ही है। तो उस मच्छर का बड़ा मशहूर नाम आ एडिस इजिप्टी ते एडिस एल्बोपिक्टस। ज़्यादा मशहूर आ एडिस इजिप्टी। पेपर च आ सकता है कि एडिस इजिप्टी किहड़ी बीमारी का वैक्टर आ। चिकनगुनिया का वैक्टर भी यही है, फैलाउंदा यही है। जाइका वायरस नूं भी यही फैलाउंदा है, तो तीजा किहड़ा डेंगू नूं भी यही फैलाउंदा है। सो आ बहुत इंपॉर्टेंट आ, साफ पानी च रहिंदा है। तो खैर अगे आ जाओ, नैशनल न्यूज़ च आ गए। डॉक्टर रजिंदर सिंह साडे ना मिनिस्टर ऑफ स्टेट ने साइंस टैक मिनिस्ट्री दे, उन्होंने एक नमो 108 लोटस जिहड़ा है वो लॉन्च किया है। असल च एक यूनीक टाइप दी कमल की कीमत मतलब कि कह लो कि एक वरायटी आ, तो लोटस की वरायटी आ। लोटस बीजेपी का चोण निशान भी आ, इस करके इहदा नाम ही नमो ही रखता। नमो मतलब नरेंद्र मोदी तो टलदे कित्थे आ। ठीक है, फिर कहते कि असीं किहड़ा फोटोआं च जां आपां नाम च यकीन रखते हैं। ਜਿਹੜੇ ਸਾਨੂੰ ਇਹ ਕਹਿ ਕੇ ਆਏ ਸੀ ਕਿ ਅਸੀਂ ਫੋਟੋਆਂ ਨਹੀਂ ਲਵਾਉਣੀਆਂ, ਸਾਨੂੰ ਸਾਰੇ ਦਾ ਉਹਨਾਂ ਦੀਆਂ ਫੋਟੋਆਂ ਲੱਭੀ ਜਾਂਦੀਆਂ। ਜਿਹੜੇ ਕਹਿੰਦੇ ਸੀ ਅਸੀਂ ਆਪਣਾ ਨਾਮ ਨਹੀਂ ਕਿਤੇ ਵਰਤਣਾ, ਉਹਨਾਂ ਦੇ ਨਾਮ ਸਾਨੂੰ ਸਾਇੰਸ ਦੀ ਫੀਲਡ ਦੇ ਜਿੱਥੇ ਰਿਸਰਚ ਉੱਥੇ ਵੀ ਮਿਲ ਰਹੇ ਆ, ਉੱਥੇ ਦਾ ਘੱਟੋ ਘੱਟ ਟੰਗ ਨਾ ਅੜਾਓ। 108 ਨਾਮ ਇਸ ਕਰਕੇ ਇਹਦੀਆਂ ਪੱਤੀਆਂ 108 ਆ। ਸੋ ਇੱਕ ਨਵਾਂ ਇੱਕ ਬੋਟਾਨੀਕਲ ਖੋਜ ਆ ਤੇ ਸਾਡੇ ਇੰਡੀਆ ਲਈ बड़ी प्राउड वाली गल आ। तो मैं तुहाडी जानकारी लिए दसदा, नरेंद्र मोदी के नाम से रखा। तो ये लोटस जिहड़ा है ये तैयार किन्हां ने किया है? NBRI वालियां ने, नैशनल बोटैनिकल रिसर्च इंस्टीट्यूट। वो अजकल के होर भी बड़े इंपॉर्टेंट सवाल आ। CSIR की चीज़ आ? भारत दे विच कौंसल फॉर साइंटिफिक एंड इंडस्ट्रीयल रिसर्च, ये CSIR आ। ये भारत च एक अदारा है CSIR। पेपर च पुछया जाता कि जिहड़ा CSIR अदारा है कौंसल फॉर साइंटिफिक एंड इंडस्ट्रीयल रिसर्च, इहदा मुखी कौन हुंदा है? रट्टा मार लिओ, एक्स ऑफिशियो चेयरमैन कौन होंदा है? PM। ये अंडर कई अदारे आ, जिमें ये अंदर एक अदारे का नाम मैं तुहानूं हुणे दसदा कि नैशनल बोटैनिकल रिसर्च इंस्टीट्यूट, नैशनल पोटैटो रिसर्च इंस्टीट्यूट। एवें दे इंस्टीट्यूट बहुत आ, जिमें नैशनल पोटैटो रिसर्च इंस्टीट्यूट हैगा है कटक च, नैशनल बोटैनिकल रिसर्च इंस्टीट्यूट हैगा है लखनऊ च, एवें एक करनाल कोल जाके आउंदा है, मैनूं लगदा बफैलो दा रिसर्च इंस्टीट्यूट करनाल च,
ਵੈਟਰਨਰੀ ਦਾ। ਸੋ ਕਿਹੜੇ ਕਿਹੜੇ ਰਿਸਰਚ ਇੰਸਟੀਟਿਊਟ ਕਿੱਥੇ ਆ ਇਹ ਤੁਹਾਨੂੰ ਰਟੇ ਹੋਣੇ ਚਾਹੀਦੇ ਆ। ਸਿੰਪਲ ਜੀ ਗੱਲ ਆ। ਇਹਦੀ ਵਜ੍ਹਾ ਪਤਾ ਕੀ ਆ ਕਿ ਇਹ ਕਿਉਂ ਰਟੇ ਹੋਣੇ ਚਾਹੀਦੇ ਆ? ਕਿਉਂਕਿ ਪੇਪਰਾਂ ਦੇ ਵਿੱਚ ਕਈ ਵਾਰੀ ਆ ਜਾਂਦਾ ਹੈ ਟੇਬਲ ਬਣ ਕੇ ਕਿ ਇਹਨਾਂ 'ਚੋਂ ਕਿਹੜਾ ਸਹੀ ਮੈਚ ਨਹੀਂਗਾ। ਤੁਸੀਂ ਸਾਰਿਆਂ ਨੂੰ ਥੋੜ੍ਹਾ ਰੱਟਾ ਮਾਰੋਗੇ। ਜਿਵੇਂ ਜਿਵੇਂ ਕਰੰਟ ਅਫੇਅਰਸ ਪੜ੍ਹਦੇ ਹੋ, ਜਿਹੜਾ ਰਿਸਰਚ ਇੰਸਟੀਟਿਊਟ ਉੱਥੇ ਸਟੈਟਿਕ ਬਣ ਗਿਆ ਤਾਂ ਸਮਝ ਲਓ ਉਹਨੂੰ ਰੱਟਾ ਮਾਰ ਲਓ। ਇਹ ਨਾ ਹੋਵੇ ਕਿ ਨਮੋ 18 ਕੀ ਆ ਬਸ। ਰੀਸੈਂਟਲੀ ਨਮੋ 18 ਇਜ਼ ਇਨ ਨਿਊਜ਼, ਇਟ ਇਜ਼ 4 ਆਪਸ਼ਨ ਉਹ ਜਾਣਗੇ ਕਿ ਇਹ ਪ੍ਰਧਾਨ ਮੰਤਰੀ ਦਾ ਨੂੰ ਇੱਕ ਅਵਾਰਡ ਸੀਗਾ ਜਿਹੜਾ ਉਹਨਾਂ ਨੂੰ ਬ੍ਰਿਕਸ ਦੇ ਦੇਸ਼ਾਂ ਨੇ ਦਿੱਤਾ। ਦੂਜੀ ਕਿ ਇਹ ਇੱਕ ਲੋਟਸ ਦੀ ਕਿਸਮ ਆ ਜਿਹਨੂੰ NBRI ਨੇ ਹੁਣੇ ਲੱਭਿਆ ਹੈ। 4 ਆਪਸ਼ਨਸ ਬਣਾ ਕੇ ਤੁਹਾਨੂੰ ਇੱਥੇ ਵੀ ਖੱਜਲ ਕਰ ਦੇਣਗੇ ਤੇ ਜਾਂ ਤੁਹਾਨੂੰ ਇਹ ਵੀ ਪੁੱਛ ਲੈਣਗੇ ਕਿ ਨੈਸ਼ਨਲ ਬੋਟੈਨੀਕਲ ਰਿਸਰਚ ਇੰਸਟੀਟਿਊਟ ਕਿੱਥੇ ਆ। ਸੋ ਸਾਨੂੰ ਕਿਸੇ ਵੀ ਪ੍ਰਕਾਰ ਦਾ ਸਵਾਲ ਆ ਜੇ ਤਾਂ ਸਾਡੀ ਅੱਖਾਂ ਦਿਮਾਗ ਕੰਨ ਖੁੱਲ੍ਹੇ ਹੋਣੇ ਚਾਹੀਦੇ ਆ। ਖੈਰ ਨੈਕਸਟ ਅੱਗੇ ਆ ਜਾਓ। ਜਤਿੰਦਰ ਸਿੰਘ ਨੇ ਹੀ ਲਾਂਚ ਕੀਤਾ ਹੈ CSIR ਪ੍ਰਾਈਮਾ ET11। ਇਹ ਕੀ ਆ? ਭਾਰਤ ਦਾ ਇਲੈਕਟ੍ਰੋਨਿਕ ਟਰੈਕਟਰ ਆ, ਮਤਲਬ ਕਿ ਈ ਟਰੈਕਟਰ। ਸੋ ਇਹ ਭਾਰਤ ਦੀ ਜਿਹੜੀ ਐਗਰੋ ਇੰਡਸਟਰੀ ਆ, ਐਗਰੋ ਸਟਾਰਟਅਪਸ ਆ, ਉਹਨਾਂ ਦੁਆਰਾ ਬਣਾਏ ਜਾ ਰਹੇ ਆ। ਹੁਣ ਤੱਕ ਤੇ ਈ ਟਰੈਕਟਰ ਕਿਸਾਨ ਆਪਣੇ ਖੇਤਾਂ 'ਚ ਹੀ ਬਣਾ ਲੈਂਦੇ ਆ, ਠੀਕ ਆ, ਉਹਨੂੰ ਮਤਲਬ ਕਿ ਡਰਾਈਵਰ ਫ੍ਰੀ ਕਰਕੇ। ਉਹ ਤਾਂ ਚਲੋ ਆਪਣੀ ਲੋਕਲ ਟੈਕਨੋਲੋਜੀ ਆ। ਸੋ ਇਹ ਐਗਰੀ ਸਟਾਰਟਅਪ ਨੇ ਵੱਲੋਂ ਸ਼ੁਰੂ ਲਈ ਗਈ ਇੱਕ ਉਹ ਆ ਉਪਲਬਧੀ ਆ। ਸੋ ਭਾਰਤ ਦਾ ਪਹਿਲਾ ਈ ਟਰੈਕਟਰ ਜਿਹੜਾ ਹੈ ਦੈਟ ਇਜ਼ CSIR ਦੁਆਰਾ ਤਿਆਰ ਕੀਤਾ ਗਿਆ ਪ੍ਰਾਈਮਾ ET11। ਸੋ ਪ੍ਰਾਈਮਾ ET11 ਰੀਸੈਂਟਲੀ ਨਿਊਜ਼ 'ਚ ਹੈ ਕੀ ਆ? ਇਟ ਇਜ਼ ਅ ਟਾਈਪ ਆਫ ਰੋਕੇਟ, ਇਟ ਇਜ਼ ਅ ਟਾਈਪ ਆਫ ਸਰਫੇਸ ਟੂ ਸਰਫੇਸ ਮਿਜ਼ਾਈਲ, ਇਟ ਇਜ਼ ਅ ਈ ਟਰੈਕਟਰ। ਸੋ ਐਵੇਂ ਦੇ ਆਪਸ਼ਨਸ ਵੀ ਪੇਪਰ 'ਚ ਆ ਸਕਦੇ ਆ ਕਿ ਬਣਾਇਆ ਕਿਹਨਾਂ ਨੇ। ਆਹ ਤਾਂ ਤੁਸੀਂ ਕਰ ਹੀ ਲਓਗੇ। ਨੈਕਸਟ, ਭਾਰਤ ਦੇ ਵਿੱਚ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਜਿਹੜੀ ਆ ਉਹਦੀ ਕਾਨਫਰੰਸ ਦੀ ਅਧਿਅਕਸ਼ਤਾ ਜਿਹੜੀ ਆ ਉਹ ਓਮ ਬਿਰਲਾ ਜੀ ਨੇ ਕੀਤੀ ਆ। ਸੁਣੋ ਮੇਰੀ ਗੱਲ, ਭਾਰਤ ਦੇ ਵਿੱਚ ਕੇਂਦਰ 'ਚ ਕਿਹੜੀ ਸੰਸਥਾ ਹੈ ਜਿਹੜੀ ਜਿੱਥੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਾਂਦੇ ਆ? ਲੋਕ ਸਭਾ। ਤੁਸੀਂ ਪੂਰੀ ਪਾਰਲੀਮੈਂਟ ਨਹੀਂ ਕਹੋਗੇ, ਪਾਰਲੀਮੈਂਟ 'ਚ ਤਾਂ ਨਾਲ ਰਾਜ ਸਭਾ ਵੀ ਆ, ਲੋਕ ਸਭਾ। ਤੇ ਸਟੇਟਾਂ ਦੇ ਵਿੱਚ ਇਹੋ ਜਿਹੇ ਹਾਊਸ ਨੂੰ ਕੀ ਕਹਿੰਦੇ ਆ? ਸਟੇਟ ਲੈਜਿਸਲੇਟਿਵ ਅਸੈਂਬਲੀ। ਇਹਨਾਂ ਸਾਰਿਆਂ ਦੀ ਜਿਹੜੀ ਮੀਟਿੰਗ ਹੁੰਦੀ ਆ ਨਾ ਉਹਨੂੰ ਕਹਿੰਦੇ ਆ ਕਾਮਨਵੈਲਥ ਮੀਟਿੰਗ। ਸੋ ਇੱਕ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਆ। ਬੇਸਿਕਲੀ ਇਹਦਾ ਮਕਸਦ ਇਹ ਆ ਕਿ ਭਾਰਤ ਦੇ ਇਸ 21ਵੀਂ ਸਦੀ ਦੇ ਵਿੱਚ ਸਾਰੀਆਂ ਪਾਰਲੀਮੈਂਟਸ ਨੇ ਜਿਹੜੀਆਂ ਇੰਡੀਆ ਦੀਆਂ, ਚਾਹੇ ਉਹ ਸਟੇਟ ਲੈਵਲ ਦੀਆਂ ਚਾਹੇ ਨੈਸ਼ਨਲ ਲੈਵਲ ਦੀਆਂ, ਉੱਥੋਂ ਦੇ ਜਿਹੜੇ ਪ੍ਰਸਾਈਡਿੰਗ ਆਫੀਸਰਸ ਆ ਉਹ ਮਿਲ ਕੇ ਗੱਲ ਕਰਨ, ਆਪਸ 'ਚ ਵਿਚਾਰ ਵਟਾਂਦਰਾ ਕਰਨ। ਉਹਦੇ ਵਾਸਤੇ ਇਹ ਮੀਟਿੰਗ ਹੋਈ ਆ। ਸੋ ਅਸਲ ਦੇ ਵਿੱਚ ਇਹ ਮੀਟਿੰਗ ਤਾਂ ਹੁੰਦੀ ਆ ਸਟੇਟ ਲੈਵਲ ਨੈਸ਼ਨਲ ਲੈਵਲ 'ਤੇ। ਇਸ ਤੋਂ ਬਾਅਦ ਇੰਡੀਆ ਦੇ ਜਿੰਨੇ ਵੀ ਇੰਡੀਆ ਦਾ ਜਿਹੜਾ ਪਾਰਲੀਮੈਂਟ ਦਾ ਮੁਖੀ ਆ ਉਹ ਤੇ ਜਿੰਨੇ ਕਾਮਨਵੈਲਥ ਕੰਟਰੀਆਂ ਦੇ ਮੁਖੀ ਨੇ ਉਹ ਆਪਸ 'ਚ ਮਿਲ ਕੇ ਇੱਕ ਇੰਟਰਨੈਸ਼ਨਲ ਲੈਵਲ 'ਤੇ ਵੀ ਗੱਲ ਕਰਦੇ ਆ ਤਾਂ ਕਿ ਜਿੰਨੇ ਵੀ ਦੇਖੋ 2 ਲੈਵਲ 'ਤੇ ਹੁੰਦੀ ਆ। ਜਿਹੜੀ ਇੰਡੀਆ ਲੈਵਲ 'ਤੇ ਮੀਟਿੰਗ ਹੁੰਦੀ ਆ ਉਹਦੀ ਪ੍ਰਸਾਈਡਿੰਗ ਕੌਣ ਕਰਦਾ ਹੈ? ਜਿਹੜਾ ਲੋਕ ਸਭਾ ਦਾ ਸਪੀਕਰ ਹੁੰਦਾ ਹੈ। ਤੇ ਲੋਕ ਸਭਾ ਦਾ ਸਪੀਕਰ ਖੁਦ ਕਾਮਨਵੈਲਥ ਦੀ ਜਿਹੜੀ ਪਾਰਲੀਮੈਂਟਰੀ ਕਾਨਫਰੰਸ ਹੁੰਦੀ ਉਹਦੇ 'ਚ ਜਾਂਦਾ ਹੈ। ਕਾਮਨਵੈਲਥ ਦੀ ਪਾਰਲੀਮੈਂਟਰੀ ਕਾਨਫਰੰਸ ਕਿਹੜੀ ਆ? ਜਿੰਨੇ ਦੁਨੀਆ ਦੇ ਦੇਸ਼ ਕਾਮਨਵੈਲਥ ਕੰਟਰੀਜ਼ ਨੇ, ਜਿਨ੍ਹਾਂ ਨੂੰ ਨਹੀਂ ਪਤਾ ਕਿ ਕਾਮਨਵੈਲਥ ਕੰਟਰੀਜ਼ ਕੀ ਹੁੰਦੇ ਆ, ਮੈਂ ਦੱਸਦਾ। ਦੁਨੀਆ 'ਚ ਉਹ ਦੇਸ਼ ਜਿਹੜੇ ਕਿਸੇ ਵੇਲੇ ਅੰਗਰੇਜ਼ਾਂ ਦੇ ਗੁਲਾਮ ਸੀ ਤੇ ਗੁਲਾਮੀ ਤੋਂ ਬਾਅਦ ਅੰਗਰੇਜ਼ਾਂ ਦੇ ਨਾਲ ਉਹ ਕਦਮ ਨਾਲ ਕਦਮ ਮਿਲਾ ਕੇ ਅੱਜ ਵੀ ਚੱਲ ਰਹੇ ਆ, ਗੁਲਾਮ ਦੇ ਤੌਰ 'ਤੇ ਨਹੀਂ, ਸਾਥੀ ਦੇ ਤੌਰ 'ਤੇ। ਉਹਨਾਂ ਦੇਸ਼ਾਂ ਦਾ ਇੱਕ ਗਰੁੱਪ ਬਣਿਆ ਹੈ ਜਿਹਨੂੰ ਕਾਮਨਵੈਲਥ ਕੰਟਰੀਜ਼ ਕਹਿੰਦੇ ਆ। ਪ੍ਰਧਾਨਗੀ ਇਹਦੇ 'ਚ ਕਿਸੇ ਦੀ ਨਹੀਂ, ਸਾਰੀ ਇੱਕ ਬਰਾਬਰ ਆ। UK ਵੀ ਉਹਨਾਂ ਬਰਾਬਰ ਆ, ਇੰਡੀਆ ਵੀ ਉਹਨਾਂ ਬਰਾਬਰ ਆ, ਸਾਰੇ ਦੇਸ਼ ਉਹਦੇ ਬਰਾਬਰ ਆ। ਇਹਨਾਂ ਨੂੰ ਕਾਮਨਵੈਲਥ ਕੰਟਰੀਜ਼ ਕਹਿੰਦੇ ਆ। 1947-48 'ਚ ਇਹਦਾ ਗਠਨ ਕੀਤਾ ਗਿਆ ਸੀ ਤੇ ਭਾਰਤ ਵੀ ਇਹਦਾ ਉਦੋਂ ਹੀ ਮੈਂਬਰ ਬਣ ਗਿਆ ਸੀ। ਸੋ ਸਾਰੇ ਕਾਮਨਵੈਲਥ ਕੰਟਰੀਜ਼ ਦੇ ਪਾਰਲੀਮੈਂਟਸ ਦੇ ਜਿਹੜੇ ਪ੍ਰਸਾਈਡਿੰਗ ਆਫੀਸਰਸ ਨੇ, ਸਪੈਸ਼ਲੀ ਉਹਨਾਂ ਦੀ ਜਿਹੜੀ ਉਹ ਹੁੰਦੀ ਹੈ ਡਾਇਰੈਕਟਲੀ ਇਲੈਕਟਡ ਹਾਊਸ, ਉਹਦੇ ਜਿਹੜੇ ਪ੍ਰਸਾਈਡਿੰਗ ਆਫੀਸਰਸ ਨੇ ਉਹ ਮੀਟਿੰਗ ਕਰਦੇ ਆ। ਤੇ ਭਾਰਤ ਵੱਲੋਂ ਉਸ ਮੀਟਿੰਗ 'ਚ ਕੌਣ ਗਏ ਆ? ਓਮ ਪ੍ਰਕਾਸ਼ ਬਿਰਲਾ, ਜਿਹੜੇ ਭਾਰਤ ਦੇ ਲੋਕ ਸਭਾ ਦੇ ਪ੍ਰਸਾਈਡਿੰਗ ਆਫੀਸਰ ਨੇ। ਸੋ ਜੇ ਕੋਈ ਮੈਨੂੰ ਪੁੱਛੇ ਕਿ ਕਾਮਨਵੈਲਥ ਪਾਰਲੀਮੈਂਟਰੀ ਐਸੋਸੀਏਸ਼ਨ ਕਦੋਂ ਬਣੀ ਸੀ ਤੇ ਹੈੱਡਕੁਆਟਰ ਕਿੱਥੇ ਆ, ਤੇ ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਨੈਕਸਟ, ਨਿਸਾਈਡਸ ਨੂੰ ਅਪਰੂਵ ਕਰ ਲਿਆ ਗਿਆ ਹੈ। ਦੇਖੋ ਭਾਰਤ 'ਚ ਇੱਕ ਗੱਲ ਪਤਾ ਸਾਰਿਆਂ ਨੂੰ ਕਿ ਨਾਰਥ ਈਸਟ 'ਚ ਬਹੁਤ ਮਾਹੌਲ ਖ਼ਰਾਬ ਹੋ ਗਿਆ ਤੇ ਭਾਰਤ ਸਰਕਾਰ ਉਸ ਡੈਮੇਜ ਨੂੰ ਕੰਟਰੋਲ ਕਰਨ ਜਾ ਰਹੀ ਹੈ। ਇੱਕ ਬਹੁਤ ਵੱਡਾ ਫੰਡ ਆ ਨਾਰਥ ਈਸਟ ਸਪੈਸ਼ਲ ਇਨਫਰਾਸਟਰਕਚਰ ਡਿਵੈਲਪਮੈਂਟ ਸਕੀਮ, ਜਿਹਨੂੰ ਕਿ ਸੈਂਟਰ ਸੈਕਟਰ ਸਕੀਮ ਦੇ ਤੌਰ 'ਤੇ ਲਾਂਚ ਕੀਤਾ ਜਾ ਰਿਹਾ। ਹੁਣ ਤੁਹਾਡੇ 'ਚੋਂ ਦਿਮਾਗ 'ਚ ਆਊਗਾ ਕਿ ਵਾਟ ਇਜ਼ ਸੈਂਟਰਲ ਸੈਕਟਰ ਸਕੀਮ। ਇੱਕ ਉਹ ਸਕੀਮ ਹੁੰਦੀ ਹੈ ਜਿਹਨੂੰ ਸੈਂਟਰਲ ਸੈਕਟਰ ਸਕੀਮ ਕਹਿੰਦੇ ਆ। ਸਟੇਟ ਦੇ ਵਿੱਚ ਪੈਸਾ ਲੱਗਣਾ ਹੈ, 100 ਦਾ 100 ਰੁਪਈਆ ਕੇਂਦਰ ਸਰਕਾਰ ਲਾਊਗੀ, ਉਹਨੂੰ ਕਹਿੰਦੇ ਆ ਸੈਂਟਰ ਸੈਕਟਰ ਸਕੀਮ। 100 ਰੁਪਏ 'ਚੋਂ 70 ਰੁਪਏ ਕੇਂਦਰ ਲਾਊਗਾ, 30 ਰੁਪਏ ਸਟੇਟ ਲਾਊਗੀ, ਇਹਨੂੰ ਕਹਿੰਦੇ ਸੈਂਟਰ ਸਪੌਂਸਰਡ ਸਕੀਮ। ਤਾਂ ਦੱਸੋ ਕਿ ਕੇਂਦਰ ਦਾ ਜ਼ਿਆਦਾ ਖਰਚਾ ਕਿਹੜੀ ਸਕੀਮ 'ਚ ਆਉਂਦਾ, ਸੈਂਟਰ ਸੈਕਟਰ ਕਿ ਸੈਂਟਰ ਸਪੌਂਸਰਡ?
ਸੈਂਟਰ ਸੈਕਟਰ। ਸੋ ਜੇ ਪੇਪਰ 'ਚ ਆ ਗਿਆ ਕਿ ਨਾਰਥ ਈਸਟ ਸਪੈਸ਼ਲ ਇਨਫਰਾਸਟ੍ਰਕਚਰ ਫੰਡ ਦੇ ਤੌਰ ਤੇ ਕੇਂਦਰ ਸਰਕਾਰ ਬਹੁਤ ਜ਼ਿਆਦਾ ਫੰਡ ਦੇ ਰਹੀ ਆ ਤਾਂ ਕਿ ਨਾਰਥ ਈਸਟ ਦੇ ਵਿੱਚ ਡਿਵੈਲਪਮੈਂਟ ਕੀਤੀ ਜਾ ਸਕੇ, ਇਹ ਕਿਹੜੇ ਟਾਈਪ ਦੀ ਸਕੀਮ ਆ? ਇਟ ਇਜ਼ ਸੈਂਟਰਲ ਸੈਕਟਰ ਸਕੀਮ। ਸੋ ਆ ਇਹ ਪੇਪਰ 'ਚ ਕੀ ਨਾਰਥ ਈਸਟ ਦੀ ਡਿਵੈਲਪਮੈਂਟ ਵਾਸਤੇ ਬਣੀ ਆ। ਨੈਕਸਟ, ਭਾਰਤ ਨੇ ਗ੍ਰੀਨ ਹਾਈਡਰੋਜਨ ਦੇ ਸਟੈਂਡਰਡਸ ਨੂੰ ਡਿਫਾਈਨ ਕਰਤਾ ਹੈ। ਤੁਹਾਨੂੰ ਇੱਕ ਗੱਲ ਸਮਝ ਹੈ ਕਿ ਭਾਰਤ ਹਾਈਡਰੋਜਨ એનર્ਜੀ ਜਿਹੜੀ ਉਹਨੂੰ ਵਰਤਣਾ ਚਾਹੁੰਦਾ ਹੈ। ਹੁਣ ਤੁਹਾਡੇ ਦਿਮਾਗ 'ਚ ਆਊਗੀ ਕਿ ਹਾਈਡਰੋਜਨ ਬਣਦਾ ਕਿਵੇਂ ਆ? ਹਾਈਡਰੋਜਨ ਨੂੰ ਬਣਾਉਣ ਦੇ ਬੜੇ ਤਰੀਕੇ ਆ। ਤੁਸੀਂ ਕੋਲਾ ਜਲਾ ਕੇ ਵੀ ਹਾਈਡਰੋਜਨ ਬਣਾ ਸਕਦੇ ਹੋ, ਉਹਨੂੰ ਕਹਿੰਦੇ ਗ੍ਰੇ ਹਾਈਡਰੋਜਨ। ਤੁਸੀਂ ਪਾਣੀ ਦਾ ਇਲੈਕਟ੍ਰੋਲਾਈਸਿਸ ਕਰਕੇ ਪਾਣੀ 'ਚੋਂ ਵੀ ਹਾਈਡਰੋਜਨ ਦੀ એનર્ਜੀ ਕੱਢ ਸਕਦੇ ਹੋ, ਉਹਨੂੰ ਕਹਿੰਦੇ ਗ੍ਰੀਨ ਹਾਈਡਰੋਜਨ। ਭਾਵ ਉਹ ਹਾਈਡਰੋਜਨ ਗ੍ਰੀਨ ਹਾਈਡਰੋਜਨ ਕਹਿਲਾਉਂਦੀ ਆ ਜਿਹਦੇ 'ਚ ਕਾਰਬਨ ਡਾਈਆਕਸਾਈਡ ਦੀ ਖਪਤ ਘੱਟ ਹੋਵੇ। ਇਹ ਨਾ ਹੋਵੇ ਕਿ ਤੁਸੀਂ ਇੰਨੀ ਹਾਈਡਰੋਜਨ ਪੈਦਾ ਕਰਨ ਵਾਸਤੇ ਉਹਦੇ ਨਾਲੋਂ 10 ਗੁਣਾ ਵੱਧ ਕਾਰਬਨ ਡਾਈਆਕਸਾਈਡ ਜਲਾ ਦਿਓ, ਜਿਹਦੇ ਨਾਲ ਕੀ ਫਾਇਦਾ ਹੋਊਗਾ ਸਾਫ਼ એનર્ਜੀ ਪੈਦਾ ਕਰਨ ਦਾ? ਉਹਨੂੰ ਜਲਾਉਣ ਵਾਸਤੇ, ਉਹਨੂੰ ਬਣਾਉਣ ਲਈ ਤੁਸੀਂ ਕਾਰਬਨ ਡਾਈਆਕਸਾਈਡ ਜਲਾਤੀ, ਉਹਦੇ ਨਾਲ ਤਾਂ ਐਟਮੋਸਫੇਅਰ ਖਰਾਬ ਹੋ ਗਿਆ। ਭਾਰਤ ਸਰਕਾਰ ਨੇ ਡੈਫੀਨੇਸ਼ਨ ਦਿੱਤੀ ਆ ਕਿ ਜੇ ਵੀ ਕੋਈ ਪ੍ਰਾਈਵੇਟ ਜਾਂ ਸਰਕਾਰੀ ਕੰਪਨੀ ਗ੍ਰੀਨ ਹਾਈਡਰੋਜਨ ਪੈਦਾ ਕਰਨਾ ਚਾਹੁੰਦੀ ਆ, ਅਸੀਂ ਉਸੇ ਇੰਡਸਟਰੀ ਨੂੰ ਲਾਇਸੈਂਸ ਦੇਵਾਂਗੇ ਜਿਹੜੇ ਗ੍ਰੀਨ ਹਾਈਡਰੋਜਨ ਦੀ ਡੈਫੀਨੇਸ਼ਨ ਦੇ ਮੁਤਾਬਕ ਗ੍ਰੀਨ ਹਾਈਡਰੋਜਨ ਪੈਦਾ ਕਰੂਗੀ। ਤੇ ਇਹਨਾਂ ਨੇ ਕਿਹਾ ਕਿ ਗ੍ਰੀਨ ਹਾਈਡਰੋਜਨ ਦੀ ਡੈਫੀਨੇਸ਼ਨ ਇਹ ਆ ਕਿ ਹਾਈਡਰੋਜਨ ਪੈਦਾ ਕਰਨ ਦੇ ਵਿੱਚ ਤੁਹਾਡੀ 2 ਕਿਲੋ ਦੇ ਇਕੁਇਵਲੈਂਟ, ਮਤਲਬ ਕਿ ਨਾਟ ਐਕਸੀਡਿੰਗ 2 kg ਕਾਰਬਨ ਡਾਈਆਕਸਾਈਡ ਇਕੁਇਵਲੈਂਟ ਟੂ ਹਾਈਡਰੋਜਨ, ਮਤਲਬ ਕਿ ਹਾਈਡਰੋਜਨ ਦੇ ਇਕੁਇਵਲੈਂਟ ਇੰਨੀ ਕਾਰਬਨ ਡਾਈਆਕਸਾਈਡ ਤੋਂ ਵੱਧ ਖਰਾਬ ਨਹੀਂ ਹੋਣੀ ਚਾਹੀਦੀ, ਯੂਜ਼ ਨਹੀਂ ਹੋਣੀ ਚਾਹੀਦੀ ਜਾਂ ਰਿਲੀਜ਼ ਨਹੀਂ ਹੋਣੀ ਚਾਹੀਦੀ 2 ਕਿਲੋਗ੍ਰਾਮ ਕਾਰਬਨ ਡਾਈਆਕਸਾਈਡ। ਸੋ ਜਿੰਨੀ ਹਾਈਡਰੋਜਨ ਦੀ ਕੁਆਂਟੀਟੀ ਉਹਨਾਂ ਨੇ ਬਣਾਉਣ ਵਾਸਤੇ ਕਹੀ ਆ 1 ਕਿਲੋ ਹਾਈਡਰੋਜਨ ਵਾਸਤੇ, ਦੇਖੋ ਜੇ 1 ਕਿਲੋ ਹਾਈਡਰੋਜਨ ਬਣ ਗਈ ਤਾਂ 1 ਕਿਲੋ ਹਾਈਡਰੋਜਨ ਦੀ એનર્ਜੀ ਬਹੁਤ ਹੁੰਦੀ ਆ। ਉਹਨੂੰ ਬਣਾਉਣ ਵਾਸਤੇ ਜੇ ਤੁਸੀਂ 2 ਕਿਲੋ ਕਾਰਬਨ ਡਾਈਆਕਸਾਈਡ ਵੀ ਖਰਾਬ ਕਰ ਦੋਗੇ ਕੋਈ ਚੱਕਰ ਵਾਲੀ ਗੱਲ ਨਹੀਂ, ਕਿਉਂਕਿ ਜਿਹੜੀ ਹਾਈਡਰੋਜਨ ਤੁਸੀਂ ਪੈਦਾ ਕਰ ਲਈ ਉਹ એનર્ਜੈਟਿਕ ਬਹੁਤ ਆ, ਉਹ ਤੁਹਾਡੇ ਲਈ ਕੰਮ ਬਹੁਤ ਕਰੂਗੀ। ਪਰ ਜੇ ਤੁਸੀਂ 2 ਕਿਲੋ ਤੋਂ ਵੱਧ ਕਾਰਬਨ ਡਾਈਆਕਸਾਈਡ ਖਰਾਬ ਕਰਤੀ ਜਾਂ ਹਵਾ 'ਚ ਭੇਜਤੀ, ਉਹ ਤਾਂ ਤੁਸੀਂ ਪੋਲਿਊਸ਼ਨ ਨੂੰ ਐਵੇਂ ਨਹੀਂ ਕੀਤਾ ਤੇ ਉਵੇਂ ਕਰਤਾ। ਮੇਰੀ ਗੱਲ ਫੋਲੋ ਕਰਕੇ। ਸੋ ਡੈਫੀਨੇਸ਼ਨ ਕੀ ਕਹਿ ਰਹੀ ਹੈ ਜਿਹੜੀ ਨਵੇਂ ਸਟੈਂਡਰਡਸ ਭਾਰਤ ਸਰਕਾਰ ਨੇ ਜਾਰੀ ਕੀਤੇ ਆ ਕਿ 1 ਕਿਲੋ ਹਾਈਡਰੋਜਨ ਪੈਦਾ ਕਰਨ ਵਾਸਤੇ 2 ਕਿਲੋ ਤੋਂ ਵੱਧ ਕਾਰਬਨ ਡਾਈਆਕਸਾਈਡ ਗੈਸ ਜਿਹੜੀ ਆ ਅਮਿਟ ਨਹੀਂ ਹੋਣੀ ਚਾਹੀਦੀ। ਸੋ ਇਹ ਕਨਸੈਪਟ ਆ ਜੀ। ਨੈਕਸਟ ਅਗਲੀ, ਤੇ ਇੱਕ ਗੱਲ ਹੋਰ ਪੇਪਰ 'ਚ ਇੱਕ ਸਵਾਲ ਸਿੱਧਾ ਆਊਗਾ ਕਿ ਭਾਰਤ ਦਾ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਕੀ ਕਹਿੰਦਾ ਹੈ? ਇਹ ਵੀ ਸਵਾਲ ਰੱਟਾ ਮਾਰ ਲਓ, ਤੁਹਾਡੇ ਪੇਪਰ 'ਚ ਆਉਣ ਦੇ ਪੂਰੇ ਚਾਂਸ ਆ। ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਭਾਰਤ ਸਰਕਾਰ ਨੇ ਲਾਂਚ ਕੀਤਾ ਹੈ ਤੇ ਭਾਰਤ ਦਾ ਨੈਸ਼ਨਲ ਗ੍ਰੀਨ ਹਾਈਡਰੋਜਨ ਮਿਸ਼ਨ ਇਹ ਕਹਿੰਦਾ ਹੈ ਕਿ ਭਾਰਤ ਦੀ ਕੋਸ਼ਿਸ਼ ਹੈ ਕਿ ਹਰ ਸਾਲ 5 ਮਿਲੀਅਨ ਮੈਟ੍ਰਿਕ ਟਨ ਗ੍ਰੀਨ ਹਾਈਡਰੋਜਨ ਪੈਦਾ ਕੀਤੀ ਜਾਵੇ 2030 ਤੱਕ ਪਹੁੰਚਦੇ ਅੱਜ ਨਹੀਂ 2030 ਤੱਕ ਪਹੁੰਚਦੇ ਭਾਰਤ 5 ਮਿਲੀਅਨ ਮੈਟ੍ਰਿਕ ਟਨ ਗ੍ਰੀਨ ਹਾਈਡਰੋਜਨ ਪ੍ਰਤੀ ਸਾਲ ਪੈਦਾ ਕਰੇ ਤੇ ਇਹਦੇ ਨਾਲ ਭਾਰਤ ਸਰਕਾਰ ਦਾ ਇੱਕ ਡ੍ਰੀਮ ਪੂਰਾ ਹੋ ਜਾਊਗਾ। 125 ਗੀਗਾਵਾਟ ਜਿਹੜੀ એનર્ਜੀ ਆ ਉਹ ਇੱਥੋਂ ਪੈਦਾ ਕੀਤੀ ਜਾ ਸਕਦੀ ਹੈ। ਸੋ ਗ੍ਰੀਨ ਹਾਈਡਰੋਜਨ ਨੂੰ ਲੈ ਕੇ ਭਾਰਤ ਸਰਕਾਰ ਦੀਆਂ ਕਮਿਟਮੈਂਟਸ ਬਹੁਤ ਨੇ। ਹਾਈਡਰੋਜਨ ਤੋਂ ਚੱਲਣ ਵਾਲੀਆਂ ਰੇਲ, ਹਾਈਡਰੋਜਨ ਤੋਂ ਚੱਲਣ ਵਾਲੀਆਂ ਬੱਸਾਂ ਭਾਰਤ ਸਰਕਾਰ ਲਗਾਤਾਰ ਲਾਂਚ ਕਰ ਰਹੀ ਹੈ। ਨੈਕਸਟ, ਉਸ ਤੋਂ ਬਾਅਦ ਆ ਗਈ ਗੌਰਮੈਂਟ ਨੇ ਸ਼ੁਰੂ ਕੀਤਾ ਮੇਰਾ ਬਿੱਲ ਮੇਰਾ ਅਧਿਕਾਰ। ਮੰਨ ਲਓ ਤੁਹਾਨੂੰ ਤੁਹਾਡਾ ਬਿੱਲ ਮਿਲ ਗਿਆ, ਤੁਸੀਂ ਉਸ ਬਿੱਲ ਨੂੰ ਤੇ ਇਸ ਤਰੀਕੇ ਨਾਲ, ਇਹਦੇ ਨਾਲ ਕੀ ਹੁੰਦਾ, ਸਰਕਾਰ ਦੀ ਇਹ ਕੋਸ਼ਿਸ਼ ਆ ਕਿ ਇੱਕ ਬਿੱਲ ਜਦੋਂ ਤੁਹਾਡੇ ਕੋਲ ਹੋਊਗਾ ਉਹ ਤੋਂ ਅਸੀਂ ਇਹ ਵੈਰੀਫਾਈ ਕਰ ਲਾਂਗੇ ਕਿ ਵਾਕਈ ਇਹਦੇ ਬਦਲੇ ਦਾ GST ਭਰਿਆ ਗਿਆ ਕਿ ਨਹੀਂ ਭਰਿਆ ਗਿਆ। ਠੀਕ ਆ। ਸੋ ਇਹ ਇੱਕ ਬੈਨੀਫਿਟ ਹੁੰਦਾ ਹੈ ਸਰਕਾਰ ਨੂੰ। ਸੋ ਸਰਕਾਰ ਨੇ, ਕੇਂਦਰ ਸਰਕਾਰ ਨੇ ਮੇਰਾ ਬਿੱਲ ਮੇਰਾ ਅਧਿਕਾਰ ਸਕੀਮ ਲਾਂਚ ਕੀਤੀ ਆ ਕਿ ਲੋਕਾਂ ਨੂੰ ਵੱਧ ਤੋਂ ਵੱਧ ਇਹ ਸ਼ੋਅ ਕਰਨਾ ਕਿ ਤੁਹਾਡੇ ਕੋਲ ਬਿੱਲ ਹੈਗੇ ਆ ਕਿ ਨਹੀਂ। ਲੋਕ ਵੱਧ ਤੋਂ ਵੱਧ ਬਿੱਲ ਲੈਣਗੇ ਤੇ ਵੱਧ ਤੋਂ ਵੱਧ ਸਰਕਾਰ ਕੋਲ GST ਦੀ ਕਲੈਕਸ਼ਨ ਹੋਊਗੀ, ਚਾਹੇ ਸਟੇਟ ਹੋਵੇ ਚਾਹੇ ਸੈਂਟਰ। ਕਰੋਨਾ ਤੋਂ ਬਾਅਦ GST ਦਾ ਮਾਲੀਆ ਵਧਿਆ ਬਹੁਤ ਆ। ਪੰਜਾਬ ਸਰਕਾਰ ਜਿਹੜੀ ਇਸ ਵਾਰ ਸੱਤਾ 'ਚ ਆਈ ਆ, ਇਹਨਾਂ ਦੀ ਖੁਸ਼ਕਿਸਮਤੀ ਇਹ ਆ ਕਿ ਜਿਸ ਟਾਈਮ ਇਹ ਸੱਤਾ 'ਚ ਆਏ ਆ ਉਸ ਟਾਈਮ GST ਐਕਸਪੋਨੈਂਸ਼ੀਅਲੀ ਗਰੋ ਕਰ ਰਿਹਾ ਪੰਜਾਬ 'ਚ। ਸੋ ਖਰਚੇ ਕੱਢਣੇ ਇਹਨਾਂ ਲਈ ਕੋਈ ਬਹੁਤੇ ਵੱਡੀ ਇਹਨਾਂ ਨੂੰ ਚਿੰਤਾ ਦੀ ਗੱਲ ਹੈ ਨਹੀਂ, ਕਿਉਂਕਿ ਜਿਹੜੇ ਅੰਦਰ ਬੈਠੀ ਬਿਊਰੋਕ੍ਰੇਸੀ 'ਚ ਲੋਕ ਇਸ ਮਹਿਕਮੇ ਨਾਲ ਡੀਲ ਕਰ ਰਹੇ ਆ ਉਹ ਦੱਸ ਰਹੇ ਆ ਕਿ ਇਸ ਤੋਂ ਪਹਿਲਾਂ ਇੰਨਾ ਜ਼ਿਆਦਾ GST, ਕੁਛ ਕਿ ਇਹਨਾਂ ਦੀਆਂ ਪਾਲਿਸੀਜ਼ ਐਵੇਂ ਦੀਆਂ ਹੋਣਗੀਆਂ ਜਿਹਦੇ ਕਰਕੇ ਕੋਸ਼ਿਸ਼ ਇਹ ਵੀ ਕਰ ਰਹੇ ਆ ਕਿ ਟਰਾਂਸਪੇਰੈਂਸੀ ਲਿਆਂਦੀ ਜਾਵੇ। ਤੇ ਕੁਛ ਇਹ ਆ ਕਿ ਕਈ ਵਾਰੀ ਇਹ ਨਹੀਂ ਹੁੰਦਾ ਕਿ ਜਦੋਂ ਗੇਮ ਤੁਹਾਡੇ ਹੱਥ 'ਚ ਹੋਣੀ ਹੋਵੇ ਤਾਂ ਰੱਬ ਵੀ ਤੁਹਾਡੇ ਹੱਥ 'ਚ ਖੜ ਜਾਂਦਾ ਹੈ। ਹੁਣ ਇਸ ਚੀਜ਼ ਨੂੰ ਕਿੰਨਾ ਕੁ ਸੰਭਾਲ ਕੇ ਰੱਖ ਸਕਦੇ ਆ ਉਹ ਤਾਂ ਸਰਕਾਰ ਦੀ ਮੈਚਿਓਰਟੀ ਹੀ ਦੱਸੂਗੀ। ਖੈਰ ਇਹ ਜ਼ਰੂਰ ਆ ਕਿ ਪੇਪਰ 'ਚ ਆ ਗਿਆ ਨਾ ਮੇਰਾ ਬਿੱਲ ਮੇਰਾ ਅਧਿਕਾਰ ਸਕੀਮ ਕਿਹਦੀ ਆ, ਤਾਂ ਕੇਂਦਰ ਦੀ ਆ। ਲਾਂਚ ਕੌਣ ਕਰ ਰਿਹਾ ਹੈ? ਸਟੇਟਾਂ। ਪੰਜਾਬ ਨੇ ਇਹ ਸਕੀਮ ਲਾਂਚ ਕਰਤੀ ਆ, ਜੇ ਤੁਹਾਨੂੰ ਪਤਾ ਹੋਵੇ ਤਾਂ ਪੰਜਾਬ ਸਰਕਾਰ ਨੇ ਆਪਣੇ ਲੈਵਲ ਤੇ ਸਕੀਮ ਲਾਂਚ ਕਰਤੀ ਆ ਤੇ ਤਾਂ ਕਿ
ਵੱਧ ਤੋਂ ਵੱਧ GST ਜਿਹੜਾ ਹੈ ਉਹਦੀ ਕਲੈਕਸ਼ਨ ਹੋ ਸਕੇ। ਪਰ ਇਹ ਸਕੀਮ ਸੈਂਟਰ ਦੀ ਆ। ਖੈਰ, ਤੇ ਇਹਦੇ 'ਚ ਇੱਕ ਕੰਡੀਸ਼ਨ ਜ਼ਰੂਰ ਆ ਕਿ ਤੁਸੀਂ ਉਹੀ ਬਿੱਲ ਐਪ ਦਾ ਲਾਂਚ ਕਰ ਪਾਓਗੇ ਜਿਹੜਾ ਮਤਲਬ ਕਿ ਤੁਸੀਂ ਮੈਕਸੀਮਮ 25 ਆਪਣੀਆਂ ਇਨਵੋਇਸ ਜਿਹੜੇ ਆ ਉਹ ਐਪ ਤੇ ਲਾਂਚ ਕਰ ਪਾਓਗੇ ਇਹਦੇ ਤੇ ਕਨਫਰਮੇਸ਼ਨ ਵਾਸਤੇ। ਤੇ ਇਹਦੇ ਨਾਲ ਘੱਟੋ ਘੱਟ ਤੁਹਾਡਾ ਇਨਵੋਇਸ ਕਿੰਨੇ ਰੁਪਏ ਦਾ ਹੋਣਾ ਚਾਹੀਦਾ ਹੈ? 200 ਰੁਪਏ ਦਾ। ਠੀਕ ਆ। ਨੈਕਸਟ ਉਸ ਤੋਂ ਬਾਅਦ ਅੱਗੇ ਆ ਗਿਆ 26ਵੀਂ ਨੈਸ਼ਨਲ ਕਾਨਫਰੰਸ ਔਨ ਈ ਗਵਰਨੈਂਸ। ਦੇਖੋ ਈ ਗਵਰਨੈਂਸ ਕੀ ਹੁੰਦੀ ਆ? ਇਲੈਕਟ੍ਰੋਨਿਕ ਸੁਸ਼ਾਸਨ। ਅਸਲ 'ਚ ਕੀ ਆ? ਤੁਸੀਂ ਇਹ ਇੱਕ ਗੱਲ ਦੱਸੋ, ਜੇ ਸਾਡੇ ਪਿੰਡਾਂ 'ਚ ਜਿਹੜੇ ਵੀ ਪੀੜਤ ਹੜ੍ਹ ਤੋਂ ਪੀੜਤ ਹੋਏ ਆ ਉਹਨਾਂ ਦੇ ਖਾਤਿਆਂ 'ਚ ਡਾਇਰੈਕਟ ਪੈਸਾ ਆ ਜੇ ਤਾਂ ਇਹ ਕਿਹਦੀ ਬੈਸਟ ਐਗਜ਼ਾਮਪਲ ਆ? ਈ ਗਵਰਨੈਂਸ ਦੀ, ਕਿ ਇਲੈਕਟ੍ਰੋਨਿਕਲੀ ਤੁਸੀਂ ਸੁਸ਼ਾਸਨ ਕਰਕੇ ਦਿਖਾਇਆ ਹੈ। ਸੋ ਇਲੈਕਟ੍ਰੋਨਿਕ ਗਵਰਨੈਂਸ ਬਹੁਤ ਵੱਡੀ ਚੀਜ਼ ਆ। ਇਹਦੇ ਵਾਸਤੇ ਤੁਹਾਡੇ ਕੋਲ ਨਾ ਆਥੈਂਟਿਕ ਲੋਕ ਹੋਣੇ ਚਾਹੀਦੇ ਆ। ਅਦਰਵਾਈਜ਼ ਸਾਡੇ ਫੇਕ ਐਂਟਰੀਜ਼ ਬਹੁਤ ਆ। ਜਿਹੜੇ ਲੋਕ ਮਹਿਕਮਿਆਂ 'ਚ ਕੰਮ ਕਰਦੇ ਉਹ ਦੱਸਦੇ ਆ ਕਿ ਬਹੁਤ ਸਾਰੀਆਂ ਤੇ ਬੋਗਸ ਐਂਟਰੀਜ਼ ਨੇ ਜਿਹੜੇ ਅਨਾਜ ਲੈਣ ਵਾਲੇ ਆ ਜਾਂ ਜਿਹੜੇ ਬੈਨੀਫੀਸ਼ਰੀਜ਼ ਨੇ, ਉਹਨਾਂ ਨੂੰ ਕੱਢਣਾ ਬਹੁਤ ਔਖਾ ਹੈ। ਤੇ ਜੇ ਅਸੀਂ ਉਹਨਾਂ ਨੂੰ ਕੱਢ ਦਿੰਦੇ ਆ ਤੇ ਸਹੀ ਲੋਕਾਂ ਤੱਕ ਆਪਣੀਆਂ ਈ ਸਰਵਿਸਿਜ਼, ਇਲੈਕਟ੍ਰੋਨਿਕ ਸਰਵਿਸਿਜ਼ ਪਹੁੰਚਾ ਦਿੰਦੇ ਆ ਤਾਂ ਇਹਦਾ ਮਤਲਬ ਭਾਰਤ ਈ ਗਵਰਨੈਂਸ ਦੇ ਮਾਮਲੇ 'ਚ ਬਹੁਤ ਅੱਗੇ ਹੋ ਜਾਊਗਾ। ਤੁਹਾਨੂੰ ਪਤਾ ਦੁਨੀਆ ਜਿਹੜੀ ਆ ਜਾਂ ਲੋਕ ਜਿਹੜੇ ਆ ਉਹ ਉੱਪਰਲੇ ਲੈਵਲ ਦੀ ਕਰਪਸ਼ਨ ਤੋਂ ਦੁਖੀ ਨਹੀਂ ਹੁੰਦੇ। ਉੱਪਰਲੇ ਲੈਵਲ ਤੇ ਤਾਂ ਵੈਸਟ ਦੀ ਕਰਪਸ਼ਨ ਸਾਡੇ ਨਾਲੋਂ ਵੱਧ ਆ, ਪਰ ਉਹ ਲੋਕ ਠੀਕ ਨੇ, ਸੈਟਿਸਫਾਈਡ ਨੇ ਸਰਕਾਰਾਂ ਤੋਂ। ਵਜ੍ਹਾ ਕੀ ਆ? ਨਿਚਲੇ ਲੈਵਲ ਤੇ ਜਿਹੜੀ ਕਰਪਸ਼ਨ ਆ ਉਹ ਕਿਉਂ ਖਤਮ ਹੋਈ ਆ? ਕਿਉਂਕਿ ਉੱਥੇ ਈ ਗਵਰਨੈਂਸ ਆ। ਸਭ ਕੁਝ ਜਿਹੜਾ ਹੈ ਇਲੈਕਟ੍ਰੋਨਿਕਲੀ ਜਿਹੜਾ ਹੈ ਉਹ ਆਰਾਮ ਨਾਲ ਮੈਨੇਜ ਹੋ ਰਿਹਾ ਹੈ। ਸੋ ਇਸ ਕਰਕੇ ਉੱਥੇ ਇਸ ਤਰੀਕੇ ਦੀ ਕੋਈ ਦਿੱਕਤ ਹੈ ਨਹੀਂ। ਸੋ ਇਹ ਕਨਸੈਪਟ ਕਲੀਅਰ ਹੋ ਗਿਆ। ਕੇਂਦਰ ਨੇ DRDO ਦੇ ਰਿਵਿਊ ਵਾਸਤੇ ਹਾਈ ਪਾਵਰ ਕਮੇਟੀ ਬਣਾਤੀ ਆ ਪ੍ਰੋਫੈਸਰ ਵਿਜੇ ਰਾਘਵਨ ਦੇ ਅੰਡਰ। ਇਹ ਕੀ ਕਹਾਣੀ ਆ? ਤੁਹਾਨੂੰ ਪਤਾ ਭਾਰਤ 'ਚ ਇੱਕ ਅਦਾਰਾ ਹੈ ਜਿਹਦਾ ਨਾਮ ਆ DRDO, ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ, ਜਿਹਦਾ ਕੰਮ ਆ ਭਾਰਤ 'ਚ ਮਿਜ਼ਾਈਲਾਂ, ਏਅਰਕ੍ਰਾਫਟ ਤੇ ਇਹੋ ਜਿਹੀਆਂ ਚੀਜ਼ਾਂ ਬਣਾਉਣਾ। ਇਸ ਤੋਂ ਉਲਟ ਇੱਕ ਅਦਾਰਾ ਹੈ ISRO। ਠੀਕ ਆ, ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ, ਜਿਹਦਾ ਕੰਮ ਆ ਭਾਰਤ 'ਚ ਸਪੇਸ ਨਾਲ ਸੰਬੰਧਿਤ ਟੈਕਨੋਲੋਜੀ ਬਣਾਉਣਾ। ISRO 69 'ਚ ਬਣਿਆ ਤੇ DRDO 58 'ਚ। DRDO ਪਿੱਛੇ ਰਹਿ ਗਿਆ, ਤੁਹਾਡੇ 'ਚੋਂ ਕਈਆਂ ਨੇ ਸੁਣਿਆ ਵੀ ਨਹੀਂ ਹੋਣਾ। ਤੇ ISRO ਕਿੱਥੇ ਪਹੁੰਚ ਗਿਆ? ਸਾਡੀਆਂ ਮਿਜ਼ਾਈਲਾਂ ਬਣਾਉਣ ਦੇ ਮਾਮਲੇ 'ਚ ਸਾਡਾ DRDO ਇੰਨੀ ਟੈਕਨੀਕਲੀ ਪਿੱਛੇ ਕਿਉਂ ਰਹਿ ਗਿਆ ਜਦ ਕਿ ISRO ਅੱਗੇ ਲੰਘ ਗਿਆ? ਇਹਦਾ ਮਤਲਬ ਕਿਤੇ ਨਾ ਕਿਤੇ DRDO 'ਚ ਕਮੀਆਂ ਰਹੀਆਂ ਹੋਣਗੀਆਂ। ਕਈ ਕਾਰਨ ਤਾਂ ਸਾਫ਼ ਦਿਸਦੇ ਆ। DRDO ਡਿਫੈਂਸ ਮਿਨਿਸਟਰੀ ਦੇ ਅੰਡਰ ਆ ਤੇ ISRO ਸਿੱਧਾ ਪ੍ਰਧਾਨ ਮੰਤਰੀ ਦੇ ਅੰਡਰ ਆ। ਪਰਮਿਸ਼ਨਾਂ ਸੌਖੀਆਂ ਨੇ। DRDO ਦਾ ਕੰਮ ਡਿਫੈਂਸ ਨਾਲ ਰਿਲੇਟਡ ਆ। ਕੁਛ ਵੀ ਨਵੀਂ ਚੀਜ਼ ਬਣਾਉਣ ਲੱਗੀ ਹੈ ਤੇ ਦੁਨੀਆ ਦੇ ਸਾਰੇ ਦੇਸ਼ਾਂ ਦੀ ਨਿਗਾਹ ਹੁੰਦੀ ਹੈ ਤੇ ਰੋਕਣ ਦੀ ਕੋਸ਼ਿਸ਼ ਕਰਦੇ ਆ। ਸਪੇਸ ਦੀ ਫੀਲਡ 'ਚ ਅਸੀਂ ਜੇ ਕੁਛ ਨਵਾਂ ਕਰ ਵੀ ਲਈਏ ਤਾਂ ਦੁਨੀਆ ਨੂੰ ਕੋਈ ਬਹੁਤੀ ਚਿੰਤਾ ਨਹੀਂ ਹੁੰਦੀ। ਇਹ ਮੁੱਖ ਕਾਰਨ ਨੇ ਜਿਹਦੇ ਕਰਕੇ DRDO ਪਿਛੜਿਆ ਹੈ। ਪਰ ਸਰਕਾਰ ਆਪਣੇ ਵੀ ਹੋਰ ਅੰਦਰੂਨੀ ਕਾਰਨ ਪਤਾ ਕਰਨਾ ਚਾਹੁੰਦੀ ਹੈ। ਇਸ ਕਰਕੇ ਇੱਕ ਕਮੇਟੀ ਬਣਾਈ ਆ DRDO ਨੂੰ ਦੇਖਣ ਵਾਸਤੇ ਕਿ ਉਹ ਕਿਉਂ ਨਹੀਂ ਇੰਨਾ ਕਾਮਯਾਬ ਹੋ ਸਕਿਆ। ਪ੍ਰੋਫੈਸਰ ਵਿਜੇ ਰਾਘਵਨ ਜਿਹੜੇ ਕਿ ਇੱਕ ਬਹੁਤ ਤਗੜੇ ਸਾਇੰਸ ਐਕਸਪਰਟ ਨੇ, ਉਹਨਾਂ ਦੇ ਅੰਡਰ ਰੱਟਾ ਮਾਰ ਲਿਓ ਕਿ ਕਮੇਟੀ ਕਿਹਦੇ ਅੰਡਰ ਬਣੀ ਆ। DRDO ਡਿਫੈਂਸ ਮਿਨਿਸਟਰੀ ਦੇ ਅੰਡਰ ਆ, 58 'ਚ ਬਣਿਆ ਸੀ। ISRO 69 'ਚ ਬਣਿਆ ਹੈ ਤੇ PMO ਦੇ ਅੰਡਰ ਸਿੱਧਾ ਆਉਂਦਾ ਹੈ। ਸੋ ਖੈਰ ਇੰਪੋਰਟੈਂਟ ਗੱਲ ਦੱਸਣੀ ਸੀ, ਉਹ ਦੱਸਤੀ। ਨੇਪਾਲ ਦੇ ਨਵੇਂ ਚੀਫ ਜਸਟਿਸ ਚੁਣੇ ਗਏ ਆ। ਗੱਲ ਨੇਪਾਲ ਦੇ ਨਵੇਂ ਚੀਫ ਜਸਟਿਸ ਦੀ ਨਹੀਂ, ਨੇਪਾਲ ਸਾਡਾ ਗਵਾਂਢੀ ਦੇਸ਼ ਆ। ਕਾਠਮੰਡੂ ਉਹਨਾਂ ਦੀ ਰਾਜਧਾਨੀ ਆ, ਪੇਪਰ 'ਚ ਆ ਸਕਦਾ ਹੈ। ਉੱਥੋਂ ਦੀ ਪਾਰਲੀਮੈਂਟ ਨੂੰ ਉੱਥੋਂ ਦੀ ਪਾਰਲੀਮੈਂਟ ਨੂੰ ਰਾਸ਼ਟਰੀ ਪੰਚਾਇਤ ਕਹਿੰਦੇ ਆ, ਇਹ ਵੀ ਪੇਪਰ 'ਚ ਆ ਸਕਦਾ ਹੈ। ਜਿਹੜੀ ਉੱਥੋਂ ਦੀ ਪਾਰਲੀਮੈਂਟ ਆ, ਉੱਥੋਂ ਦੀ ਸਰਕਾਰ ਆ, ਉੱਥੇ ਜਿਹੜੇ ਪ੍ਰਧਾਨ ਮੰਤਰੀ ਨੇ ਪੁਸ਼ਪਾ ਕਮਲ ਦਾਹਲ ਨੇ। ਮੋਸਟ ਇੰਪੋਰਟੈਂਟ, ਪੁਸ਼ਪਾ ਕਮਲ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਤੇ ਉੱਥੋਂ ਦੇ ਰਾਸ਼ਟਰਪਤੀ ਨੇ ਰਾਮ ਚੰਦਰ ਪੌਡਲ। ਸੋ ਮੋਸਟ ਇੰਪੋਰਟੈਂਟ ਆ ਕਿ ਨੇਪਾਲ ਦਾ ਰਾਸ਼ਟਰਪਤੀ, ਨੇਪਾਲ ਦਾ ਪ੍ਰਧਾਨ ਮੰਤਰੀ ਤੇ ਨੇਪਾਲ ਦੀ ਪਾਰਲੀਮੈਂਟ ਨੂੰ ਕੀ ਕਹਿੰਦੇ ਆ ਤੇ ਉੱਥੋਂ ਦੀ ਕਹਿ ਲਓ ਕਿ ਕੈਪੀਟਲ ਕਿਹੜੀ ਆ। ਸਾਨੂੰ ਐਟਲੀਸਟ ਨੇਪਾਲ ਦੇ ਕੇਸ 'ਚ ਇੰਨਾ ਕੁ ਪਤਾ ਹੋਣਾ ਚਾਹੀਦਾ, ਇਸ ਤੋਂ ਵੱਧ ਕੇ ਜ਼ਿਆਦਾ ਕੁਛ ਨਹੀਂ। ਬ੍ਰਿਕਸ ਪਤਾ ਹੀ ਆ, ਦੁਨੀਆ ਦੇ 5 ਉਹ ਦੇਸ਼ ਜਿਨ੍ਹਾਂ ਦੀ ਇੱਕੋ ਜਿਹੀ ਇਕੋਨਮੀ ਆ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ। ਇਹਨਾਂ ਸਭ ਦੀ ਇੱਕ ਸਮਿਟ ਹੋਇਆ ਹੈ, ਬ੍ਰਿਕਸ ਸਮਿਟ। ਇਸ ਵਾਰ ਦਾ ਬ੍ਰਿਕਸ ਸਮਿਟ ਕਿੱਥੇ ਹੋਇਆ ਹੈ? ਜੋਹਨਸਬਰਗ, ਸਾਊਥ ਅਫਰੀਕਾ 'ਚ ਜੋਹਨਸਬਰਗ 'ਚ ਹੋਇਆ ਹੈ। ਕਰਨੋਲਜੀ ਕੀ ਕਹਿੰਦੀ ਹੈ ਕਿ ਜੇ ਇਸ ਵਾਲਾ ਸਾਊਥ ਅਫਰੀਕਾ 'ਚ ਹੋਇਆ ਤੇ ਅਗਲਾ ਕਿੱਥੇ ਹੋਊਗਾ? ਬ੍ਰਾਜ਼ੀਲ। ਇਹ ਬ੍ਰਿਕਸ ਕੀ ਆ? ਦੁਨੀਆ 'ਚ ਇੱਕ ਇਕਨੋਮਿਸਟ ਸੀਗਾ 2001 'ਚ, ਜੌਨ ਨੀਲ। ਉਹਨੇ ਕਿਹਾ ਸੀ ਕਿ ਦੁਨੀਆ 'ਚ 4 ਇਕੋਨਮੀਆਂ ਇੱਕੋ ਜਿਹੀਆਂ ਹੈ, BRI ਤੇ C, ਬ੍ਰਾਜ਼ੀਲ, ਇੰਡੀਆ, ਰਸ਼ੀਆ ਤੇ ਚਾਈਨਾ, ਇਹ ਇਕੱਠੇ ਹੋ ਜਾਣ। ਖੈਰ ਜੌਨ ਨੀਲ ਦੀ ਗੱਲ 2009 'ਚ ਮੰਨੀ ਗਈ ਤੇ ਬ੍ਰਿਕ ਬਣਿਆ ਤੇ 10 'ਚ ਬ੍ਰਿਕਸ ਵੀ ਬਣ ਗਿਆ, ਸਾਊਥ ਅਫਰੀਕਾ ਐਡ ਹੋ ਗਿਆ। ਉਸ ਤੋਂ ਬਾਅਦ ਲਗਾਤਾਰ ਨੇਮ ਵਾਈਜ਼ ਇਹਨਾਂ ਦੀਆਂ ਮੀਟਿੰਗਸ ਹਰ ਸਾਲ ਹੁੰਦੀਆਂ। 2014 'ਚ ਇਹਨਾਂ ਨੇ ਕਦਮ ਪੱਟਿਆ ਤੇ ਆਪਣਾ ਸਾਂਝਾ ਇੱਕ ਬੈਂਕ ਬਣਾ ਲਿਆ ਜਿਹਨੂੰ ਕਿਹਾ ਬ੍ਰਿਕਸ ਬੈਂਕ। ਉਹਦਾ ਫਿਰ ਨਵਾਂ ਨਾਮ ਰੱਖਿਆ ਗਿਆ ਨਿਊ ਡਿਵੈਲਪਮੈਂਟ ਬੈਂਕ। ਤੇ ਅੱਜ ਵੀ ਆਈ ਥਿੰਕ ਉਹ ਬੀਜ਼ਿੰਗ ਕੇ ਸ਼ੰਘਾਈ
ਸ਼ੰਘਾਈ, ਉਹ ਚਾਈਨਾ ਦੇ ਸ਼ੰਘਾਈ 'ਚ ਚੱਲ ਰਿਹਾ ਹੈ, ਉਹ 'ਚ ਸਾਰੇ ਦੇਸ਼ਾਂ ਦੀ ਬਰਾਬਰ ਦੀ ਹਿੱਸੇਦਾਰੀ ਹੈ। ਖੈਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਇੱਕ ਕੌਂਟੀਜੈਂਟੀ ਅਰੇਂਜਮੈਂਟ ਵੀ ਕੀਤਾ ਹੈ, ਭਾਵ ਜੇ ਆਪਸ 'ਚ ਇਹਨਾਂ 'ਚੋਂ ਕਿਸੇ ਦੇਸ਼ ਦੀ ਇਕੋਨਮੀ ਵਿਗੜ ਵੀ ਗਈ, ਬਾਕੀ ਇੰਨਾ ਪੈਸਾ ਹੈਗਾ ਸਾਰਿਆਂ ਕੋਲ ਇਕੱਠਾ ਰਿਜ਼ਰਵ, ਕੌਂਟੀਜੈਂਟੀ ਰਿਜ਼ਰਵ, ਕਿ ਉਹ ਦੂਜੇ ਦੇਸ਼ ਨੂੰ ਦੇ ਸਕਦੇ ਆ ਤਾਂ ਕਿ ਉਹ ਆਪਣੇ ਆਪ ਖਤਰੇ 'ਚੋਂ, ਬੈਲੈਂਸ ਆਫ ਪੇਮੈਂਟ ਦੇ ਕ੍ਰਾਈਸਿਸ 'ਚੋਂ ਬਾਹਰ ਆ ਜਾਏ ਜੇ ਕਿਸੇ ਦੀ ਇਕੋਨਮੀ ਡਾਵਾਡੋਲ ਹੋ ਵੀ ਜਾਵੇ। ਸੋ ਇਹਨਾਂ ਦਾ ਕੌਂਟੀਜੈਂਸੀ ਰਿਜ਼ਰਵ ਬਣਾਉਣਾ, ਇਹਨਾਂ ਦਾ ਆਪਣਾ ਇੱਕ ਬੈਂਕ ਬਣਾਉਣਾ, ਜਦ ਕਿ ਇੰਟਰਨੈਸ਼ਨਲ ਲੈਵਲ 'ਤੇ IMF, ਵਰਲਡ ਬੈਂਕ ਵਰਗੇ ਬੈਂਕ ਹੈਗੇ ਤਾਂ ਹੈ ਆ। ਇਹਦਾ ਮਤਲਬ ਇਹ ਦੁਨੀਆ ਨੂੰ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਆ। ਹੁਣ ਇਹ ਲਗਾਤਾਰ ਆਪਣੀ ਤਾਕਤ ਵਧਾ ਰਹੇ ਆ। ਬ੍ਰਿਕਸ ਦੇ ਵਿੱਚ ਕਈ ਦੇਸ਼ਾਂ ਦੀ ਨਵੀਂ ਐਂਟਰੀ ਕਰ ਲਈ ਗਈ ਆ, ਠੀਕ ਆ। ਇਸ ਵਾਰ ਦਾ ਜੋ ਉਹ ਸੀਗਾ, ਪਰ ਭਾਰਤ ਇਸ ਐਂਟਰੀ ਤੋਂ ਖੁਸ਼ ਨਹੀਂ। ਜਿਹੜੇ ਦੇਸ਼ਾਂ ਨੂੰ ਐਂਟਰੀ ਮਿਲੀ ਆ ਉਹ ਥੋੜ੍ਹੇ ਜਿਹੇ ਪ੍ਰੋ ਚਾਈਨਾ ਨੇ, ਅਤੇ ਭਾਰਤ ਨੂੰ ਇਹ ਆ ਕਿ ਉਹ ਜਦੋਂ ਚਾਈਨਾ ਕੱਲ੍ਹ ਨੂੰ ਆਪਣੀ ਗੱਲ ਮਨਵਾਉਣਾ ਹੋਊਗਾ ਅਤੇ ਮੈਜੋਰਟੀ ਦੀ ਹਾਂ ਦੇ ਨਾਲ ਗੱਲ ਮੰਨੀ ਜਾਊਗੀ ਤਾਂ ਸਾਡੀ ਗੱਲ ਨਾ ਕਿਤੇ ਪਿੱਛੇ ਰਹਿ ਜੇ। ਸੋ ਭਾਰਤ ਦੀ ਮਰਜ਼ੀ ਦੇ ਖਿਲਾਫ ਜਾ ਕੇ ਬ੍ਰਿਕਸ ਦੇ ਵਿੱਚ 6 ਨਵੇਂ ਦੇਸ਼ਾਂ ਦੀ ਐਂਟਰੀ ਹੋਈ ਹੈ। ਸੋ ਇਹ ਚਿੰਤਾ ਦਾ ਵਿਸ਼ਾ ਵੀ ਆ ਭਾਰਤ ਵਾਸਤੇ। ਬ੍ਰਿਕਸ ਖਬਰਾਂ 'ਚ ਰਿਹਾ ਹੈ। ਬ੍ਰਿਕਸ ਨਾਮ ਕਿਹਨੇ ਦਿੱਤਾ ਹੈ? ਜੌਨ ਨੀਲ ਨੇ ਪਹਿਲੀ ਵਾਰੀ 2009 'ਚ ਬਣਿਆ। ਆਹ 5 ਦੇਸ਼ ਇਹਦੇ ਮੈਂਬਰ ਆ, ਅਤੇ ਪਹਿਲਾ ਬ੍ਰਿਕਸ ਸਮਿਟ ਰਸ਼ੀਆ 'ਚ ਹੋਇਆ ਸੀਗਾ, ਠੀਕ ਆ। ਅਤੇ ਬ੍ਰਿਕਸ ਵਾਲਿਆਂ ਨੇ ਆਪਣਾ ਲਾਸਟ ਸਮਿਟ ਚਾਈਨਾ 'ਚ 2022 'ਚ ਹੋਇਆ ਸੀ, ਅਤੇ 15ਵਾਂ ਸਾਊਥ ਅਫਰੀਕਾ ਦੇ ਜੋਹਨਬਰਗਸ ਆ। ਕਿਹੜੇ ਦੇਸ਼ ਆ? ਜਿਮ ਨੀਲ ਜਿਹਨੇ ਇਹ ਟਰਮ ਕੋਇਨ ਕੀਤੀ ਸੀਗੀ, ਠੀਕ ਆ। ਅਤੇ ਬ੍ਰਿਕਸ ਵਾਲੇ ਹੁਣ ਆਪਸ 'ਚ ਕੋਸ਼ਿਸ਼ ਕਰ ਰਹੇ ਆ ਕਿ ਅਸੀਂ ਨਾ ਆਪਣੀ ਯੂਨੀਵਰਸਿਟੀਆਂ ਦੀ ਰੈਂਕਿੰਗ ਦਿਆ ਕਰਾਂਗੇ। ਵੈਸੇ ਆਕਸਫੋਰਡ ਦੀ ਰੈਂਕਿੰਗ ਆਉਂਦੀ ਆ, ਕਿਆਊ ਰੈਂਕਿੰਗ ਵੀ ਆਉਂਦੀ ਹੈ, ਇੱਕ ਦੁਨੀਆ ਦੀ ਟਾਈਮਸ ਦੀ ਰੈਂਕਿੰਗ ਵੀ ਆਉਂਦੀ ਆ, ਜਿਹਦੇ 'ਚ ਇਹ ਪਤਾ ਲੱਗਦਾ ਕਿ ਦੁਨੀਆ ਦੇ ਵਿੱਚ ਕਿਹੜੀਆਂ ਟੌਪ ਦੀਆਂ ਯੂਨੀਵਰਸਿਟੀਜ਼ ਆ। ਪਰ ਕੀ ਕਰੀਏ, ਸਾਡੇ ਬ੍ਰਿਕਸ ਦੇ ਕਿਸੇ ਦੇਸ਼ ਦਾ ਵੀ ਨਾਮ ਪਹਿਲੇ 100 'ਚ 50 'ਚ ਨਹੀਂ ਆਉਂਦਾ। ਇਸ ਕਰਕੇ ਫਿਰ ਅਸੀਂ ਸੋਚਿਆ ਕਿ ਪਹਿਲੇ 50 'ਚ ਆਉਣ ਦਾ ਇੱਕੋ ਹੀ ਤਰੀਕਾ ਹੈ, ਆਪਣੀ ਹੀ ਰੈਂਕਿੰਗ ਬਣਾ ਲਓ, ਠੀਕ ਆ, ਤਾਂ ਆਪੇ ਪਹਿਲੇ 'ਤੇ ਆ ਜਾਵਾਂਗੇ। ਮਤਲਬ ਸਮਝ ਗਏ ਨਾ। ਸੋ ਬ੍ਰਿਕਸ ਦੀ ਇੱਕ ਯੂਨੀਵਰਸਿਟੀਜ਼ ਦੀ ਰੈਂਕਿੰਗ ਵੀ ਆ ਰਹੀ ਆ। ਅਤੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਰਜਨਟੀਨਾ, ਇਜਿਪਟ, ਇਥੋਪੀਆ, ਇਰਾਨ, ਸਾਊਦੀ ਅਤੇ UAE, ਇਹ ਉਹ 6 ਦੇਸ਼ ਨੇ ਜਿਹੜੇ ਬ੍ਰਿਕਸ ਦੇ ਵਿੱਚ ਨਵੇਂ ਮੈਂਬਰ ਬਣ ਜਾ ਰਹੇ ਆ, ਅਤੇ ਜਿਨ੍ਹਾਂ ਦੀ ਮੈਂਬਰਸ਼ਿਪ 1 ਜਨਵਰੀ 2016 ਤੋਂ ਸ਼ੁਰੂ 1 ਜਨਵਰੀ 2024 ਤੋਂ ਸ਼ੁਰੂ ਹੋਊਗੀ। ਦੱਸੋ ਕਿਸੇ ਨੂੰ ਕੋਈ ਡਾਊਟ? ਸੋ ਇਸ ਵਾਰ ਦੀ 15ਵੀਂ ਜਿਹੜੀ ਬ੍ਰਿਕਸ ਦੀ ਮੀਟਿੰਗ ਆ ਜੋਹਨਸਬਰਗ 'ਚ ਹੋਈ ਸੀ, ਉੱਥੇ ਬੈਠ ਕੇ ਹੀ ਇਹ ਡਿਸਾਈਡ ਹੋਇਆ ਸੀ। ਪੇਪਰ 'ਚ ਇਹ ਹੋ ਸਕਦਾ ਕਿ ਇਸ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਗਏ ਆ ਖੁਦ ਜੋਹਨਸਬਰਗ ਬ੍ਰਿਕਸ ਦੀ ਮੀਟਿੰਗ 'ਚ, ਅਤੇ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਬ੍ਰਿਕਸ ਦੀ ਮੀਟਿੰਗ 'ਚ ਗਏ ਆ, ਕੁਛ ਤਾਂ ਕਹਿ ਕੇ ਗਏ ਹੋਣਗੇ। ਉੱਥੇ ਬ੍ਰਿਕਸ ਦੀ ਆਪਣੀ ਹੀ ਡੈਫੀਨੇਸ਼ਨ ਦੇ ਆਏ ਆ, ਉਹ ਡੈਫੀਨੇਸ਼ਨ ਯਾਦ ਕਰ ਲਿਓ, ਪੇਪਰ 'ਚ ਆ ਸਕਦੀ, ਹੋਰ ਕੁਛ ਨਹੀਂ। ਬੀ ਬ੍ਰੇਕਿੰਗ ਬੈਰੀਅਰਸ, ਰੀਵੈਟਲਾਈਜ਼ਿੰਗ ਇਕੋਨਮੀਜ਼, ਇੰਸਪਾਇਰਿੰਗ ਇਨੋਵੇਸ਼ਨ, ਕ੍ਰੀਏਟਿੰਗ ਓਪਰਚੁਨਿਟੀਜ਼, ਸ਼ੇਪਿੰਗ ਦੀ ਫਿਊਚਰ। ਟਲਦਾ ਵੀ ਨਹੀਂ, ਠੀਕ ਆ। ਮਤਲਬ ਜੋ ਵੀ ਹੁਣ ਕਹਿ ਕੇ ਆਏ ਨੇ ਤਾਂ ਸਾਨੂੰ ਉਹ ਐਜ਼ ਇਟ ਇਜ਼ ਯਾਦ ਰੱਖਣੀ ਪਊਗੀ, ਠੀਕ ਆ। ਸੋ ਖੈਰ, ਅਤੇ ਉਹਨਾਂ ਨੇ ਉੱਥੇ ਜੋ ਵੀ ਸ਼ਾਲਸ ਵਗੈਰਾ ਦਿੱਤੇ ਆ ਉਹ ਵੀ ਅਪਡੇਟ ਕੀਤਾ ਹੋਇਆ ਮੈਂ, ਠੀਕ ਆ। ਅਗਲੇ ਕਰੰਟ ਅਫੇਅਰ 'ਤੇ ਆਓ। ਸਾਡਾ ਜਿਹੜਾ ਜਨ ਔਸ਼ਧੀ ਕੇਂਦਰਸ ਦਾ ਕਨਸੈਪਟ ਆ ਨਾ, ਮੈਂ ਫੇਰ ਦੱਸ ਰਿਹਾ, ਆਪਣੀ ਜਿੱਥੇ ਇੰਸਟੀਟਿਊਟ ਦੇ ਨਾਲ ਹੀ ਬੇਸਮੈਂਟ ਇੱਧਰ ਜਾਓ, ਅਤੇ ਇੱਥੇ ਜਿਹੜੀ ਮੈਡੀਕਲ ਵਾਲੀ ਦੁਕਾਨ ਉਹ ਜਨ ਔਸ਼ਧੀ ਸਟੋਰ ਆ। ਮਤਲਬ ਸਰਕਾਰੀ ਸਟੋਰ ਜਿੱਥੇ ਬ੍ਰੈਂਡਡ ਦਵਾਈਆਂ ਨਹੀਂ ਮਿਲਦੀਆਂ, ਬ੍ਰੈਂਡਡ ਵੀ ਮਿਲਦੀਆਂ ਇੱਕ ਪਾਸੇ ਰੱਖੀਆਂ ਇਹਨਾਂ ਨੇ, ਅਤੇ ਜੈਨਰਿਕ ਦਵਾਈਆਂ ਵੀ ਮਿਲਦੀਆਂ। ਜਿਹੜੀ ਦਵਾਈ ਬਾਜ਼ਾਰ 40 ਰੁਪਏ ਦੀ ਇੱਥੇ 5 ਰੁਪਏ ਦੀ ਜਾਂ 8 ਰੁਪਏ ਦੀ ਮਿਲਦੀ ਆ, ਤਾਂ ਲੋਕ ਪੂਰਾ ਸ਼ਹਿਰ ਘੁੰਮ ਕੇ ਵੀ ਕਈ ਵਾਰੀ ਇੱਥੇ ਜਨ ਔਸ਼ਧੀ ਸਟੋਰ 'ਤੇ ਦਵਾਈ ਲੈਣ ਆਉਂਦੇ ਆ। ਵਜ੍ਹਾ ਇਹੀ ਆ ਕਿ ਸਸਤੀਆਂ ਦਵਾਈਆਂ। ਕਹਿਣ ਦਾ ਮਤਲਬ ਕੀ ਆ, ਅਸਰਦਾਰ ਤਾਂ ਉਹੀ ਆ, ਕਿਉਂਕਿ ਜੈਨਰਿਕ ਦਵਾਈਆਂ ਬਣਦੀਆਂ ਕਿਵੇਂ ਉਹ ਆਪਾਂ ਕਈ ਵਾਰ ਪੜ੍ਹ ਵੀ ਚੁੱਕੇ ਹਾਂ ਅਤੇ ਅੱਗੇ ਵੀ ਪੜ੍ਹਾਂਗੇ। ਮਸਲਾ ਇਹ ਆ ਕਿ ਅਸਲ ਦੇ ਵਿੱਚ ਇਹ ਕੰਸੈਪਟ ਭਾਰਤ ਦਾ ਜਨ ਔਸ਼ਧੀ ਸਟੋਰ ਖੋਲ੍ਹਣ ਦਾ ਇੱਕ ਜਨ ਔਸ਼ਧੀ ਸਕੀਮ ਸੀ ਸਾਡੀ, ਉਹਦੇ ਤਹਿਤ ਚੱਲਿਆ। ਮਿਨਿਸਟਰੀ ਆਫ ਕੈਮੀਕਲਸ ਵਾਲਿਆਂ ਦੀ ਸਕੀਮ ਸੀ, ਉਸ ਮਿਨਿਸਟਰੀ ਨੇ ਇਹ ਸਕੀਮ ਚਲਾਈ ਹੈ। ਫਾਰਮਾਸਿਊਟੀਕਲ ਡਿਪਾਰਟਮੈਂਟ ਮਿਨਿਸਟਰੀ ਆਫ ਕੈਮੀਕਲਸ ਦੇ ਅੰਡਰ ਹੀ ਆਉਂਦਾ ਹੈ। ਸੋ ਭਾਰਤ ਦਾ ਇਹੀ ਕੰਸੈਪਟ ਜੈਨਰਿਕ ਦਵਾਈਆਂ ਵਾਲਾ ਜਿਹੜਾ ਹੈ ਉਹ ਹੁਣ ਇੰਡੋਨੇਸ਼ੀਆ ਅਡੋਪਟ ਕਰ ਰਿਹਾ ਹੈ, ਕਿਉਂਕਿ ਵਾਕਈ ਉਹ ਵੀ ਚਾਹੁੰਦੇ ਆ ਕਿ ਅਸੀਂ ਆਪਣੇ ਲੋਕਾਂ ਨੂੰ, ਆਪਣੇ ਸਿਟੀਜ਼ਨਸ ਨੂੰ ਸਸਤੀਆਂ ਦਵਾਈਆਂ ਸੇਵਾਵਾਂ ਦੇ ਸਕੀਏ। ਸੋ ਮੋਸਟ ਇੰਪੋਰਟੈਂਟ ਕੰਸੈਪਟ ਆ। ਸੋ ਇਹ ਚੰਗੀ ਗੱਲ ਆ। ਇੰਡੀਆ ਏਸੀਆਨ ਆਪਣਾ FTA ਰਿਵਾਈਵ ਕਰ ਰਿਹਾ 2025 'ਚ। ਤੁਹਾਡੇ 'ਚੋਂ ਬੜਿਆਂ ਨੂੰ ਇਹੀ ਨਹੀਂ ਪਤਾ ਕਿ ਏਸੀਆਨ ਕੀ ਆ। ਜੇ ਤੁਹਾਡੇ 'ਚੋਂ ਕਿਸੇ ਨੇ ਦੇਖਿਆ ਨਾ ਕਿ ਸਾਊਥ ਏਸ਼ੀਆ ਆਏ, ਏਸ਼ੀਆ ਕੌਂਟੀਨੈਂਟ 'ਤੇ ਮੈਂ ਇੱਕ ਸਟੈਟਿਕ GK 'ਚ ਲੈਕਚਰ ਲਾਏ ਹੋਏ ਆ। ਏਸ਼ੀਆ ਦਾ ਜਿਹੜਾ ਮੈਪ ਆ, ਉਸ ਏਸ਼ੀਆ ਦੇ ਮੈਪ ਦੇ ਵਿੱਚ ਸਾਊਥ ਏਸ਼ੀਆ ਕੀ ਆ, ਜਿੱਥੇ ਅਫਗਾਨਿਸਤਾਨ, ਪਾਕਿਸਤਾਨ, ਇੰਡੀਆ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ, ਮਾਲਦੀਵਸ 8 ਕੰਟਰੀ ਆ। ਇਹਨਾਂ ਨੂੰ ਕਹਿੰਦੇ ਆ ਸਾਊਥ ਏਸ਼ੀਆ, ਦੱਖਣੀ ਏਸ਼ੀਆ। ਸਾਡੇ ਤੋਂ ਥੋੜ੍ਹੀ ਜਿਹੀ ਈਸਟ ਵਾਲੇ ਪਾਸੇ ਆ ਜਾਓ, ਇਸ ਪਾਸੇ ਸਾਊਥ ਈਸਟ ਏਸ਼ੀਆ ਹੈ। ਕਿਹੜਾ ਹੈ? ਦੱਖਣ ਪੂਰਬੀ ਏਸ਼ੀਆ। ਜਿੱਥੇ ਕਿਹੜੇ ਕਿਹੜੇ ਦੇਸ਼ ਆ? ਬਰਮਾ ਜਿਹਨੂੰ ਮਿਆਂਮਾਰ ਕਹਿੰਦੇ ਆ, ਲਾਓਸ, ਕੰਬੋਡੀਆ, ਵੀਅਤਨਾਮ, ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਬਰਨੂਈ,
ਫਿਲੀਪੀਨਸ 1 2 3 4 5 6 7 8 9 ਹੁਣ ਯਾਦ ਨਹੀਂ ਆਉਣਾ ਕਿ ਦੱਸਾਂ। ਹਾਂਜੀ ਥਾਈਲੈਂਡ ਇੱਕ ਰਹਿ ਗਿਆ ਜੀ, ਥਾਈਲੈਂਡ। ਆਹ 10 ਦੇਸ਼ਾਂ ਦੇ ਸਮੂਹ ਨੂੰ ਕਹਿੰਦੇ ਆ ਸਾਊਥ ਈਸਟ ਏਸ਼ੀਅਨ ਕੰਟਰੀਜ਼। ਇਹ ਸਾਊਥ ਈਸਟ ਏਸ਼ੀਅਨ ਕੰਟਰੀਜ਼ ਦਾ ਇੱਕ ਸਮੂਹ ਆ ਜਿਹਨੂੰ ਏਸੀਆਨ ਕਹਿੰਦੇ ਆ, ਤੇ ਰੱਟਾ ਵੀ ਮਾਰਨ ਦੀ ਲੋੜ ਨਹੀਂ, ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨ ਨੇਸ਼ਨਸ। ਇਹ 10 ਦੇਸ਼ਾਂ ਨੂੰ ਏਸੀਆਨ ਕੰਟਰੀਜ਼ ਕਹਿੰਦੇ ਆ। ਭਾਰਤ ਨੂੰ ਪਤਾ ਹੈ ਕਿ ਜੇ ਇੰਡੀਆ ਦਾ ਇਹਨਾਂ ਨਾਲ ਵਪਾਰ ਖੁੱਲ੍ਹ ਜੇ ਤਾਂ ਨਜ਼ਾਰੇ ਹੀ ਆ, ਪਰ ਗੱਲ ਪਤਾ ਕੀ ਆ, FTA ਬਹੁਤ ਖਤਰਨਾਕ ਚੀਜ਼ ਹੁੰਦੀ ਆ। ਫ੍ਰੀ ਟ੍ਰੇਡ ਐਗਰੀਮੈਂਟ, ਫ੍ਰੀ ਟ੍ਰੇਡ ਐਗਰੀਮੈਂਟ ਦਾ ਮਤਲਬ ਫ੍ਰੀ ਹੋਣਾ ਨਹੀਂ ਹੁੰਦਾ। ਫ੍ਰੀ ਟ੍ਰੇਡ ਐਗਰੀਮੈਂਟ ਦਾ ਮਤਲਬ ਆ ਤੁਸੀਂ ਉਹਨਾਂ ਦੀਆਂ ਚੀਜ਼ਾਂ ਦੇ ਟੈਕਸ ਖਤਮ ਕਰ ਦੋਗੇ, ਉਹ ਤੁਹਾਡੀਆਂ 'ਤੇ ਕਰ ਦੇਣਗੇ। ਜੇ ਤੁਸੀਂ ਫ੍ਰੀ ਟ੍ਰੇਡ ਐਗਰੀਮੈਂਟ ਕਰਤਾ ਤਾਂ ਇਹ ਸੋਚੋ ਉੱਥੋਂ ਕਿੰਨੀਆਂ ਚੀਜ਼ਾਂ ਟੈਕਸ ਫ੍ਰੀ ਤੁਹਾਡੇ ਦੇਸ਼ 'ਚ ਆਉਣਗੀਆਂ ਜਾਂ ਘੱਟ ਟੈਕਸ 'ਤੇ ਤੁਹਾਡੇ ਦੇਸ਼ 'ਚ ਆਉਣਗੀਆਂ, ਅਤੇ ਤੁਹਾਡੇ ਦੇਸ਼ ਦੇ ਜਿਹੜੇ ਲੋਕ ਉਹ ਚੀਜ਼ਾਂ ਪੈਦਾ ਕਰ ਰਹੇ ਆ ਖਤਮ ਹੋ ਜਾਣਗੀਆਂ। ਪਰ ਭਾਰਤ ਨੂੰ ਇਹਦੇ 'ਚ ਨੈੱਟ ਆਪਣਾ ਫਾਇਦਾ ਦਿਸ ਰਿਹਾ ਹੈ ਕਿ ਜਿਹੜੀਆਂ ਚੀਜ਼ਾਂ ਸਾਡੇ ਦੇਸ਼ 'ਚ ਆ ਕੇ ਨੁਕਸਾਨ ਕਰਨਗੀਆਂ ਅਤੇ ਜਿਹੜੀਆਂ ਦਾ ਸਾਨੂੰ ਫਾਇਦਾ ਹੋਊਗਾ, ਫਾਇਦਾ ਜ਼ਿਆਦਾ ਹੈ। ਹਰ ਦੇਸ਼ ਆਪਣੀ ਇਕੋਨਮੀ ਨੂੰ ਸਮਝਦਾ ਹੈ। ਸੋ ਭਾਰਤ ਦੀ ਕੋਸ਼ਿਸ਼ ਇਹ ਆ ਕਿ ਅਸੀਂ ਏਸੀਆਨਸ ਦੇ ਨਾਲ 2011-12 ਦੇ ਕਿਹਾ ਹੋਇਆ ਹੈ ਕਿ ਅਸੀਂ FTA ਕਰਾਂਗੇ, ਪਰ ਅਜੇ ਤੱਕ ਸਾਡਾ ਫ੍ਰੀ ਟ੍ਰੇਡ ਐਗਰੀਮੈਂਟ ਕਿਸੇ ਪਾਸੇ ਲੱਗਾ ਨਹੀਂ। ਅਤੇ ਭਾਰਤ ਹੌਲੀ ਹੌਲੀ ਕੋਸ਼ਿਸ਼ ਕਰ ਰਿਹਾ ਕਿ ਜਿਹੜਾ ਸਾਡਾ ਐਗਰੀਮੈਂਟ ਏਸੀਆਨ ਅਤੇ ਇੰਡੀਆ ਦਾ ਐਟੀਗਾ ਹੋਇਆ ਸੀ 2009 'ਚ ਸਾਈਨ, ਅਤੇ 2012 'ਚ ਅਸੀਂ ਐਫਰਟ ਵੀ ਕੀਤਾ ਸੀ ਕਿ ਉਹਨੂੰ ਕਿਸੇ ਪਾਸੇ ਲਾਈਏ, ਅਤੇ 2023 ਤੱਕ ਪਹੁੰਚਦੇ ਉਹ ਕਿਸੇ ਪਾਸੇ ਨਹੀਂ ਲੱਗਿਆ। ਅਸੀਂ FTA ਨੂੰ ਹੁਣ ਮਤਲਬ ਕਿ 1 ਜਨਵਰੀ 2025 ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਅਸੀਂ ਕਿਹਾ ਸੀ ਕਿ 1 ਜਨਵਰੀ 2010 ਤੋਂ ਲਾਗੂ ਹੋ ਜਾਊਗਾ, ਬੇਸ਼ੱਕ 15 ਸਾਲ ਲੇਟ ਸਹੀ ਪਰ ਲਾਗੂ ਤਾਂ ਹੋਊਗਾ। ਸੋ ਕਿਹੜੇ ਕਿਹੜੇ ਏਸੀਆਨ ਕੰਟਰੀਜ਼ ਉਹ ਮੈਂ ਥੱਲੇ ਲਿਖ ਵੀ ਦਿੱਤੇ ਆ। ਅਤੇ ਏਸੀਆਨ ਕੰਟਰੀਜ਼ ਦੀ ਏਸੀਆਨ ਸੰਸਥਾ 1967 ਦੇ ਵਿੱਚ ਬਣੀ ਸੀ ਬੈਂਕਾਕ ਦੇ ਵਿੱਚ। ਸੋ ਐਵੇਂ ਦੇ ਸਵਾਲ ਪੇਪਰ 'ਚ ਆ ਸਕਦੇ। ਵੈਸੇ ਕਿਹੜਾ ਜਿਵੇਂ ਏਸੀਆਨ ਪੜ੍ਹਾ ਰਿਹਾ ਉਹ ਤਾਂ ਵੈਸੇ ਹੀ ਜਾਣਕਾਰੀ ਆਈ ਸੀ ਏਸੀਆਨਸ ਦੀ, ਦੱਸਦਾ ਹੀ ਤੁਹਾਨੂੰ ਮੈਂ। ਖੈਰ ਆ ਜਾਓ ਆਪਾਂ ਆਪਣੇ ਮਸਲੇ 'ਤੇ ਚੱਲਦੇ ਹਾਂ। ਸਪੋਰਟਸ ਦੀ ਫੀਲਡ ਦੀ ਖਬਰਾਂ ਕਹਿੰਦੇ ਮਾਸਟਰ ਕਾਰਡ ਵਾਲਿਆਂ ਨੇ ਵਰਲਡ ਕੱਪ ਵਾਲਿਆਂ ਨਾਲ ICC ਨਾਲ ਕਰ ਲਿਆ, ਤਾਂ ਜੋ ਇਸ ਵਾਰ ਦਾ ਜਿਹੜਾ ਕ੍ਰਿਕਟ ਵਰਲਡ ਕੱਪ ਇੰਡੀਆ 'ਚ ਖੇਡਿਆ ਜਾ ਰਿਹਾ ਉਹਦੀ ਸਪੋਂਸਰਸ਼ਿਪ ਮਾਸਟਰ ਕਾਰਡ ਕਰੂਗਾ। ਠੀਕ ਆ। ICC ਜਿਹੜੀ ਆ ਹੈੱਡਕੁਆਟਰ ਦੁਬਈ 'ਚ ਆ ਅਤੇ 1909 'ਚ ਬਣੀ ਸੀ। ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਵਰਲਡ ਪੱਧਰ 'ਤੇ, ਕਿਉਂਕਿ ਕਾਫੀ ਹੁਣ ਇੱਥੇ ਇੰਡੀਆ 'ਚ ਇਹਨਾਂ ਦੇ ਪ੍ਰਧਾਨ ਸੀਗੇ, ਕੀ ਨਾਮ ਸੀ ਉਹਨਾਂ ਦਾ, ਮੈਨੂੰ ਨਾਮ ਭੁੱਲ ਗਿਆ, ਬ੍ਰਿਜ ਭੂਸ਼ਣ ਜੀ, ਜਿਨ੍ਹਾਂ ਦਾ ਥੋੜ੍ਹਾ ਜਿਹਾ ਕੰਟਰੋਵਰਸੀ ਚੱਲ ਰਹੀ ਸੀ ਉੱਥੋਂ ਦੀਆਂ ਲੇਡੀਜ਼ ਪਹਿਲਵਾਨਾਂ ਨਾਲ। ਸੋ ਉਹਦੇ ਕਰਕੇ ਭਾਰਤ ਦੇ ਵਿੱਚ ਵੋਟਾਂ ਨਹੀਂ ਪੈ ਸਕੀਆਂ, ਅਤੇ ਭਾਰਤ ਦੀ ਜਿਹੜੀ ਰੈਸਲਿੰਗ ਫੈਡਰੇਸ਼ਨ ਆ ਉਹਨੂੰ ਅਨਡੈਮੋਕ੍ਰੇਟਿਕ ਡਿਕਲੇਅਰ ਕਰਤਾ ਵਰਲਡ ਲੈਵਲ 'ਤੇ। ਸੋ ਇੰਟਰਨੈਸ਼ਨਲ ਲੈਵਲ ਤੋਂ ਭਾਰਤ ਦੀ ਜਿਹੜੀ ਫੈਡਰੇਸ਼ਨ ਆ, ਵਰਲਡ ਫੈਡਰੇਸ਼ਨ ਆਫ ਇੰਡੀਆ ਨੂੰ ਯੂਨਾਈਟਿਡ ਵਰਲਡ ਰੈਸਲਿੰਗ ਨੇ ਉਹ ਕਰਤਾ ਹੈ, ਮੀਨਸ ਕਿ ਸਸਪੈਂਡ ਡਿਕਲੇਅਰ ਕਰਤਾ ਹੈ। ਸੋ ਇਸੇ ਬਹਾਨੇ ਸਾਨੂੰ ਪੇਪਰ 'ਚ ਆ ਸਕਦਾ ਹੈ ਕਿ ਵਰਲਡ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਕੌਣ, ਵਰਲਡ ਫੈਡਰੇਸ਼ਨ ਆਫ ਇੰਡੀਆ ਬਣੀ ਕਦੋਂ ਸੀ, ਅਤੇ ਵਰਲਡ ਫੈਡਰੇਸ਼ਨ ਆਫ ਇੰਡੀਆ ਦਾ ਹੈੱਡਕੁਆਟਰ ਕਿੱਥੇ ਆ। ਠੀਕ ਹੈ। ਸੋ ਉਮੀਦ ਕਰਦਾ ਕਿ ਇਸ ਮੰਥ ਦੇ ਜਿਹੜੇ ਕਰੰਟ ਅਫੇਅਰ ਸੀਗੇ, ਇਸ ਵੀਕ ਦੇ, ਇਹ ਵੀਕ ਨਹੀਂ, ਇਹ ਲਾਸਟ ਵੀਕ ਆਫ ਅਗਸਤ ਸੀਗਾ। ਸੋ ਇਸ ਤੋਂ ਬਾਅਦ ਆਪਾਂ ਹੁਣ ਸਤੰਬਰ ਦੇ ਫਸਟ ਵੀਕ ਦੇ ਕਰੰਟ ਅਫੇਅਰਸ ਪੜ੍ਹਾਂਗੇ। ਠੀਕ ਆ। ਮੈਂ ਈਵਨ ਕਿ ਮੇਰੀ ਇਹ ਕੋਸ਼ਿਸ਼ ਜ਼ਰੂਰ ਆ ਕਿ ਕੋਈ ਵੀ ਕਰੰਟ ਅਫੇਅਰ ਆਪਣਾ ਸਕਿਪ ਨਾ ਹੋਵੇ। ਜਿਹੜੀ ਸ਼ੀਟ ਤੁਹਾਨੂੰ ਮਿਲੂਗੀ ਨਾ, ਇਸ ਤੋਂ ਥੱਲੇ ਤੁਹਾਡੇ MCQs ਬਣੇ ਹੋਣਗੇ 20 ਤੋਂ 25 MCQs, ਜਿਹੜੇ ਕਿ ਇਹਨਾਂ ਨਾਲ ਸੰਬੰਧਿਤ ਹੋਣਗੇ, ਤਾਂ ਕਿ ਤੁਸੀਂ ਇਹਨਾਂ ਨੂੰ ਕਰਕੇ ਉਹਨਾਂ MCQs ਦੀ ਪ੍ਰੈਕਟਿਸ ਕਰ ਸਕੋ। ਆਈ ਥਿੰਕ ਸ਼ਾਮ ਤੱਕ ਮੇਰੀ ਕੋਸ਼ਿਸ਼ ਰਹੂਗੀ ਕਿ ਇਹ ਸ਼ੀਟ ਜਿਹੜੀ ਆ ਉਹ ਤੁਹਾਨੂੰ ਡਿਲੀਵਰ ਕਰ ਦਿੱਤੀ ਜਾਵੇ। ਠੀਕ ਆ। ਸੋ ਤੁਹਾਡੇ ਗੂਗਲ ਡਰਾਈਵ ਦੇ ਲਿੰਕ 'ਚ ਤੁਹਾਨੂੰ ਪਤਾ ਹੀ ਆ ਕਿ ਤੁਹਾਡੀ ਐਪ ਦੇ ਸਭ ਤੋਂ ਥੱਲੇ ਹੋਮ, ਬੈਚਿਸ, ਸਟੋਰ, ਚੈਟ 'ਤੇ ਕਲਿੱਕ ਕਰੋ, ਅਤੇ ਉੱਪਰ ਉਸ ਨਾਮ 'ਤੇ ਕਲਿੱਕ ਕਰ ਦਿਓ ਜਿਹੜਾ ਤੁਹਾਡਾ ਕੋਰਸ ਆ। ਸਭ ਤੋਂ ਥੱਲੇ ਤੁਹਾਡਾ ਗੂਗਲ ਡਰਾਈਵ ਲਿੰਕ ਪਿਆ ਹੋਊਗਾ। ਉਸ ਗੂਗਲ ਡਰਾਈਵ ਲਿੰਕ 'ਚ ਤੁਹਾਨੂੰ ਦੇਖੋ, ਉਸ ਗੂਗਲ ਡਰਾਈਵ ਲਿੰਕ 'ਚ ਹੈ ਕੀ ਆ, ਤੁਹਾਡੀਆਂ ਆਬਜੈਕਟਿਵ ਟਾਈਪ ਬੁੱਕਸ, ਹਰ ਸਬਜੈਕਟ ਕੰਪਲੀਟ ਹੋਣ ਤੋਂ ਬਾਅਦ ਕਵਰ ਕਰਨ ਵਾਸਤੇ। ਅਤੇ ਇੱਕ ਗੱਲ ਹੋਰ, ਉਹਦੇ 'ਚ ਹੀ ਮੈਂ ਤੁਹਾਡੇ ਸਾਰੇ ਸਬਜੈਕਟ ਟੈਸਟ ਵੀ ਪਾਤੇ। ਜਿਵੇਂ ਸਪੋਜ਼ ਕਰੋ ਤੁਹਾਡਾ ਪੋਲਿਟੀ ਦਾ ਟੈਸਟ ਡਿਟੇਲਡ ਸੋਲਿਊਸ਼ਨ, ਇੱਕ ਮਾਡਰਨ ਹਿਸਟਰੀ ਦਾ 100 ਸਵਾਲਾਂ ਦਾ ਟੈਸਟ, ਡਿਟੇਲਡ ਸੋਲਿਊਸ਼ਨ ਵਿਦ ਡਿਟੇਲਡ ਸੋਲਿਊਸ਼ਨ। ਉਹਨਾਂ ਨੂੰ ਟੈਸਟਾਂ ਨੂੰ ਐਵੇਂ ਨਾ ਓਪਨ ਕਰਿਓ, ਜਿਹੜਾ ਸਬਜੈਕਟ ਥੋਰੋਲੀ ਹੋ ਗਿਆ ਉਸ ਤੋਂ ਬਾਅਦ। ਅਤੇ ਜੇ ਤੁਸੀਂ ਕਲਾਸ 'ਚ ਹੀ ਹੋ ਤਾਂ ਕਲਾਸ ਟੈਸਟ ਤਾਂ ਹੋਣਗੇ ਹੀ, ਤਾਂ ਕਲਾਸ ਟੈਸਟ ਜਦੋਂ ਇੱਥੇ ਹੋਇਆ ਕਰੂਗਾ ਉਸ ਤੋਂ ਬਾਅਦ ਹੀ ਉਹਦੇ 'ਚ ਅਪਲੋਡ ਹੋ ਜਾਇਆ ਕਰੂਗਾ। ਸੋ ਪਲੀਜ਼ ਜਿਹੜੇ ਵੀ ਆਪਣੀ ਸੈਲਫ ਸਟੱਡੀ ਵੀ ਕਰ ਰਹੇ ਆ ਜਾਂ ਆਪਣੇ ਲੈਵਲ 'ਤੇ, ਕਿਉਂਕਿ ਬਹੁਤ ਸਾਰੇ ਉਹ ਬੱਚੇ ਵੀ ਇਸ ਵੀਡੀਓ ਨੂੰ ਦੇਖ ਰਹੇ ਆ ਜਿਨ੍ਹਾਂ ਨੇ ਆਲਰੇਡੀ ਔਨਲਾਈਨ ਕੋਰਸ ਲਏ ਹੋਏ ਆ, ਅਤੇ ਉਹਨਾਂ ਨੂੰ ਮੈਂ ਚਾਹੁੰਦਾ ਕਿ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਸਬਜੈਕਟ ਕੰਪਲੀਟ ਕਰਕੇ ਹਰ ਸਬਜੈਕਟ ਦੇ ਟੈਸਟ ਅਸੀਂ ਬਣਾ ਰਹੇ ਹਾਂ PSSB ਲੈਵਲ ਦੇ। ਅਤੇ ਜੇ ਤੁਸੀਂ PPSC ਵਾਲੇ ਕੋਰਸ 'ਚ ਇਨਰੋਲਡ ਹੋ ਤਾਂ ਡੈਫੀਨੇਟਲੀ ਤੁਹਾਨੂੰ ਇੱਕ PPSC ਲੈਵਲ ਦਾ ਸਪੈਸ਼ਲ ਐਕਸਟਰਾ ਟੈਸਟ ਵੀ ਮਿਲੂਗਾ। ਸੋ ਉਹ PPSC ਲੈਵਲ ਦਾ ਹੀ ਹੋਊਗਾ। ਠੀਕ ਆ। ਉਹ ਹਜੇ ਥੋੜ੍ਹੇ ਜਿਹੇ ਡਿਲੇ 'ਚ ਰੱਖੇ ਹੋਏ ਆ,
ਆਲਰੇਡੀ ਬਣੇ ਹੋਏ ਆ, ਬਟ ਉਹ ਤਾਂ ਨਹੀਂ ਡਿਲੀਵਰ ਕੀਤੇ ਜਾ ਰਹੇ ਕਿ ਪੇਪਰ ਦੇ ਨੇੜੇ ਜਦੋਂ ਕੋਈ ਨੋਟੀਫਿਕੇਸ਼ਨ ਆਊਗੀ ਤਾਂ ਉਹਦੇ ਨੇੜੇ ਡਿਲੀਵਰ ਕਰ ਦਿੱਤਾ ਜਾਊਗਾ। ਠੀਕ ਆ, ਸੋ ਅੱਜ ਵਾਸਤੇ ਇੰਨਾ ਹੀ ਬਹੁਤ ਆ। ਉਮੀਦ ਕਰਦੇ ਆ ਕਿ ਸਮਝ ਲੱਗਾ ਹੋਊਗਾ ਅੱਜ ਲੈਕਚਰ। ਅੱਜ ਲਈ ਇੰਨਾ ਹੀ ਬਹੁਤ ਆ। ਧੰਨਵਾਦ।